ਵੈਲਕਮ ਸਰ ਵਿਨਾਇਕ ਦੱਤ ਜੀ। ਧੰਨਵਾਦ। ਅਸੀਂ ਇਸ ਵਿਨਾਇਕ ਦੱਤ ਨੂੰ ਤਾਂ ਜਾਣਦੇ ਹਾਂ, ਉਸ ਤੋਂ ਪਿੱਛੇ ਵਿਨਾਇਕ ਦੱਤ ਕੀ ਨੇ? ਮੈਂ ਹਾਲੇ ਤੱਕ ਮੁੰਡਾ ਹੀ ਕਰਦਾ ਆਪਣੇ ਆਪ ਨੂੰ। ਫਿਰ ਲੈਟਰ ਭੇਜੀ, ਫਿਰ ਉਹਨਾਂ ਨੇ ਐਕਨੋਲੇਜ ਕੀਤਾ। ਬਾਏ ਕਪਲ ਆਫ ਮੰਥਸ ਆਫਟਰ ਉਹਨਾਂ ਨੇ ਇੱਥੇ ਗੜਵਾਸੂ ਯੂਨੀਵਰਸਿਟੀ ਹੈ ਉਦਘਾਟਨ ਕਰਨਾ ਸੀਗਾ, ਸੋ ਹੀ ਕੇਮ ਤੇ ਆਈ ਬਿਕੇਮ ਅ ਹੀਰੋ ਇਨ ਅ ਵੇ। ਉਹਦੇ 'ਚ ਮੈਂ ਪਾਰਲੀਮੈਂਟ ਕਵਰ ਕੀਤਾ। ਕੰਟਰਾਡਿਕਟਰੀ ਹੈ, ਤੁਸੀਂ ਆਨਸਰ ਨਹੀਂ ਵੀ ਕਰਨਾ, ਤੁਸੀਂ ਮੈਨੂੰ ਮਨਾ ਕਰ ਦਿਓ। ਇਹੋ ਜਿਹਾ ਕੋਈ ਨਹੀਂ, ਮੈਂ ਨਹੀਂ ਕਰੂੰ ਹਰੇਕ ਦਾ। ਠੀਕ ਹੈ। ਬਸ ਕਾਂਗਰਸ 'ਚੋਂ ਇੱਕ, ਬੀਜੇਪੀ 'ਚੋਂ ਇੱਕ ਜਨਰਲ, ਇੱਕ ਐਸਸੀ, ਬਾਕੀ ਕੌਣ ਨੇ 11। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਏਕਨੂਰ ਸਿੰਘ। ਇੱਕ ਨਾ ਮੈਂ ਅੱਜ ਬਹੁਤ ਐਕਸਾਈਟਡ ਹਾਂ ਕਿਉਂਕਿ ਸਾਡੇ ਕੋਲ ਇੱਕ ਸਪੈਸ਼ਲ ਗੈਸਟ ਆਏ ਨੇ। ਅਕਸਰ ਅਸੀਂ ਜਦੋਂ ਕਿਸੇ ਦੀਆਂ ਕਿਤਾਬਾਂ ਕਿਸੇ ਦੇ ਬਾਰੇ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਨਾ ਇੱਕ ਮਨ ਦੇ ਵਿੱਚ ਇੱਕ ਇੱਛਾ ਜਾਗਦੀ ਹੈ ਕਿ ਉਹਨਾਂ ਨੂੰ ਨਾ ਉਸ ਲਿਖਤਾਂ ਤੋਂ ਪਿੱਛੇ ਕੀ ਨੇ, ਉਹ ਕਿੱਦਾਂ ਦੇ ਇਨਸਾਨ ਨੇ, ਉਹ ਕਿੱਥੋਂ ਇੱਦਾਂ ਦੇ ਥਾਟਸ ਲੈ ਕੇ ਆਉਂਦੇ ਨੇ, ਕਿਵੇਂ ਇੰਨਾ ਕੁਝ ਲਿਖ ਲੈਂਦੇ ਨੇ। ਕਿਉਂਕਿ ਮੈਂ ਖੁਦ ਵੀ ਕਈ ਵਾਰੀ ਟਰਾਈ ਕੀਤਾ ਕਿ ਮੈਂ ਲਿਖ ਪਾਵਾਂ ਕੁਝ ਜਾਂ ਕੁਝ ਇੱਦਾਂ ਦਾ ਬਣਾ ਪਾਵਾਂ, ਪਰ ਮੇਰੇ ਕੋਲ ਤਾਂ ਇੱਕ ਪੇਜ ਜਾਂ ਅੱਧੇ ਪੇਜ ਤੋਂ ਬਾਅਦ ਥਾਟ ਹੀ ਖਤਮ ਹੋ ਜਾਂਦੇ ਨੇ। ਤਾਂ ਅੱਜ ਸਾਡੇ ਜਿਹੜੇ ਗੈਸਟ ਨੇ ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸਣਗੇ ਤੇ ਮੇਰੇ ਪਰਸਨਲ ਫੇਵਰੇਟ ਟੌਪਿਕਸ ਵੀ ਅਸੀਂ ਉਹਨਾਂ ਨਾਲ ਡਿਸਕਸ ਕਰਾਂਗੇ। ਪੰਜਾਬ ਦੀ ਪੋਲਿਟਿਕਸ, ਜਿਓਗ੍ਰਾਫੀਕਲ ਡਿਸਕਸ਼ਨਸ, ਮਤਲਬ ਇਹ ਪੋਡਕਾਸਟ ਟੋਟਲੀ ਬਹੁਤ ਨੌਲੇਜੇਬਲ ਹੋਣ ਵਾਲਾ ਹੈ। ਤੇ ਮੈਨੂੰ ਲੱਗਦਾ ਹੈ ਕਿ ਉਹ ਪਰਸਨੈਲਿਟੀ ਇਦਾਂ ਦੀ ਹੈ ਕਿ ਮੇਰੇ ਖੁਦ ਦੇ ਸਵਾਲ ਇੰਨੇ ਨੇ ਉਹਨਾਂ ਨੂੰ ਪੁੱਛਣ ਵਾਲੇ ਕਿ ਇਹ ਐਪੀਸੋਡ ਛੋਟਾ ਰਹਿ ਜਾਊਗਾ ਇੱਕ। ਚਲੋ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਕਾਫੀ ਗੱਲਾਂ ਕਵਰ ਕਰ ਸਕੀਏ ਜਿਹੜੀਆਂ ਤੁਹਾਡੀ ਰੋਜ਼ਮਰਾ ਜ਼ਿੰਦਗੀ ਤੇ ਇੰਪੈਕਟ ਵੀ ਪਾਉਂਦੀਆਂ ਨੇ ਤੇ ਤੁਹਾਨੂੰ ਜਿੱਥੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ। ਤੇ ਸਭ ਤੋਂ ਪਹਿਲਾਂ ਉਹਦਾ ਵੈਲਕਮ ਕਰਦੇ ਹਾਂ। ਵੈਲਕਮ ਸਰ ਵਿਨਾਇਕ ਦੱਤ ਜੀ। ਧੰਨਵਾਦ। ਕਿਵੇਂ ਹੋ ਸਰ? ਆਲ ਗੁੱਡ। ਸਰ ਆਪਣਾ ਅੱਜ ਦਾ ਫਾਰਮੈਟ ਨਾ ਬੜਾ ਕੈਜੂਅਲ ਜਿਹਾ ਰਹਿਣ ਵਾਲਾ ਹੈ। ਇੱਕ ਪੋਡਕਾਸਟ ਆਪਾਂ ਬਣਾਉਣਾ ਹੈ ਤੇ ਗੱਲਾਂ ਵੀ ਉਦਾਂ ਦੀਆਂ ਕਰਨੀਆਂ ਨੇ ਕਿ ਲੋਕਾਂ ਦੇ ਨਾਲ ਜੋ ਰਿਲੇਟ ਕਰਦੀਆਂ। ਕੋਈ ਸਕ੍ਰਿਪਟ ਨਹੀਂ ਆਪਣੀ, ਜੋ ਮੇਰੇ ਪਰਸਨਲ ਸਵਾਲ ਹੀ ਇਹਨੇ ਨੇ ਕਿ ਮੈਨੂੰ ਸਕ੍ਰਿਪਟ ਬਣਾਉਣ ਦੀ ਜ਼ਰੂਰਤ ਹੀ ਨਹੀਂ ਪਈ। ਤੇ ਇੱਕ ਨਾ ਅਸੀਂ ਇਸ ਵਿਨਾਇਕ ਦੱਤ ਨੂੰ ਤਾਂ ਜਾਣਦੇ ਹਾਂ ਕਿ ਜਿਹਨੇ ਕਿਤਾਬਾਂ ਲਿਖੀਆਂ ਜਾਂ ਜੋ ਫੇਸਬੁੱਕ ਤੇ ਜਿਨ੍ਹਾਂ ਦੇ ਅਖਬਾਰਾਂ ਦੇ ਵਿੱਚ ਆਰਟੀਕਲਸ ਬੜੇ ਫੇਮਸ ਨੇ, ਚੱਲਦੇ ਨੇ। ਉਸ ਤੋਂ ਪਿੱਛੇ ਵਿਨਾਇਕ ਦੱਤ ਕੀ ਨੇ? ਯਾਰ ਉਸ ਤੋਂ ਪਿੱਛੇ ਵੀ ਵਿਨਾਇਕ ਦਾ ਤੇ ਕਾਮ ਜਿਹਾ ਮੁੰਡਾ ਹੀ ਹੈ। ਮੈਂ ਹਾਲੇ ਤੱਕ ਮੁੰਡਾ ਹੀ ਕਰਦਾ ਆਪਣੇ ਆਪ ਨੂੰ। ਠੀਕ ਹੈ, 35 ਸਾਲ ਉਮਰ ਹੋ ਗਈ ਮੇਰੀ, ਬਟ ਆਈ ਸਟਿਲ ਕੰਸੀਡਰ ਮਾਈਸੈਲਫ ਅ ਬॉय। ਐਂਡ ਜੋ ਮਤਲਬ ਪੜ੍ਹਦੇ ਰਹੀਦਾ, ਜੋ ਡਿਸਕਸ਼ਨਸ ਕਰਦੇ ਰਹੀਦਾ, ਮੈਂ ਉਹੀ ਚੀਜ਼ ਲਿਖਦਾ ਫੇਸਬੁੱਕ ਤੇ ਵੀ, ਜਾਂ ਈਵਨ ਜਿਹੜੀ ਕਿਤਾਬ ਹੈ ਉਹਦੇ ਵਿੱਚ ਵੀ ਆਦਤ ਹੁੰਦੀ ਹੈ ਕਈ ਬੰਦੇ ਨਾ ਵਾਲ ਦੀ ਖੱਲ ਲਾਉਣ ਦੀ। ਤੇ ਜਦੋਂ ਤੁਸੀਂ ਕਿਸੇ ਇੱਕ ਇਸ਼ੂ ਤੇ ਤੁਹਾਨੂੰ ਕੋਈ ਇਸ਼ੂ ਇੰਟਰਸਟਿੰਗ ਲੱਗੇ, ਤੁਸੀਂ ਉਹਦੇ ਬਾਰੇ ਮੈਕਸਿਮਮ ਪੜ੍ਹਾਈ ਕਰਨਾ ਸਟਾਰਟ ਕਰਦੇ ਹੋ। ਮੈਂ ਕੋਈ 100-125 ਕਿਤਾਬ ਪੜ੍ਹ ਲਈ ਸੀਗੀ ਪੰਜਾਬ ਦੇ ਨਾਲ ਰਿਲੇਟਡ, ਜਿਹਦੇ 'ਚ ਹਿਸਟਰੀ ਦੀ ਗੱਲ ਵੀ ਸੀ, ਜਿਹਦੇ 'ਚ ਜੀਓ ਪੋਲੀਟਿਕਸ ਵੀ ਸੀ, ਜਿਹਦੇ ਵਿੱਚ ਹਿੰਦੂ ਮੁਸਲਮਾਨ ਦੀ ਗੱਲ ਵੀ ਸੀ। ਫਿਰ ਮੈਨੂੰ ਲੱਗਿਆ ਯਾਰ ਇੰਨਾ ਕੁਛ ਪੜ੍ਹ ਲਿਆ, ਲਿਖਣਾ ਸਟਾਰਟ ਕਰਦੇ ਹਾਂ। ਮੈਂ ਓਰੀਜਨਲੀ ਕਿਤਾਬ ਇੰਨੀ ਮੋਟੀ ਬਣੂਗੀ ਨਾ ਤਾਂ ਮੈਂ ਸੋਚਿਆ ਸੀ, ਨਾ ਮੇਰਾ ਕੋਈ ਉਹ ਸੀਗਾ। ਇਹ ਚੀਜ਼ ਫਲੋ 'ਚ ਹੀ ਲੱਗ ਗਈ, ਮਤਲਬ ਨਾ ਸਟਾਰਟਿੰਗ ਕਿਸੇ ਚੀਜ਼ ਦਾ ਇੰਟਰਸਟ ਹੁੰਦਾ। ਸੋ ਔਰ ਇਹ ਚੀਜ਼ ਮਤਲਬ ਬੀਇੰਗ ਅ ਪ੍ਰੋਫੈਸ਼ਨਲ ਜਰਨਲਿਸਟ for donkey years now, for like 14-15 years now, so you don't get a chance ਕਿ ਤੁਸੀਂ ਸਾਰੀ ਚੀਜ਼ ਆਪਣੀ ਜਿਹੜੀ ਤੁਸੀਂ ਪ੍ਰੋਫੈਸ਼ਨਲ ਲਾਈਫ 'ਚ ਹੋ ਉਹਦੇ ਵਿੱਚ ਤੁਸੀਂ ਐਕਸਪ੍ਰੈਸ ਕਰੋ। ਤਾਂ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਨੇ। ਸੋ ਪਹਿਲਾਂ ਫੇਸਬੁੱਕ ਤੇ ਲਿਖਿਆ, ਫਿਰ ਉੱਥੋਂ ਲੱਗਿਆ ਯਾਰ ਨਹੀਂ ਇਹ ਨॉन ਸੀਰੀਅਸ ਚੀਜ਼ ਹੋ ਰਹੀ ਹੈ, ਸੋ ਲੈਟ ਅਸ ਕਮ ਟੂ ਸਮਥਿੰਗ ਸੀਰੀਅਸ। ਤਾਂ ਫਿਰ ਉਹ ਕਿਤਾਬ ਦੇ ਰੂਪ ਵਿੱਚ ਆ ਗਈ ਚੀਜ਼। ਤੁਹਾਡੀ ਸਟੱਡੀ ਕਿੱਦਾਂ ਰਹੀ ਹੈ ਇਨੀਸ਼ੀਅਲ? ਥੋੜ੍ਹਾ ਜਿਹਾ ਮਤਲਬ ਇਲੈਬੋਰੇਟ ਕਰਕੇ ਆਪਾਂ ਇਹਨੂੰ ਡਿਸਕਸ ਕਰਾਂਗੇ ਕਿ ਸਟਾਰਟ ਤੁਸੀਂ ਕਿੱਥੋਂ ਕੀਤਾ, ਤੁਹਾਡੀ ਸਟਾਰਟਿੰਗ ਜਰਨੀ ਕਿੱਦਾਂ ਰਹੀ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ। ਕਿਉਂਕਿ ਨਾ ਮੈਂ ਬਹੁਤ ਇੰਟਰਸਟਿੰਗਲੀ ਨਾ ਇਹ ਜਾਣਨਾ ਚਾਹੁੰਦਾ ਕਿ ਇੰਨੀ ਸਾਰੀਆਂ ਗੱਲਾਂ ਇਕੱਠੀਆਂ ਕਰਨੀਆਂ, ਉਹ ਦਿਮਾਗ ਦੇ ਵਿੱਚ ਸਟੋਰ ਕਰਕੇ ਰੱਖਣੇ ਥਾਟਸ, ਤੇ ਫਿਰ ਉਹਨਾਂ ਨੂੰ ਲਿਖਣਾ। ਪਹਿਲਾਂ ਇਹ ਦੱਸੋ ਕਿ ਤੁਹਾਡਾ ਬਚਪਨ ਤੋਂ ਲੈ ਕੇ ਇਨੀਸ਼ੀਅਲ ਡੇਜ਼ ਤੋਂ ਸਟਾਰਟਿੰਗ ਤੋਂ ਦੱਸੋ ਕਿ ਤੁਹਾਡਾ ਬਚਪਨ ਕਿੱਦਾਂ ਗੁਜ਼ਰਿਆ, ਤੁਸੀਂ ਕੀ ਪੜ੍ਹੇ ਹੋ, ਕਿ ਸਾਨੂੰ ਵੀ ਥੋੜ੍ਹਾ ਜਿਹਾ ਅਸੀਂ ਰਿਲੇਟ ਕਰ ਸਕੀਏ ਆਪਣੀ ਲਾਈਫ ਨੂੰ ਵੀ ਤੁਹਾਡੇ ਨਾਲ। ਸ਼ਾਇਦ ਅਸੀਂ ਵੀ ਮੋਟੀਵੇਟ ਹੋ ਜਾਈਏ। ਥੋੜ੍ਹੀ ਜਿਹੀ ਕਿਤਾਬ ਲਿਖਣ ਦੇ ਲਈ ਐਡੀ ਮੋਟੀ ਤਾਂ ਨਹੀਂ। ਨਹੀਂ, ਉਹਦੇ ਵਿੱਚ ਕੀ ਹੈ, ਇੱਕ ਦੇਖੋ ਇੰਟਰਸਟ ਹੁੰਦਾ ਆਪਣਾ ਆਪਣਾ। ਮੈਨੂੰ ਸ਼ੁਰੂ ਤੋਂ ਸਪੋਰਟਸ ਦੇ ਉੱਪਰ ਮੈਨੂੰ ਕਿਤਾਬਾਂ ਜ਼ਿਆਦਾ ਪਸੰਦ ਸੀਗੀਆਂ। ਠੀਕ ਹੈ। ਤੇ ਹੁਣ ਕਿਤਾਬਾਂ ਪਸੰਦ, ਬਟ ਆਈ ਵਾਜ਼ ਅ ਵੈਰੀ ਮੀਡੀਓਕਰ ਸਟੂਡੈਂਟ। ਮਤਲਬ ਮੈਂ ਕਦੇ ਟੌਪ 10 'ਚ ਵੀ ਨਹੀਂ ਆਇਆ ਸਕੂਲ ਦੇ ਲੈਵਲ ਤੱਕ। ਬਟ ਮੈਨੂੰ ਕਿਤਾਬਾਂ 'ਚ ਹੁਣ ਇਹ ਸੀ ਆਪਣੇ, ਮੈਂ ਉਸ ਮਤਲਬ ਜਨਰੇਸ਼ਨ ਦਾ ਜਦੋਂ ਘਰ ਘਰ ਇੰਜੀਨੀਅਰ ਤੇ ਡਾਕਟਰ ਪੈਦਾ ਕਰਨ ਦਾ ਜਿਹੜੇ ਮਿਡਲ ਕਲਾਸ ਜਿਹੜੇ ਪੇਰੈਂਟਸ ਹੁੰਦੇ ਸੀ ਉਹ ਟ੍ਰੈਂਡ ਚੱਲ ਰਿਹਾ ਸੀ। ਤੇ ਸਾਡੇ ਮੈਨੂੰ ਵੀ ਨਾਨ ਮੈਡੀਕਲ 'ਚ ਐਡਮਿਸ਼ਨ ਲੈਤੀ। ਮੈਨੂੰ ਮਤਲਬ ਪੱਕ ਸਮਝ ਨਹੀਂ ਸੀ ਆਉਂਦਾ ਫਿਜ਼ਿਕਸ ਨਾਲ ਤਾਂ ਮਤਲਬ ਮੇਰਾ ਵੈਰ ਸੀ। ਹਾਲਾਂਕਿ ਜਿਹੜੀ ਹਿਊਮੈਨਿਟੀਜ਼ ਦੇ ਸਬਜੈਕਟ ਸੀ ਉਹ ਮੇਰੇ ਫੇਵਰੇਟ ਹੁੰਦੇ ਸੀ। ਸੋ ਇੱਕ ਦਿਨ ਸਭ ਤੋਂ ਪਹਿਲਾਂ ਧਰਨਾ ਮੈਂ ਆਪਣੇ ਘਰੇ ਲਾਇਆ ਸੀ। ਅੱਛਾ। ਕਿ ਜੀ 6 ਮਹੀਨੇ ਹੋ ਗਏ ਤੇ ਵੀ ਮੇਰੇ ਤੋਂ ਨਹੀਂ, ਮੈਨੂੰ ਇੰਟਰਸਟ ਹੈਗਾ। ਠੀਕ ਹੈ। ਤੇ
ਸਭ ਤੋਂ ਪਹਿਲਾਂ ਮੇਰਾ ਇਹ ਸੀ ਕਿ ਮੈਂ ਆਪਣੇ ਇੰਟਰਸਟ ਦੇ ਸਬਜੈਕਟਸ ਪੜ੍ਹਨੇ ਆ, ਤੁਸੀਂ ਸਾਇੰਸ ਮੈਨੂੰ ਜ਼ਬਰਦਸਤੀ ਦਿਲਾਈ ਹੈ, ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਮੈਨੂੰ ਚੇਂਜ ਕਰੋ। ਕਿੰਨੇ ਦਿਲਾਈ ਸਾਇੰਸ? ਮਦਰ ਜਾਂ ਫਾਦਰ ਕੀ ਦਾ ਜ਼ਿਆਦਾ ਰੋਲ ਸੀ? ਉਹੀ ਹੈ ਕਿ ਮੇਰੇ ਜਿਹੜੇ ਦੋਨੇ ਪੇਰੈਂਟਸ ਉਹ ਗਵਰਨਮੈਂਟ EMPLOYE ਸੀਗੇ ਤੇ ਮੇਰੇ ਮਦਰ ਜਿਹੜੇ ਸੀ ਉਹ ਸਾਇੰਸ ਲੈਕਚਰਰ ਸੀ। ਠੀਕ ਹੈ। ਤੇ ਮੇਰੇ ਫਾਦਰ ਜਿਹੜੇ ਸੀਗੇ ਉਹ ਮਤਲਬ ਟੈਕਨੀਕਲੀ ਨੇ, ਉਹਨਾਂ ਦਾ ਵੀ ਟੈਕਨੀਕਲ ਬੈਕਗ੍ਰਾਉਂਡ। ਮੈਂ ਅਕਸਰ ਇਦਾਂ ਦੇਖਿਆ ਕਿ ਦੋ ਤਰੀਕੇ ਨਾਲ ਪੇਰੈਂਟਸ ਰੋਲ ਪਲੇ ਕਰਦੇ ਆ ਆਪਣੇ ਬੱਚੇ ਦੀ ਲਾਈਫ ਦੇ ਵਿੱਚ। ਇੱਕ ਤਾਂ ਉਹ ਇਹ ਦੇਖਦੇ ਆ ਕਿ ਜਿਹੜੇ ਖੁਦ ਸਕਸੈਸਫੁਲ ਆ, ਚਾਹੁੰਦੇ ਕਿ ਜਿੱਦਾਂ ਦੇ ਅਸੀਂ ਆ ਉਦਾਂ ਦੀ ਪਰਛਾਈ ਸਾਡੇ ਵਿੱਚ ਹੋ, ਜਾਂ ਜਿਹੜੇ ਪੇਰੈਂਟਸ ਖੁਦ ਉਸ ਅਚੀਵ ਨਹੀਂ ਕਰ ਪਾਉਂਦੇ ਟਾਰਗੇਟ, ਉਹਨਾਂ ਨੂੰ ਲੱਗਦਾ ਕਿ ਯਾਰ ਮੇਰਾ ਜੋ ਡ੍ਰੀਮ ਹੈ ਉਹ ਮੈਂ ਆਪਣੇ ਬੱਚੇ ਤੋਂ ਪੂਰਾ ਕਰਾਂ। ਹਾਲਾਂਕਿ ਉੱਥੇ ਬੱਚੇ ਦੇ ਆਪਣੇ ਦੋਨੋਂ ਹੀ ਐਂਗਲਸ ਦੇ ਵਿੱਚ ਡ੍ਰੀਮ ਸਪਰੈਸ ਹੋ ਜਾਂਦੇ ਨੇ ਕਿ ਉਹਨੂੰ ਖੁਦ ਦੇ ਡ੍ਰੀਮਸ ਫੁੱਲਫਿਲ ਕਰਨ ਦਾ ਚਾਂਸ ਨਹੀਂ ਮਿਲਦਾ। ਮੈਨੂੰ ਲੱਗਦਾ ਸਪਰੈਸ਼ਨ ਵਾਲੀ ਗੱਲ ਨਹੀਂ ਹੈ, ਮੇਰੇ ਪੇਰੈਂਟਸ ਇਨਫੈਕਟ ਦੋਨੋਂ ਕਾਮਯਾਬ ਸੀ। ਠੀਕ ਹੈ। ਉਹਨਾਂ ਨੂੰ ਇਹੀ ਸੀਗਾ ਕਿ ਯਾਰ ਸਾਡਾ ਬੱਚਾ ਵੀ ਕਾਮਯਾਬ ਹੋਵੇ। ਉਹਨਾਂ ਨੂੰ ਇਹ ਚੀਜ਼ ਸੀਗਾ ਕਿ ਦੇਖੋ ਹੁਣ ਪੀਅਰ ਪ੍ਰੈਸ਼ਰ ਬਹੁਤ ਵੱਡੀ ਚੀਜ਼ ਹੁੰਦੀ ਹੈ ਨਾ, ਪੇਰੈਂਟਸ ਦੀ ਇੰਨੀ ਦਿੱਕਤ ਨਹੀਂ ਹੁੰਦੀ ਜਿੰਨੀ ਨਾਲਦਿਆਂ ਦੀ ਹੁੰਦੀ ਹੈ ਕਿ ਜਿਹੜਾ ਨਾਲ ਦੇ ਉਹਨਾਂ ਦੇ ਕਲੀਗਸ ਨੇ, ਉਹ ਕਿਸੇ ਦਾ ਬੱਚਾ ਬੀਟੈਕ ਇੱਥੋਂ ਕਰ ਗਿਆ, ਕਿਸੇ ਦਾ ਬੱਚਾ MBBS ਲੱਗ ਗਿਆ, ਤੇ ਫਿਰ ਉਹ ਸਾਰਾ ਇੱਕ ਉਹ ਮੈਂ ਦੇਖੋ ਗੱਲ ਕਰ ਰਿਹਾ ਲੇਟ 90s अर्ਲੀ 2000 ਸੀ, ਉਦੋਂ ਇਹ ਟ੍ਰੈਂਡ ਸੀ ਇਸ ਮੁਲਕ 'ਚ ਕਿ ਜੇ ਤੁਸੀਂ ਬੱਚੇ ਨੂੰ ਕੁਝ ਬਣਾਉਣਾ ਤਾਂ ਮਤਲਬ ਵੱਟ ਤੇ ਇੰਜੀਨੀਅਰਿੰਗ ਕਾਲਜਸ ਖੁੱਲ੍ਹ ਰਹੇ ਸੀਗੇ। ਮਤਲਬ ਮੇਰੀ ਜਿਹੜੀ ਪੜ੍ਹਾਈ ਆ ਲੁਧਿਆਣੇ 'ਚ ਹੋਈ ਆ, ਤਾਂ ਲੁਧਿਆਣੇ ਦੀ ਪੈਰੀਫਰੀ ਦੇ ਆਸ-ਪਾਸ ਤੁਹਾਨੂੰ 10-12 ਇੰਜੀਨੀਅਰਿੰਗ ਕਾਲਜ ਤਾਂ ਅੱਜ ਦੀ ਡੇਟ 'ਚ ਵੀ ਮਿਲ ਜਾਣਗੇ। ਹੁਣ ਟ੍ਰੈਂਡ ਚੇਂਜ ਹੋ ਗਿਆ ਪਿਛਲੇ 5-7 ਸਾਲ ਤੋਂ, ਫੋਰਨ ਵਾਲਾ ਟ੍ਰੈਂਡ ਆ ਗਿਆ, ਬਟ ਉਦੋਂ ਇਹੀ ਟ੍ਰੈਂਡ ਹੁੰਦਾ ਸੀ। ਸੋ ਹੁਣ ਉਹ 'ਚ ਵੀ ਇਹ ਸੀ ਕਿ ਮੈਨੂੰ ਜਦੋਂ ਸਾਇੰਸ ਦੀਆਂ ਕਿਤਾਬਾਂ ਵੀ ਆ ਗਈ ਤਾਂ ਮੈਂ ਬਾਇਓਗ੍ਰਾਫੀਜ਼ ਪੜ੍ਹ ਲੈਣੀ ਆ ਵੀ ਉਹ ਮੈਨੂੰ ਮਤਲਬ ਫਲਾਣਾ ਸਾਇੰਟਿਸਟ ਹੈ, ਆਇਨਸਟਾਈਨ ਦੀ ਬਾਇਓਗ੍ਰਾਫੀ ਕੀ ਹੈ, ਠੀਕ ਹੈ, ਐਡੀਸਨ ਦੀ ਬਾਇਓਗ੍ਰਾਫੀ ਕੀ ਹੈ, ਮੈਨੂੰ ਉਹ 'ਚ ਜ਼ਿਆਦਾ ਇੰਟਰਸਟ ਹੋਣਾ ਬਜਾਏ ਕਿ ਉਹਨਾਂ ਨੇ ਜਿਹੜੇ ਫਾਰਮੂਲੇ ਦਿੱਤੇ ਉਹ ਯਾਦ ਕਰੀਏ। ਸੋ ਇਵੈਂਚੁਅਲੀ ਫਿਰ 12th 'ਚ ਮੈਂ ਰੋ ਪਿੱਟ ਕੇ ਆ ਗਿਆ, ਮਤਲਬ ਧਰਨੇ ਮੁਜ਼ਾਹਰੇ ਕਰਕੇ ਜੋ ਹੋ ਸਕਦਾ ਸੀ, ਸਕੂਲ 'ਚ ਵੀ ਦਿੱਤਾ। ਅੱਛਾ, ਮੈਂ 10th 'ਚ ਨਾ ਮੈਨੂੰ ਪ੍ਰੈਜ਼ੀਡੈਂਟ ਨੇ ਬੁਲਾਇਆ ਸੀ, ਉਸ ਟਾਈਮ APJ ਅਬਦੁਲ ਕਲਾਮ ਹੁੰਦੇ ਸੀ। ਮੈਨੂੰ ਖਿੱਚ ਜੀ ਚੜੀ ਉਸ ਟਾਈਮ ਨਾ, ਕੋਈ ਰੇਲ ਐਕਸੀਡੈਂਟ ਹੋਇਆ ਸੀ ਅਤੇ ਮੈਂ ਇੱਕ ਲੈਟਰ ਲਿਖੀ, ਲੈਟਰ 'ਚ ਮੈਂ ਪੋਇਮ ਲਿਖੀ, ਪਹਿਲਾਂ ਪੋਇਮ ਲਿਖੀ। ਮੈਨੂੰ ਸੀਗਾ ਵੀ ਯਾਰ ਇਹ ਸਾਊਥ ਇੰਡੀਅਨ ਹੈ, ਮੇਰੇ ਦਿਮਾਗ 'ਚ ਸੀ ਮੈਂ ਇਹਨਾਂ ਨੂੰ ਹਿੰਦੀ ਪਤਾ ਨਹੀਂ ਆਉਂਦੀ ਹੋਣੀ ਕਿ ਨਹੀਂ, ਇੰਗਲਿਸ਼ 'ਚ ਲਿਖ ਦਿਓ। ਚਲੋ ਜਿਹੋ ਜਿਹੀ ਇੰਗਲਿਸ਼ ਆਉਂਦੀ ਸੀ ਇੰਗਲਿਸ਼ ਲਿਖੀ, ਫਿਰ ਲੈਟਰ ਭੇਜੀ। ਫਿਰ ਉਹਨਾਂ ਨੇ ਐਕਨੋਲੇਜ ਕੀਤਾ, ਉਹਨਾਂ ਨੇ ਕਿਹਾ ਵੀ ਜਦੋਂ ਮੈਂ ਲੁਧਿਆਣਾ ਆਊਂਗਾ ਤਾਂ ਮੈਂ ਤੈਨੂੰ ਮਿਲਣਾ ਚਾਹੂੰ। ਅਤੇ ਇਹ ਚੀਜ਼ ਮੇਰੇ ਸਕੂਲ ਨੂੰ ਪਤਾ ਲੱਗ ਗਈ, ਮੈਂ 10th ਸੀਗਾ ਉਦੋਂ, ਅਤੇ ਸਕੂਲ ਵਾਲੇ ਬਾਈ ਖੁਸ਼ ਵੀ ਸਾਡੇ ਬੱਚੇ ਕਰਕੇ, ਅਤੇ ਲੋਕਲ ਮੀਡੀਆ 'ਚ ਵੀ ਚਲੋ ਥੋੜ੍ਹਾ ਬਹੁਤ ਹੋ ਗਿਆ, ਹਾਈਲਾਈਟ ਹੋ ਗਿਆ। ਸੋ ਬਾਏ ਕਪਲ ਆਫ ਮੰਥਸ ਆਫਟਰ ਉਹਨਾਂ ਨੇ ਇੱਥੇ ਗੜਵਾਸੂ ਯੂਨੀਵਰਸਿਟੀ ਹੈ, ਗੁਰੂ ਅੰਗਦ ਦੇਵ ਯੂਨੀਵਰਸਿਟੀ, ਉਹਦਾ ਉਦਘਾਟਨ ਕਰਨਾ ਸੀਗਾ। ਸੋ ਹੀ ਕੇਮ ਅਤੇ ਆਈ ਬਿਕੇਮ ਅ ਹੀਰੋ ਇਨ ਅ ਵੇ ਸਕੂਲ ਲਈ। ਹੁਣ ਕਿਉਂਕਿ ਮੇਰੇ ਪ੍ਰਿੰਸੀਪਲ ਮੈਨੂੰ ਜਾਣਦੇ ਸੀ, ਮਤਲਬ ਬਹੁਤ ਥੋੜ੍ਹੇ ਬੱਚੇ ਹੁੰਦੇ ਜਿਨ੍ਹਾਂ ਨੂੰ ਪ੍ਰਿੰਸੀਪਲ ਨਾਮ ਨਾਲ ਐਂਡ ਉਹ ਰੈਕਗਨੀਸ਼ਨ ਉਹ ਆ ਗਈ ਸੀਗੀ। ਅਤੇ ਫਿਰ ਉਹੀ ਬੱਚਾ ਧਰਨਾ ਲਾ ਕੇ ਬਹਿ ਜੇ ਪ੍ਰਿੰਸੀਪਲ ਦਾ ਕਿ ਪ੍ਰਿੰਸੀਪਲ ਨੇ ਵੀ ਕਿਹਾ ਸੀਗਾ ਵੀ ਜੇ ਇਹ ਮੁੰਡਾ ਬੜਾ ਸਿਆਣਾ ਇਹਨੂੰ ਸਾਇੰਸ ਦਵਾਓ। ਅੱਛਾ, ਮੈਂ ਕਿਹਾ ਪੇਰੈਂਟਸ ਜਿਹੜੇ ਹੈਗੇ ਆ, ਟੀਚਰਸ ਜਿਹੜੇ ਹੈਗੇ ਆ, ਮੈਂ ਕਿਹਾ ਪ੍ਰਿੰਸੀਪਲ ਮੈਡਮ ਤੁਸੀਂ ਵੀ ਇੱਧਰ ਵੀ ਮੇਰਾ ਨਹੀਂ ਇੰਟਰਸਟ ਹੈਗਾ। ਚਲੋ ਇਵੈਂਚੁਅਲੀ ਅਸੀਂ ਇੱਥੇ ਆ ਗਏ, ਆਰਟਸ ਲੈ ਲਿਆ, ਉਹਦੇ 'ਚ ਮੇਰੇ ਇੰਟਰਸਟ ਦੇ ਸਬਜੈਕਟ ਸੀਗੇ, ਚਲੋ ਠੀਕ ਠਾਕ ਨੰਬਰ ਆ ਗਏ। ਫਿਰ ਗ੍ਰੈਜੂਏਸ਼ਨ ਜਿਹੜੀ ਸੀਗੀ ਮੇਰੀ ਉਹ ਜਰਨਲਿਜ਼ਮ ਦੀ ਸੀਗੀ, ਉਹ ਮੈਂ ਦਿੱਲੀ ਕੀਤੀ। ਫਿਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੁਣ ਜਿਵੇਂ ਆਮ ਘਰ ਦੇ ਬੱਚੇ ਹੁੰਦੇ ਵੀ ਨੌਕਰੀ ਨਹੀਂ ਸੀ ਮਿਲ ਰਹੀ, ਤਾਂ ਜੋ ਨੌਕਰੀ ਨਹੀਂ ਮਿਲ ਰਹੀ ਫਿਰ ਕੀ ਕੀਤਾ ਜਾਵੇ, ਚਲੋ ਫਿਰ PG ਕਰ ਲਓ। PG ਲਈ ਥੋੜ੍ਹੀ ਮਿਹਨਤ ਕੀਤੀ ਤਾਂ IIMC ਇੰਸਟੀਟਿਊਟ ਹੈ, ਉਹ ਬੇਸਿਕਲੀ ਗਵਰਨਮੈਂਟ ਦਾ ਹੀ ਹੈ, JNU ਕੈਂਪਸ 'ਚ ਬਣਿਆ ਹੋਇਆ। ਉੱਥੇ ਓਰੀਐਂਟੇਸ਼ਨ ਲੈਕਚਰ ਲਈ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਆਏ। ਮੈਂ ਗੱਲ ਕਰ ਰਿਹਾ 2009 ਦੀ। ਉਦੋਂ ਅਰਵਿੰਦ ਕੇਜਰੀਵਾਲ ਨੂੰ ਕੋਈ ਨਹੀਂ ਸੀ ਜਾਣਦਾ, ਦਿੱਲੀ ਦੇ ਕੁਛ ਲੋਕ ਜਾਣਦੇ ਹੁੰਦੇ ਸੀ। ਉਹ ਸਾਡਾ ਪਹਿਲਾ ਇੰਟਰੈਕਸ਼ਨ ਸੀ, ਮਤਲਬ ਅਸੀਂ ਬੜੇ ਇੰਪਰੈਸ ਹੋਏ ਸੀ ਵੀ ਮੁਹੱਲਾ ਸਭਾ ਹੋਊਗੀ, ਵੀ ਪੰਚਾਇਤਾਂ ਤੋਂ ਵੀ ਨਾ ਅਗਲੀ ਚੀਜ਼ ਹੈ ਵੀ ਪੰਚਾਇਤ ਵੀ ਵੱਡੀ ਯੂਨਿਟ ਹੋ ਗਿਆ, ਸ਼ਹਿਰਾਂ 'ਚ ਵਾਰਡ ਵੱਡਾ ਯੂਨਿਟ ਹੋ ਗਿਆ, ਅਸੀਂ ਮੁਹੱਲਿਆਂ ਦੀ ਸਭਾ ਦੀ ਕ੍ਰਾਂਤੀਕਾਰੀ ਹੈ ਜੀ ਇਹ ਤਾਂ ਚੀਜ਼, ਮਤਲਬ ਜਿਵੇਂ ਇਹਨਾਂ ਨੂੰ ਲੱਗਿਆ ਸੀ ਸਮਝੋ ਯਾਰ ਇਹ ਕ੍ਰਾਂਤੀ ਰਹਿ ਨਾ ਜਾਵੇ, ਅਸੀਂ ਜ਼ਰੂਰ ਹੋਈਏ ਇਹਦਾ ਪਾਰਟ। ਠੀਕ ਹੈ ਜੀ। ਫਿਰ 2010 ਮਤਲਬ 9 ਖਤਮ ਹੁੰਦਾ, 10 ਦੇ ਵਿੱਚ ਮੇਰੀ ਆ ਜਾਂਦੀ ਹੈ ਜੌਬ ਲੱਗ ਜਾਂਦੀ ਹੈ। ਆਲ ਇੰਡੀਆ ਰੇਡੀਓ ਦਾ ਨਿਊਜ਼ ਸਰਵਿਸ ਡਿਵੀਜ਼ਨ ਸੀਗਾ, ਉਹਦੇ 'ਚ ਮੈਂ ਪਾਰਲੀਮੈਂਟ ਕਵਰ ਕੀਤਾ। ਤਕਰੀਬਨ ਲੱਕੀ ਸੀਗਾ ਮੈਂ ਕਿ ਮੈਨੂੰ ਪਹਿਲਾ ਹੀ ਚਾਂਸ ਮਿਲ ਗਿਆ, ਮਤਲਬ ਪਹਿਲੇ ਸਾਲ 'ਚ ਤਾਂ ਮੈਂ 2-3 ਸਾਲ ਪਾਰਲੀਮੈਂਟ ਕਵਰ ਕੀਤੀ, 6 ਸੈਸ਼ਨ ਕਵਰ ਕੀਤੇ। ਹੁਣ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਕਿ ਜਿਹੜੇ ਹੁਣ ਪੋਲੀਟੀਕਲੀ ਬੜੀ ਵੱਖਰੀਆਂ ਥਾਵਾਂ 'ਤੇ ਬੈਠੇ ਆ, ਉਦੋਂ ਉਹਨਾਂ ਦਾ ਲੈਵਲ ਆ ਤੁਸੀਂ 12 ਸਾਲ ਦੀ ਪਹਿਲਾਂ ਦੀ ਗੱਲ ਹੋ ਗਈ ਨਾ, ਈਜ਼ੀਲੀ 12-13 ਸਾਲ ਹੋ ਗਏ। ਸੋ ਉਹਦੇ ਵਿੱਚ ਇਹ ਹੁੰਦਾ ਸੀ ਕਿਉਂਕਿ ਅਸੀਂ ਰੇਡੀਓ 'ਚ ਸੀਗੇ ਤਾਂ ਉਹ ਗਵਰਨਮੈਂਟ ਦਾ ਮਾਊਥ ਪੀਸ ਆ, ਉਹਨੇ ਕਿਸੇ ਹੋਰ ਐਂਟੀਟੀ ਨੂੰ ਜਗ੍ਹਾ ਦੇਣੀ ਨਹੀਂ ਹੈ, ਠੀਕ ਹੈ ਨਾ। ਸੋ ਬਟ ਸਾਨੂੰ ਕਵਰ ਕਰਨ ਲਈ ਸਭ ਕੁਝ ਮਿਲਦਾ ਸੀ। ਤਾਂ ਬੇਸਿਕਲੀ ਹੁਣ ਸਾਡਾ 'ਚ ਕੀ ਸੀ, ਦਿੱਲੀ 'ਚ ਨਾ ਸ਼ਾਸਤਰੀ ਭਵਨ,
ਉੱਥੇ ਡਿਫਰੈਂਟ ਜਿਹੜੀਆਂ ਤੁਹਾਡੇ ਯੂਨੀਅਨ ਗਵਰਨਮੈਂਟਸ ਹੈ ਉਹਨਾਂ ਦੇ ਡਿਪਾਰਟਮੈਂਟਸ ਨੇ, ਸਾਡਾ ਫ੍ਰੀ ਐਕਸੈਸ ਹੁੰਦਾ ਸੀਗਾ ਕਿਉਂਕਿ ਅਸੀਂ ਵੀ ਵਰ ਪਾਰਟ ਆਫ ਆਲ ਇੰਡੀਆ ਰੇਡੀਓ ਇਜ਼ ਪਾਰਟ ਆਫ DI ਮਤਲਬ DAVP ਐਂਡ ਤੁਹਾਡਾ PIB ਪ੍ਰਸਾਰ ਭਾਰਤੀ, ਤੁਹਾਡਾ ਆਈ ਕਾਰਡ ਸੇਮ ਬਣਦਾ। ਤਾਂ ਰੇਲ ਭਵਨ ਹੋ ਗਿਆ, ਸ਼ਾਸਤਰੀ ਭਵਨ ਹੋ ਗਿਆ, ਕ੍ਰਿਸ਼ੀ ਭਵਨ ਹੋ ਗਿਆ, ਵਿਗਿਆਨ ਭਵਨ ਹੋ ਗਿਆ, ਸਾਨੂੰ ਕਿਉਂਕਿ ਦੇਖੋ ਜਿਹੜਾ ਉੱਥੇ ਬਿਊਰੋਕਰੇਟ ਬੈਠਾ ਉਹਨੂੰ ਵੀ ਪਤਾ ਵੀ ਮੈਂ ਸੇਫ ਹੈ, ਵੀ ਜੇ ਮੁੰਡੇ ਨੂੰ ਪਤਾ ਲੱਗ ਵੀ ਗਿਆ ਇਹਨੇ ਕਿਹੜਾ ਖਬਰ ਲਾ ਦੇਣੀ ਹੈ। ਠੀਕ ਹੈ, ਸੋ ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਜਿਹੜੇ ਹੁਣ IMC ਤੋਂ ਨਿਕਲੇ ਸੀਗੇ ਵੀ ਜਿਹੜੇ ਉੱਥੇ ਪ੍ਰੈਸ ਰਿਲੀਜ਼ ਲਿਖ ਰਹੇ ਆ ਉਹ ਜਾਂ ਸਾਡਾ 2 ਸਾਲ ਸੀਨੀਅਰ ਸੀਗਾ ਜਾਂ ਸਾਡੇ ਬੈਚ ਦਾ ਹੁੰਦਾ ਸੀਗਾ ਮੁੰਡਾ, ਕਿਉਂਕਿ ਉਹ ਵੀ ਉੱਥੇ ਹੀ ਪਲੇਸ ਹੋ ਰਿਹਾ। ਸੋ ਉਹ ਬੜਾ ਕੋਜ਼ੀ এনवायरमेंट ਸੀ, ਬਟ ਉੱਥੋਂ ਐਕਸਪੋਜ਼ਰ ਇੰਨਾ ਮਿਲਿਆ ਕਿ ਇੰਨਾ ਕੁਝ ਪਤਾ ਲੱਗਿਆ ਕਿ ਯਾਰ ਇਹ ਪਾਲਿਸੀ ਮੇਕਿੰਗ ਕਿਵੇਂ ਬਣਦੀ ਹੈ। ਇਹ ਕਿ ਸਿੰਸ ਆਈ ਵਾਜ਼ ਮੇਰੀ ਇੱਕ ਮਤਲਬ ਮੈਂ ਪਿੰਡ ਵੀ ਦੇਖਿਆ, ਠੀਕ ਹੈ, ਕਿਉਂਕਿ ਦਾਦਕੇ ਜਿਹੜੇ ਆ ਨਾਨਕੇ ਜਿਹੜੇ ਆ ਉਹ ਸਾਡੇ ਪਿੰਡੂ ਇਲਾਕਿਆਂ 'ਚ ਨੇ। ਮੈਂ ਪੜ੍ਹਿਆ ਲੁਧਿਆਣੇ ਆ, ਬਟ ਪਿੰਡ ਆਈਦਾ ਜਾਈਦਾ ਸੀ ਮਹੀਨੇ 'ਚ 2-3 ਵਾਰੀ। ਉੱਥੋਂ ਹੀ ਐਕਸਪੈਕਟੇਸ਼ਨ ਸੀ, ਮੈਂ ਕਿਹਾ ਯਾਰ ਇੱਕ ਪਿੰਡ ਦਾ ਬੰਦਾ ਕਿਵੇਂ ਸੋਚਦਾ, ਇਹ ਜਿਹੜੇ ਪਾਰਲੀਮੈਂਟੇਰੀਅਨਸ ਹੈ ਇੱਥੇ ਆ ਕੇ ਕਿਵੇਂ ਬਿਹੇਵ ਕਰਦੇ ਆ, ਬਾਬੂ ਕਿਵੇਂ ਬਿਹੇਵ ਕਰ ਰਹੇ ਨੇ। ਸੋ ਉੱਥੇ ਬਟ ਇਹ ਸੀਗਾ ਵੀ 2-3 ਸਾਲ ਰਹਿ ਗਏ ਕਿਉਂਕਿ ਉਹ ਮਤਲਬ ਸਰਕਾਰੀ ਟਾਈਪ ਦੀ ਜੌਬ ਸੀਗੀ, ਉਹਦੇ ਵਿੱਚ ਐਕਸਪੋਜ਼ਰ ਖੁੱਲ੍ਹਾ ਸੀਗਾ, ਪੈਸੇ ਵੀ ਖੁੱਲ੍ਹੇ ਸੀਗੇ, ਬਟ ਉਹ 'ਚ ਇਹ ਸੀਗਾ ਵੀ ਬੰਦੇ ਦੇ ਅੰਦਰ ਸੀਗਾ ਯਾਰ ਲਿਖ ਤਾਂ ਸਕਦੇ ਨਹੀਂ ਯਾਰ, ਫਿਰ ਪੱਤਰਕਾਰੀ ਕਾਹਦੀ ਹੋਈ। ਸੋ ਉੱਥੇ ਫਿਰ ਪ੍ਰੈਸ਼ਰ ਵੀ ਸੀਗਾ ਕਿਉਂਕਿ ਮੇਰੇ ਦੋਨੋਂ ਗਵਰਨਮੈਂਟ ਉਹੀ ਹੈ ਵੀ ਮੇਰੇ ਦੋਨੋਂ ਪੇਰੈਂਟ ਜਿਹੜੇ ਉਹ ਗਵਰਨਮੈਂਟ EMPLOYEES ਦੇ ਵਾਂਟ ਕਿ ਯਾਰ ਮੁੰਡੇ ਨੂੰ ਲੈ ਦੇ ਕੇ ਸਰਕਾਰੀ ਜੌਬ ਮਿਲੇ ਤੂੰ ਕਿਉਂ ਛੱਡਦਾ। ਨਹੀਂ ਜੀ, ਉੱਥੇ ਫੇਰ ਸਾਡਾ ਹੋਇਆ ਕਿ ਮੈਂ ਤਾਂ ਛੱਡਣੀ ਹੈ ਜੀ, ਚਲੋ ਠੀਕ ਹੈ ਛੱਡਤੀ, ਫਿਰ ਛੱਡ ਤੇ ਦਿੱਤੀ ਬਟ ਕੋਈ ਨਵੀਂ ਜੌਬ ਸੀਗੀ ਨਹੀਂ। ਫਿਰ 2-3 ਮਹੀਨੇ ਵਿਹਲੇ ਰਹੇ, ਫਿਰ ਥੋੜ੍ਹਾ ਜਿਹਾ ਰਿਅਲਾਈਜੇਸ਼ਨ ਹੋਇਆ, ਫਿਰ ਇੱਕ ਅਖਬਾਰ 'ਚ ਜੌਬ ਲੱਗੀ, ਫਿਰ ਉਸ ਵਾਰ ਇੱਕ ਏਜੰਸੀ 'ਚ ਨਿਊਜ਼ ਏਜੰਸੀ 'ਚ ਆ ਗਏ, ਫਿਰ ਉਸ ਤੋਂ ਬਾਅਦ 5-6 ਸਾਲ ਇੱਦਾਂ ਹੀ ਰਹੇ। ਨਿਊਜ਼ ਏਜੰਸੀ 'ਚ ਵੀ ਮੈਂ ਦੁਬਾਰਾ ਪਾਰਲੀਮੈਂਟ ਕਵਰ ਕਰਨ ਲੱਗ ਗਿਆ। ਉਨੀ ਦੇਰ ਨੂੰ 16 ਆ ਗਿਆ, 16 'ਚ ਮੈਂ ਚੰਡੀਗੜ੍ਹ ਆ ਗਿਆ। ਚੰਡੀਗੜ੍ਹ 'ਚ ਵੀ ਇੱਥੇ 1-2 ਵੈਬ ਚੈਨਲ ਨੇ, ਉਹਨਾਂ ਨੂੰ ਸਟਾਰਟ ਕੀਤਾ, ਮੈਂ ਨਾਮ ਨਹੀਂ ਲੈਣਾ ਬਿਕੋਜ਼ ਫਿਰ ਉਹ ਹੋਰ ਪਾਸੇ ਗੱਲ ਜਾਂਦੀ। ਫਿਰ ਉਸ ਤੋਂ ਬਾਅਦ ਮੈਂ ਇਲੈਕਸ਼ਨ ਮੈਨੇਜਮੈਂਟ 'ਚ ਆ ਗਿਆ 2017 ਤੋਂ ਬਾਅਦ। ਫਿਰ ਇੱਥੇ ਕੰਪਨੀ ਹੈ ਡਿਜ਼ਾਈਨ ਬਾਕਸ, 2018 'ਚ ਉਹਨਾਂ ਨਾਲ ਐਸੋਸੀਏਟ ਹੋਇਆ, ਉੱਥੇ ਹੁਣ 6-7 ਸਾਲ ਹੋ ਗਏ। ਸੋ ਹੁਣ ਪਿਛਲੇ ਜਿਹੜੇ ਇਲੈਕਸ਼ਨਸ ਹੋਏ ਸੀਗੇ, ਸੋ ਆਈ ਵਰਕਡ ਮਤਲਬ BJP ਨੂੰ ਛੱਡ ਕੇ ਇੱਕ ਕੈਂਡੀਡੇਟ BJP ਦਾ ਸੀ ਜਿਹਦੇ ਨਾਲ ਮੇਰੇ ਪਰਸਨਲ ਰਿਲੇਸ਼ਨ ਸੀ ਬਹੁਤ ਪੁਰਾਣੇ। ਅਦਰਵਾਈਜ਼ ਆਈ ਵਰਕ ਫॉर ਕਾਂਗਰਸ, ਆਮ ਆਦਮੀ ਪਾਰਟੀ, ਸਾਰਿਆਂ ਨਾਲ ਕੰਮ ਕਰੀਦਾ। ਸਾਰਿਆਂ ਤੁਸੀਂ ਬਹੁਤ ਨੇੜਿਓਂ ਦੇਖਿਆ ਇਹਨਾਂ ਨੂੰ ਕਿ ਕਿੱਦਾਂ ਕੰਮ ਕਰਦੇ ਦੇਖਿਆ ਬਾਈ ਜੀ। ਤੁਸੀਂ ਇੱਕ ਨਾ ਬੜੀ ਵਧੀਆ ਗੱਲ ਕੀਤੀ, ਮੈਂ ਵੀ ਜਾਣਨਾ ਚਾਹੁੰਦਾ, ਕਈ ਲੋਕ ਵੀ ਜਾਣਨਾ ਚਾਹੁੰਦੇ ਆ ਕਿ ਪਿੰਡ 'ਚ ਬੈਠਾ ਬੰਦਾ ਕਿਵੇਂ ਸੋਚ ਰਿਹਾ ਤੇ ਇੱਕ ਬਿਊਰੋਕਰੇਟ ਕਿਵੇਂ ਸੋਚ ਰਿਹਾ ਜਿਹੜਾ ਪੰਜਾਬ ਵਿਧਾਨ ਸਭਾ ਦੇ ਕੋਲ ਬੈਠਾ ਹੈ ਜਾਂ ਪਾਰਲੀਮੈਂਟ 'ਚ ਬੈਠਾ ਹੈ, ਦੋਨੋਂ ਉੱਪਰ ਨੀਚੇ ਵਾਲੇ ਬਿਊਰੋਕਰੇਟ, ਮਤਲਬ ਉਹਨਾਂ ਦਾ ਥਾਟ ਪ੍ਰੋਸੈਸ ਕੀ ਹੈ ਉਹਨਾਂ ਦਾ। ਉਹਦੇ 'ਚ ਇਹ ਹੈ ਦੇਖੋ, ਹਾਂ ਇਹ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਦਿੱਲੀ 'ਚ ਜਿਹੜੇ ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਦੇਖਿਆ ਲੋਕਾਂ ਦੇ ਵਿੱਚ ਨਾ ਇਸੇ ਕਰਕੇ ਥੋੜਾ ਜਿਹਾ ਇਨਸਿਕਿਉਰਿਟੀ ਵੱਧ ਹੈ ਕਿ ਜੋ ਬਾਬੂਸ ਲਾਅ ਲੈ ਕੇ ਆਉਂਦੇ ਨੇ ਜਾਂ ਅਸੀਂ ਦੇਖਦੇ ਜਿੱਦਾਂ ਹੁਣ ਹਰ ਕੋਈ ਲਾਅ ਗਵਰਨਮੈਂਟ ਲੈ ਕੇ ਆ ਰਹੀ ਹੈ ਤੇ ਧਰਨੇ ਲੋਕ ਕਰਦੇ ਨੇ, ਉਹਨਾਂ ਨੂੰ ਵਿਰੋਧ ਕਰਦੇ ਨੇ। ਵਿਰੋਧ ਹੋਣ ਦਾ ਕਾਰਨ ਹੀ ਇਹ ਹੈ ਕਿ ਉਹਨਾਂ ਦਾ ਟਰਸਟ ਨਹੀਂ ਬਿਲਡ ਹੋ ਪਾ ਰਿਹਾ ਕਿ ਯਾਰ ਇਹ ਸਾਡੀ ਗੱਲ ਤਾਂ ਸਮਝਦੇ ਨਹੀਂ ਹੈਗੇ। ਤੁਹਾਨੂੰ ਲੱਗਦਾ ਹੈ ਕਿ ਹਕੀਕਤ 'ਚ ਉਹ ਸਮਝਦੇ ਨਹੀਂ? ਬਿਲਕੁਲ ਹਕੀਕਤ ਹੈ, ਇਸ ਕਰਕੇ ਦੇਖੋ ਡਿਸਕਨੈਕਟ ਤਾਂ ਹੈ, ਉਹਦਾ ਰੀਜ਼ਨ ਹੈ। ਹੁਣ ਮੈਂ ਤੁਹਾਨੂੰ ਫੂਡ ਸਿਕਿਉਰਿਟੀ ਬਿੱਲ ਆਇਆ ਸੀ ਇਸ ਦੇਸ਼ 'ਚ, ਹਾਂ, ਕਿ ਔਰ ਉਹਨੂੰ ਆਏ ਨੂੰ ਵੀ ਹੁਣ 10 ਸਾਲ ਤੋਂ ਉੱਪਰ ਤਕਰੀਬਨ 10 ਸਾਲ ਤੇ ਹੋਈ। ਜਦੋਂ ਉਹ ਬਿੱਲ ਬਣ ਰਿਹਾ ਸੀਗਾ ਉਹਦੀ ਚਲੋ ਮੈਂ ਤੁਹਾਨੂੰ ਇੱਕ ਡਿਸਕਸ਼ਨ ਦੱਸਦਾ। ਮੌਂਟੇਕ ਸਿੰਘ ਆਹਲੂਵਾਲੀਆ ਇਸ ਦੇਸ਼ ਦੇ ਪਲੈਨਿੰਗ ਕਮਿਸ਼ਨ ਦੇ ਚੇਅਰਪਰਸਨ ਹੁੰਦੇ ਸੀ, ਡੈਪੂਟੀ ਚੇਅਰਪਰਸਨ PM ਸੀ। ਸੋ ਉੱਥੇ ਇੱਕ ਡਿਸਕਸ਼ਨ ਚੱਲ ਰਹੀ ਸੀ ਕਿ ਯਾਰ ਅਸੀਂ ਲੋਕਾਂ ਨੂੰ ਨਾ ਫੂਡ ਦੇਣ ਦੀ ਬਜਾਏ ਪੈਸੇ ਦੇ ਦਈਏ। ਉਹਦਾ ਰੀਜ਼ਨ ਇਹ ਸੀਗਾ ਕਿ ਬਿਊਰੋਕਰੇਟਸ ਇਹ ਮੰਨਣਾ ਸੀ ਕਿ ਤੁਸੀਂ ਜੇ ਅਸੀਂ ਫੂਡ ਦੇਣਾ ਤਾਂ ਤੁਹਾਨੂੰ ਪੂਰੀ ਫੂਡ ਚੇਨ ਮੇਨਟੇਨ ਕਰਨੀ ਪੈਣੀ ਹੈ, ਤੁਹਾਨੂੰ ਜਿਹੜੇ ਸਟਾਕਸ ਨੇ ਉਹ ਵੀ ਮੇਨਟੇਨ ਕਰਨੇ ਪੈਣਗੇ, ਤੁਹਾਨੂੰ ਜਿਹੜੇ ਤੁਸੀਂ ਵੇਅਰ ਹਾਊਸਿਸ ਬਣਾਉਣੇ ਆ ਉਹ ਵੀ ਮੇਨਟੇਨ ਕਰਨੇ ਪੈਣਗੇ। ਬਿਕੋਜ਼ ਇਫ ਯੂ ਆਰ ਕਮਿੰਗ ਵਿਦ ਅ ਫੂਡ ਸਿਕਿਉਰਿਟੀ ਬਿੱਲ ਵਿਚ ਮੇਕਸ ਅਵੇਲੇਬਿਲਿਟੀ ਫੂਡ ਅ ਫੰਡਾਮੈਂਟਲ ਲਾਅ, ਸੋ ਤੁਸੀਂ ਬਹੁਤ ਵੱਡੀ ਚੀਜ਼ ਕਰ ਰਹੇ ਹੋ। ਦੇਖੋ ਜੇ ਤੁਸੀਂ ਟੈਕਨੀਕਲੀ ਦੇਖਿਆ ਜਾਵੇ ਇਟ ਵਾਜ਼ ਅ ਰੈਵੋਲੂਸ਼ਨਰੀ ਸਟੈਪ ਕਿ ਤੁਸੀਂ ਇਸ ਮੁਲਕ 'ਚ ਕੋਈ ਬੰਦਾ ਭੁੱਖਾ ਨਾ ਮਰੇ, ਤੁਸੀਂ ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਇੱਕ ਲਾਅ ਲੈ ਕੇ ਆ ਰਹੇ ਹੋ। ਕੋਈ ਵੀ ਬੰਦਾ ਇਸ ਜਿਹਨੂੰ ਰੋਟੀ ਨਹੀਂ ਮਿਲਦੀ ਹੈ ਉਹ ਸਿੱਧਾ ਸਰਕਾਰ ਦੇ ਖਿਲਾਫ ਕੋਰਟ 'ਚ ਜਾ ਸਕਦਾ। ਸੋ ਉਸ ਚੀਜ਼ ਨੂੰ ਮੇਨਟੇਨ ਕਰਨ ਲਈ ਸਰਕਾਰ ਦਾ ਜ਼ਿਆਦਾ ਖਰਚਾ ਹੁੰਦਾ। ਸੋ ਉਸ ਚੀਜ਼ 'ਤੇ ਡਿਸਕਸ਼ਨ ਚੱਲ ਰਹੀ ਸੀ। ਸੋ ਹੁਣ ਮੈਂ ਕਿਉਂਕਿ ਪਿੰਡ ਤੋਂ ਗਿਆ ਸੀ ਤਾਂ ਮੈਂ ਲੋਕਾਂ ਨੂੰ ਫੂਡ ਲਈ ਸਟਰਗਲ ਕਰਦੇ ਹੋਏ ਦੇਖਿਆ ਸੀ, ਪਰ ਮੈਂ ਇਹ ਵੀ ਦੇਖਿਆ ਸੀ ਕਿ ਜੇ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓਗੇ ਤਾਂ ਬਈ ਜ਼ਰੂਰੀ ਨਹੀਂ ਕਿ ਜੇ ਤੁਸੀਂ ਉਹਨੂੰ ਫੂਡ ਖਰੀਦਣ ਲਈ ਪੈਸੇ ਦੇ ਦਿਓ ਉਹਨਾਂ ਫੂਡ ਹੀ ਖਰੀਦੇਗਾ। ਹੋ ਸਕਦਾ ਉਹ ਦਾਰੂ ਲੈ ਲੇ, ਹੋ ਸਕਦਾ ਉਹ ਕੋਈ ਹੋਰ ਪਾਸੇ ਉਹਦਾ ਪੈਸਾ ਯੂਜ਼ ਹੋ ਜੇ, ਉਹ ਗੈਂਬਲਿੰਗ 'ਚ ਯੂਜ਼ ਕਰ ਲੇ, ਸੱਟੇ ਬਾਜ਼ਾਰ 'ਚ ਪਾ ਦੇ ਜਾਂ ਕਿਸੇ ਹੋਰ ਪਾਸੇ ਉਹ ਪੈਸਾ ਖਰਚ ਕਰ ਦੇ। ਉਹ ਜ਼ਰੂਰੀ ਨਹੀਂ ਹੈ, ਪਰ ਆ ਲੱਗੇ ਤੁਸੀਂ ਉਹਨੂੰ
ਆਪਣੇ ਵੱਲੋਂ ਪੱਲਾ ਝਾੜ ਲਿਆ ਕਿ ਅਸੀਂ ਤਾਂ ਬਾਈ ਜੀ ਤੁਹਾਨੂੰ ਫੂਡ ਦੇ ਪੈਸੇ ਦੇਤੇ ਤੇ ਹੁਣ ਸਰਕਾਰ ਫ੍ਰੀ ਹੈ। ਸੋ ਉਹਦੇ ਲਈ ਇੱਕ ਸਟਰਗਲ ਹੋਈ ਬਾਕਾਇਦਾ ਕਿ ਜੇ ਅਸੀਂ ਫੂਡ ਸਿਕਿਉਰਿਟੀ ਬਿੱਲ ਲੈ ਕੇ ਨਾ, ਫੂਡ ਮੀਨਸ ਫੂਡ, ਕਿ ਉਸ ਤੋਂ ਬਾਅਦ ਪੰਜਾਬ 'ਚ ਆਟਾ ਦਾਲ ਸਕੀਮ ਤਕਰੀਬਨ ਉਹਦੇ ਆਸ-ਪਾਸ ਦੇ ਟਾਈਮ 'ਚ। ਹੁਣ ਪੰਜਾਬ 'ਚ ਕਿਉਂਕਿ ਫੂਡ ਪ੍ਰੋਡਕਸ਼ਨ ਠੀਕ ਹੈ ਬਾਕੀ ਮੁਲਕ ਦੇ ਮੁਕਾਬਲੇ, ਉੱਥੇ ਇੰਨੀ ਨਹੀਂ ਹੋ ਰਹੀ, ਤਾਂ ਇੱਥੇ ਇਹਨੂੰ ਆਟੇ 'ਚ ਆ ਉਹਦਾ ਜਿਹੜੀ ਕੁਆਲਿਟੀ ਆਫ ਵੀਟ ਸੀਗਾ ਉਹ ਵੀ ਬੈਟਰ ਸੀਗਾ। ਸੋ ਉਹ ਚੀਜ਼ ਵੀ ਅਸੀਂ ਇੱਥੇ ਆ ਕੇ ਵੀ ਦੇਖੀ। ਮਨਪ੍ਰੀਤ, ਜੇ ਤੁਹਾਨੂੰ ਯਾਦ ਹੋਵੇ, ਮਨਪ੍ਰੀਤ ਨੇ 2010 'ਚ ਅੱਡ ਹੋਏ ਇੱਥੋਂ ਅਕਾਲੀ ਦਲ ਤੋਂ, ਕਿ ਉਦੋਂ ਗੱਲ ਆਈ ਸੀਗੀ ਕਿ ਅਸੀਂ ਪੰਜਾਬ ਦਾ ਕਰਜ਼ਾ ਮਾਫ ਕਰ। ਉਹ ਬੇਸਿਕਲੀ ਇਹ ਸੀਗਾ ਕਿ ਇੰਡੀਆ ਰਿਸੈਸ਼ਨ ਤੇ ਉਹਨਾਂ ਪ੍ਰਭਾਵ ਪਿਆ ਨਹੀਂ ਸੀ, ਇਹ ਵੀ 9-10 ਦੀ ਹੀ ਗੱਲ ਹੈ ਤਕਰੀਬਨ, ਤੇ ਵਰਲਡ ਬੈਂਕ ਇੰਡੀਆ ਨੂੰ ਪੈਸੇ ਦੇਣ ਲਈ ਤਿਆਰ ਵੀ ਬੈਠਾ ਸੀਗਾ। ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਤੁਸੀਂ ਫ੍ਰੀ ਸਬਸਿਡੀਜ਼ ਦੇ ਰਹੇ ਹੋ ਨਾ, ਫ੍ਰੀ ਬੀਸ, ਤੁਸੀਂ ਸਾਡੇ ਤੋਂ ਪੈਸਾ ਲੈ ਕੇ ਫ੍ਰੀ ਨਾ ਵੰਡੋ, ਕੰਸਟਰਕਟਿਵ ਚੀਜ਼ ਕਰੋ, ਤੇ ਅਸੀਂ ਜਿਹੜੇ ਤੁਹਾਡੇ ਪੁਰਾਣੇ ਕਰਜ਼ੇ ਆ ਅਸੀਂ ਉਹਨੂੰ ਐਡਜਸਟ ਕਰਕੇ ਮਾਫ ਕਰ ਦਿਆਂਗੇ ਇੱਕ ਤਰੀਕੇ ਨਾਲ। ਸੋ ਉਸ ਚੀਜ਼ ਦਾ ਵੀ ਦੇਖਿਆ ਕਿ ਯਾਰ ਪੰਜਾਬ 'ਚ ਜਿਹੜਾ ਛੋਟਾ ਕਿਸਾਨ ਹੈ ਉਹਦੀ ਗਿਣਤੀ ਜ਼ਿਆਦਾ ਹੈ, ਠੀਕ ਹੈ, ਬਟ ਉਹਨੂੰ ਫਾਇਦਾ ਨਹੀਂ ਹੋ ਰਿਹਾ। ਜਿਹੜਾ ਵੱਡਾ ਕਿਸਾਨ ਹੈ ਜਿਹਦੀ ਗਿਣਤੀ ਘੱਟ ਹੈ ਉਹਨੂੰ ਫਾਇਦਾ ਜ਼ਿਆਦਾ ਹੋ ਰਿਹਾ। ਸੋ ਉਸ ਚੀਜ਼ ਤੇ ਵੀ ਬਕਾਇਦਾ ਉਸ ਟਾਈਮ ਤੇ ਪੋਲੀਟੀਕਲੀ ਕਿੱਦਾਂ ਵਿਰੋਧ ਹੋਇਆ, ਥੱਲੜੇ ਲੈਵਲ ਦੇ ਲੋਕੀ ਕਿਵੇਂ ਰਿਐਕਟ ਕਰ ਰਹੇ ਆ, ਉੱਪਰ ਪੋਲੀਟੀਸ਼ੀਅਨਸ ਕਿੱਦਾਂ ਰਿਐਕਟ ਕਰ ਰਹੇ ਆ, ਪਾਰਲੀਮੈਂਟ 'ਚ ਗੱਲਾਂ ਕਿੱਦਾਂ ਹੋ ਰਹੀਆਂ, ਵੱਡੇ ਵੱਡੇ ਪੋਲੀਟੀਸ਼ੀਅਨ ਜਿਹੜੇ ਅੱਜ ਬੈਠੇ ਨੇ ਉਹਨਾਂ 'ਚ ਕਈ MP ਹੁੰਦੇ ਸੀ ਉਦੋਂ, ਉਹ ਕਿਸ ਤਰੀਕੇ ਨਾਲ ਬਿਹੇਵ ਕਰ ਰਹੇ। ਸੋ ਉਹ ਸਾਰੀਆਂ ਗੱਲਾਂ ਸੀਗੀਆਂ। ਸੋ ਉਹੀ ਗੱਲਾਂ ਨਾ, ਉਹ ਸਾਰੀਆਂ ਜਮ੍ਹਾਂ ਹੁੰਦੀਆਂ ਗਈਆਂ ਤੇ ਕਿਤਾਬ ਇਵੈਂਚੁਅਲੀ ਆਈ ਕਿ ਜਦੋਂ ਬੰਦਾ ਰਫ ਨੋਟ ਕਰਨੇ ਸਟਾਰਟ ਕਰਦੇ, ਇੱਕ ਟਾਈਮ ਹੁੰਦਾ ਕਿ ਮੇਨ ਨੋਟਸ ਨਾਲੋਂ ਬੰਦੇ ਦੇ ਰਫ ਨੋਟਸ ਜ਼ਿਆਦਾ ਹੋ ਜਾਂਦੇ ਆ। ਸੋ ਦੈਟ ਇਜ਼ ਹਾਊ ਇਟ ਹੈਪਨ। ਇੱਕ ਨਾ ਤੁਹਾਨੂੰ ਪਰਸਨਲ ਕੁਐਸਚਨ ਪੁੱਛਦਾ ਕਿ ਆਪਣੇ ਕੋਲ ਕਾਫੀ ਪੋਲੀਟੀਕਲ ਪਾਰਟੀਆਂ ਨੇ, ਤੁਹਾਡੀ ਪਰਸਨਲ ਫੇਵਰਿਟ ਕਿਹੜੀ ਅਗਰ ਤੁਸੀਂ ਦੱਸਣਾ ਚਾਹੋ? ਮੇਰੀ ਕੋਈ ਫੇਵਰਿਟ ਨਹੀਂ, ਉਹਦਾ ਮੈਂ ਤੁਹਾਨੂੰ ਉਹਦਾ ਰੀਜ਼ਨ ਦੱਸਦਾ, ਕਿਉਂਕਿ ਦੇਖੋ ਮੈਂ ਹਰੇਕ ਨਾਲ ਕੰਮ ਕੀਤਾ, ਠੀਕ ਹੈ। ਬੀਇੰਗ ਅ ਜਰਨਲਿਸਟ ਮੈਂ ਕਾਂਗਰਸ ਪਾਰਟੀ ਨੂੰ 9 ਸਾਲ ਕਵਰ ਕੀਤਾ, AICC ਹੈਡਕੁਆਟਰਸ ਬੈਠੇ, ਠੀਕ ਹੈ। ਇਹਨਾਂ ਦੇ ਜਿੰਨੇ ਵੱਡੇ MP ਨੇ ਜਾਂ ਉਹ ਨੇ, ਉਹਨਾਂ ਨੂੰ ਮੈਂ ਦੇਖਿਆ ਹੈ ਕਿ ਉਹ ਕਿਵੇਂ ਪਰਫਾਰਮ ਕਰਦੇ, ਕਿਵੇਂ ਉਹ ਚੁਣ ਕੇ ਆਉਂਦੇ, ਕਿਵੇਂ ਉਹ ਕੈਂਪੇਨ ਕਰਦੇ। BJP ਨੂੰ ਵੀ ਮੈਂ ਕਵਰ ਕੀਤਾ, ਮੈਨੂੰ ਇਹ ਵੀ ਪਤਾ ਵੀ ਪੰਜਾਬ BJP ਦੀ ਸੈਂਟਰ BJP ਨਾਲ ਕਿੰਨੀ ਮਤਲਬ ਉਹ ਕਿੰਨੀ ਇੰਪੋਰਟੈਂਸ ਦਿੰਦੇ ਆ, ਠੀਕ ਹੈ, ਬਿਕੋਜ਼ ਉਹ ਤੁਹਾਡੇ ਸੀਟਾਂ ਹੀ 13 ਨੇ ਯਾਰ। BJP ਤਾਂ 3 ਲੜਦੀ ਸੀ, ਉਹ ਤੁਹਾਨੂੰ ਕਿਉਂ ਯਾਰ ਇੰਨੀ ਇੰਪੋਰਟੈਂਸ ਦੇਣਗੇ? ਪਹਿਲਾਂ ਜਿਹੜੀ 80 ਸੀਟ ਵਾਲੀ ਹੈ ਉੱਥੇ ਜ਼ਿਆਦਾ ਇੰਪੋਰਟੈਂਸ ਮਿਲਦੀ। ਸੇਮ ਚੀਜ਼ ਕਾਂਗਰਸ ਨਾਲ ਵੀ ਹੈ ਵੀ ਪੰਜਾਬ ਕਾਂਗਰਸ ਤੁਹਾਡੇ 13 ਲੋਕ ਸਭਾ ਸੀਟਾਂ ਨੇ, ਸੋ ਯੂ ਵਿਲ ਟੌਪ 10 ਤਾਂ ਤੁਸੀਂ ਹੈ ਨਹੀਂ ਬਾਈ ਜੀ। UPA ਨੇ ਤੁਹਾਨੂੰ 4 ਮੰਤਰੀ ਦਿੱਤੇ ਸੀ, ਦੈਟ ਵਾਜ਼ ਅ ਡਿਫਰੈਂਟ ਮੈਟਰ। ਇੱਥੋਂ ਅਰੁਣ ਜੇਟਲੀ ਤੁਸੀਂ ਹਰਾਤਾ, ਡਿਸਪਾਈਟ ਦੈਟ ਹੀ ਬਿਕੇਮ ਅ ਫਾਈਨੈਂਸ ਮਿਨਿਸਟਰ। ਉਸ ਤੋਂ ਬਾਅਦ ਪੰਜਾਬ ਨੂੰ ਉਸ ਪੈਕੇਜ ਮਿਲਿਆ ਨਹੀਂ ਮਿਲਿਆ, ਦੈਟ ਇਜ਼ ਅ ਡਿਫਰੈਂਟ ਸਟੋਰੀ ਆਲ ਟੂਗੇਦਰ। ਬਟ ਦ ਪੁਆਇੰਟ ਇਜ਼ ਕਿ ਅਸੀਂ ਆਪਣੇ ਆਪ ਨੂੰ ਓਵਰ ਵੈਲਿਊ ਕਰ ਲਓ ਯਾਰ, ਓਵਰ ਐਸਟੀਮੇਸ਼ਨ ਕਰ ਲੈਂਦੇ ਆਪਣੀ ਪਾਵਰ ਨੂੰ। ਸੋ ਮੈਂ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ, ਮੈਨੂੰ ਪਤਾ ਅਰਵਿੰਦ ਕੇਜਰੀਵਾਲ ਸਾਹਿਬ ਨਾਲ, ਚਲੋ ਤੁਸੀਂ ਪੁੱਛਿਆ ਤਾਂ ਮੈਂ ਦੱਸ ਦਿੰਦਾ। ਮੁਹੱਲਾ ਸਭਾ ਇਹਨਾਂ ਦਾ ਜਿਹੜਾ ਕਨਸੈਪਟ ਸੀਗਾ, ਦਿੱਲੀ 'ਚ ਨਾ 6 ਵਾਰਡ ਸੀਗੇ ਜਿਨ੍ਹਾਂ ਦੇ ਕਾਉਂਸਲਰ ਮੰਨੇ ਕਿ ਯਾਰ ਅਸੀਂ ਮੁਹੱਲਾ ਸਭਾ ਦਾ ਕਨਸੈਪਟ ਨਾ ਐਗਜ਼ੀਕਿਊਟ ਕਰਾਂਗੇ, ਠੀਕ ਹੈ। ਉਹ ਕਿਹੜੀ ਸਰਕਾਰ ਦੇ ਸੀਗੇ? ਉਹ ਉਦੋਂ 13 ਵਾਲੇ ਇਲੈਕਸ਼ਨ ਹੋਏ ਨਹੀਂ ਸੀਗੇ ਉਦੋਂ, ਕਾਂਗਰਸ ਦੇ ਮੋਸਟ ਪ੍ਰੋਬੇਬਲੀ ਨਹੀਂ, ਉਹ 'ਚ 2 ਇੰਡੀਪੈਂਡੈਂਟ ਸੀਗੇ ਤੇ 4 BJP ਦੇ ਸੀਗੇ। ਅੱਛਾ, ਠੀਕ ਹੈ। ਸੋ ਉਹ 'ਚ ਬਿੰਨੀ ਹੁੰਦਾ ਸੀਗਾ, ਸਭ ਤੋਂ ਪਹਿਲਾਂ ਉਹ ਸੀ, ਤੇ ਫਿਰ ਇੱਕ ਸਵਿਤਾ ਵਿਹਾਰ ਉੱਥੋਂ ਦਾ ਇਲਾਕਾ, ਇੱਕ ਬੀਬੀ ਬਜ਼ੁਰਗ ਸੀਗੀ ਉਹ ਉੱਥੋਂ ਦੀ ਸੀਗੀ, ਤੇ 4 ਹੋਰ ਸੀਗੇ BJP ਵਾਲੇ। ਉਹਨਾਂ 'ਚੋਂ ਇੱਕ ਬਾਅਦ 'ਚ OP ਸ਼ਰਮਾ ਸੀ ਜਿਹੜਾ ਬਾਅਦ 'ਚ MLA ਵੀ ਬਣੇ, ਉਹ ਸੀਗੇ। ਉਹਨਾਂ 4 ਚੋਂ 6 ਚੋਂ 4 ਹਾਰ ਗਏ, 2 ਹੀ ਜਿੱਤੇ। ਬਿੰਨੀ ਜਿੱਤਿਆ ਤੇ ਉਹ ਸਵਿਤਾ ਵਿਹਾਰ ਵਾਲੀ ਬਜ਼ੁਰਗ ਬੀਬੀ ਜਿੱਤੀ, ਜਿਹਦੀ ਜਿੱਤਣ ਤੋਂ ਥੋੜੀ ਦੇਰ ਬਾਅਦ ਜਿਹਦੀ ਡੈਥ ਹੋ ਗਈ ਸੀ। ਸੋ ਹੁਣ ਉੱਥੇ ਕੀ ਸੀਗਾ ਕਿ ਉਹ ਕਨਸੈਪਟ ਕੀ ਸੀਗਾ ਕਿ ਇਹਨਾਂ ਨੇ ਜਿਸ ਤਰੀਕੇ ਨਾਲ ਉਹਨੂੰ ਡੱਬ ਕੀਤਾ ਕਿ ਭਾਈ ਜੇ ਸੜਕ ਬਣਾਉਣੀ ਅਸੀਂ ਪੂਰੀ ਨਾ ਬਣਾਈਏ, ਮੁਹੱਲੇ ਵਾਲੇ ਪਰਚੀਆਂ ਪਾਇਆ ਕਰਨ ਤੇ ਫਲਾਣਾ ਢਮਕਾਣਾ ਆਪਸ ਡਿਸਕਸ਼ਨ ਹੋਵੇ। ਜੋ ਗ੍ਰਾਮ ਸਭਾ ਦਾ ਕਨਸੈਪਟ ਹੈ ਬੇਸਿਕਲੀ ਉਸੇ ਤਰੀਕੇ ਨਾਲ ਮੁਹੱਲਾ ਸਭਾ ਮਤਲਬ ਆਪਰੇਟ ਕਰੇ, ਬਟ ਉਹ ਚੀਜ਼ ਆਪਰੇਟ ਹੋਈ ਨਹੀਂ। ਇਹ ਇਵੈਂਚੁਅਲੀ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਵੀ ਇਹ ਚੀਜ਼ ਰਿਅਲਾਈਜ਼ ਕੀਤੀ ਕਿ ਬਾਈ ਜੀ ਇਹ ਤਾਂ ਕਾਵਾਂ ਵਾਲੀ ਪੰਚਾਇਤ ਵਾਲੀ ਗੱਲ ਹੋ ਜਾਣੀ। ਜਦੋਂ 5-7 ਬੰਦੇ ਬੈਠਣ, ਉਹ ਆਪਸ ਵਿੱਚ ਡਿਸਕਸ਼ਨ ਕਰਨ, ਤਾਂ ਫਿਰ ਤਾਂ ਤੁਸੀਂ ਕਿਸੇ ਡਿਸੀਜਨ 'ਤੇ ਪਹੁੰਚ ਸਕਦੇ ਹੋ। ਜਦੋਂ ਤੁਸੀਂ 100-150 ਬੰਦਾ ਇਕੱਠਾ ਕਰ ਲਓ, ਉਹਦੇ 'ਚੋਂ ਕੁਛ ਘੜਾਮ ਚੌਧਰੀ ਵੀ ਬੈਠੇ ਹੋਣ, ਤਾਂ ਉਹ ਤਾਂ ਤੁਹਾਨੂੰ ਕਿਸੇ ਪਾਸੇ ਪਹੁੰਚਣ ਹੀ ਨਹੀਂ ਦੇਣਗੇ, ਠੀਕ ਹੈ ਨਾ। ਇੱਕ ਪਾਸੇ ਨਾਰਾਜ਼ ਹੋ ਜਾਓ, ਦੂਸਰੇ ਪਾਸੇ ਨਾਰਾਜ਼ ਹੋ ਜਾਓ। ਸੋ ਉਹਦੇ ਕਰਕੇ ਹੀ ਹੁਣ ਜਦੋਂ ਇਹੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪ ਆ ਕੇ ਵੀ ਸਵਰਾਜ ਜਾਂ ਮੁਹੱਲਾ ਸਭਾ ਦਾ ਕਨਸੈਪਟ ਐਗਜ਼ੀਕਿਊਟ ਨਹੀਂ ਕੀਤਾ। ਇਹਨਾਂ ਨੇ ਸਵਰਾਜ ਵਾਲੀ ਕਿਤਾਬ ਜ਼ਰੂਰ ਲਿਖੀ ਸੀ, 70 ਪੇਜ ਦੀ ਹੈ ਜਿਹੜੀ,
ਉਹ ਵੀ ਬੇਸਿਕਲੀ ਗਾਂਧੀ ਦੇ ਪ੍ਰੀਐਂਬਲ ਤੋਂ ਤੇ ਇੱਧਰ ਉੱਧਰੋਂ ਕੱਟ ਕਟਾ ਕੇ ਥੋੜਾ ਜਿਹਾ ਮਤਲਬ 70 ਪੇਜ ਆਪਾਂ ਕੱਢਤੇ ਕਿਸੇ ਤਰੀਕੇ ਨਾਲ, ਜਿਹਨੂੰ ਆਪਾਂ ਕਹੀਏ, ਠੀਕ ਹੈ। ਸੋ ਜਦੋਂ ਇਹਨਾਂ ਦੀ ਸਰਕਾਰ ਆ ਗਈ, ਹੁਣ ਤਾਂ ਤੀਜੀ ਵਾਰੀ ਸਰਕਾਰ ਆ ਗਈ, ਹੁਣ ਵੀ ਕੋਈ ਮੁਹੱਲਾ ਸਭਾ ਕਨਸੈਪਟ ਜਿਹੜਾ ਹੈ ਉਹ ਦਿੱਲੀ 'ਚ ਐਗਜ਼ੀਕਿਊਟ ਥੋੜੇ ਹੋ ਰਿਹਾ, ਨਾ ਉੱਥੇ ਹੋ ਰਿਹਾ ਨਾ ਪੰਜਾਬ 'ਚ ਹੋ ਰਿਹਾ। ਸੋ ਇਹਨਾਂ ਨੇ ਸਿਰਫ, ਹੁਣ ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਮੁਹੱਲਾ ਸਭਾ ਦਾ ਕਨਸੈਪਟ ਆਇਆ ਸੀਗਾ ਤੇ ਜਾਵੇਦ ਅਖਤਰ ਨੇ ਇੱਕ ਵਾਰ ਇਹਨਾਂ ਦਾ ਪੇਚਾ ਪਿਆ ਸੀਗਾ, ਠੀਕ ਹੈ, ਔਰ ਉਹ ਦਿੱਲੀ 'ਚ ਆਰਟਸ ਤੱਕ ਦਾ ਪਲੇਟਫਾਰਮ ਸੀਗਾ। ਸੋ ਅਸੀਂ ਉੱਥੇ ਬੈਠੇ ਸੀ, ਅਸੀਂ ਦੇਖ ਰਹੇ ਸੀ ਯਾਰ ਕਿਵੇਂ ਆਪਸ ਮਤਲਬ ਬਹਿਸ ਕਰ ਰਹੇ। ਜਾਵੇਦ ਅਖਤਰ ਉਹ ਆਡੀਅנס ਬੈਠੇ ਸੀ, ਅਰਵਿੰਦ ਕੇਜਰੀਵਾਲ ਵਾਸ ਸਿਟਿੰਗ ਔਨ ਦ ਡਾਇਸ। ਉਦੋਂ ਸਾਨੂੰ ਲੱਗਿਆ ਯਾਰ ਇਹ ਬੰਦਾ ਕ੍ਰਾਂਤੀ ਲਿਆ ਰਿਹਾ, ਦੇਖੋ ਜਿੰਨੇ ਐਸਟੈਬਲਿਸ਼ਮੈਂਟ ਦੇ ਬੰਦੇ ਨੇ ਨਾ ਸਾਰੇ ਇਹਨੂੰ ਉੜੀਕਾ ਲਾ ਰਹੇ। ਉਹ ਹੌਲੀ ਹੌਲੀ ਹੁੰਦਾ ਨਾ, ਉਹ ਰੀਅਲਾਈਜੇਸ਼ਨ ਹੁੰਦਾ। ਤੁਸੀਂ ਜੇ ਆਪਣੀ ਪ੍ਰੋਬਲਮ ਕੀ ਹੈ, ਆਪਣੇ ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਹੈ। ਤੁਸੀਂ 10 ਸਾਲ ਪਿੱਛੇ ਜਾਓ, ਜਦੋਂ ਸਿਵਲ ਸੁਸਾਇਟੀ ਨੂੰ ਇਹਨਾਂ ਨੇ ਤਵੱਜੋ ਦਿੱਤੀ, ਯੂਪੀਏ ਸਰਕਾਰ ਨੇ, ਇਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਆਪਣੇ 5 ਬੰਦੇ ਚੁਣੋ, 5 ਬੰਦੇ ਅਸੀਂ ਸਰਕਾਰ ਦੇ ਦਿੰਦੇ ਹਾਂ, ਜਨ ਲੋਕਪਾਲ ਦੀ ਡਿਸਕਸ਼ਨ ਹੈ, ਅਸੀਂ ਡਿਸਕਸ ਕਰਾਂਗੇ। ਇਹ ਬਾਈ ਜੀ ਇਸ ਕਰਕੇ ਰੌਲਾ ਪਾ ਕੇ ਬਾਹਰ ਆ ਗਏ 2 ਮੀਟਿੰਗਸ ਤੋਂ ਬਾਅਦ ਕਿ ਸਾਰੀ ਚੀਜ਼ ਜਿਹੜੀ ਹੈ ਤੁਸੀਂ ਉਹ ਕੈਮਰਾ 'ਚ ਰਿਕਾਰਡ ਕਰੋਗੇ। ਉਹਨਾਂ ਨੇ ਉਹ ਗੱਲ ਕੀਤੀ ਬਾਈ ਕੈਮਰੇ ਤੇ ਕਈ ਸੈਂਸਿਟਿਵ ਗੱਲਾਂ ਹੁੰਦੀਆਂ ਨੇ, ਨਹੀਂ ਡਿਸਕਸ ਹੋ ਸਕਦੀਆਂ, ਤੇ ਅਸੀਂ ਉਹਨੂੰ ਲਾਈਵ, ਇਹ ਕਹਿੰਦੇ ਪਹਿਲਾਂ ਕੈਮਰੇ ਤੇ ਰਿਕਾਰਡ ਕਰੋ ਫਿਰ ਟੀਵੀ ਤੇ ਵੀ ਲਾਈਵ ਟੈਲੀਕਾਸਟ ਕਰੋ। ਮਤਲਬ ਦੇ ਵਾਂਟਡ ਟੂ ਮੇਕ ਅ ਸੈਂਕਟਿਟੀ ਹੁੰਦੀ ਹੈ ਨਾ ਹਰ ਚੀਜ਼ ਦੀ, ਕਿ ਤੁਸੀਂ ਉਹਨੂੰ ਪਾਸੇ ਕਰੋ। ਜੇ ਤੁਸੀਂ ਇਮਾਨਦਾਰ ਹੋ ਲੋਕਾਂ ਦੇ ਸਾਹਮਣੇ ਗੱਲ ਕਰੋ, ਜੇ ਤੁਸੀਂ ਇਮਾਨਦਾਰ ਹੋ ਲੋਕਾਂ ਦੇ ਸਾਹਮਣੇ ਗੱਲ ਕਰੋ। ਹੁਣ ਉੱਦਾਂ ਦੀ ਸਰਕਾਰ ਆ ਗਈ ਪੰਜਾਬ 'ਚ, ਹੁਣ ਆਰਟੀਆਈ ਪਾਓ, ਦੱਸੋ ਕਿੰਨੀ ਆਰਟੀਆਈ ਦਾ ਜਵਾਬ ਮਿਲਦਾ ਹੈ। ਪਰ ਇਹ ਉਹੀ ਬੰਦੇ ਨੇ ਜਿਹੜੇ ਆਰਟੀਆਈ ਦੇ ਪਿੱਛੇ ਜਿਨ੍ਹਾਂ ਨੇ ਦਵੱਲੀ ਰੱਖੀ ਸਾਰੀ ਸਰਕਾਰ, ਸਾਰੇ ਮੰਤਰੀ, 10 ਕਰੋੜ ਦੇ ਵਿਚਾਰੇ ਪਵਨ ਬੰਸਲ ਦਾ ਅਸਤੀਫਾ ਕਰਾਤਾ, ਠੀਕ ਹੈ, ਜਿਹੜਾ ਸਕੈਮ ਹੋਇਆ ਸੀ ਰੇਲ ਸਕੈਮ, ਉਹ ਪਤਾ ਨਹੀਂ ਪ੍ਰੂਵ ਹੋਇਆ ਨਹੀਂ ਹੋਇਆ, ਦੈਟ ਇਜ਼ ਅ ਡਿਫਰੈਂਟ ਮੈਟਰ ਆਲ ਟੂਗੇਦਰ। ਮੈਂ ਨਾ ਤੁਹਾਡੇ ਵੈਸੇ ਮੈਂ ਡਰ ਰਿਹਾ ਇਹ ਸਵਾਲ ਪੁੱਛਦੇ, ਸਰਕਾਰ ਹੁਣੇ ਆਈ ਹੈ, ਬੜੇ ਚੈਨਲ ਵੀ ਬੰਦ ਹੋ ਰਹੇ, ਮੇਰਾ ਤਾਂ ਛੋਟਾ ਜਿਹਾ ਚੈਨਲ ਹੈ, ਤੇ ਤੁਸੀਂ ਫ੍ਰੀ ਪੀਸ ਦੀ ਗੱਲ ਕੀਤੀ। ਫ੍ਰੀ ਪੀਸ ਤੁਸੀਂ ਵੈਸੇ ਹਕੀਕਤ 'ਚ ਸੋਚਦੇ ਹੋ ਕਿ ਡੇਂਜਰਸ ਹੈ ਸਾਡੇ ਦੇਸ਼ ਦੇ ਲਈ? ਨਹੀਂ ਦੇਖੋ, ਹੁਣ ਜਿਵੇਂ 300 ਯੂਨਿਟ ਹੈ ਯਾਰ ਫ੍ਰੀ ਦੇ, ਇਹਦਾ ਕੀ ਮਤਲਬ ਹੈ? ਮਤਲਬ ਮੈਨੂੰ ਇਹਦੀ ਕੋਈ ਇਹਦਾ ਇਕਨੋਮਿਕਲ ਲੌਜਿਕ ਸਮਝ ਨਹੀਂ ਆ ਰਹੀ। ਮਤਲਬ ਮੈਂ ਤੁਹਾਨੂੰ ਦੱਸਾਂ, ਇਹਦਾ ਇੱਕ ਇਕਨੋਮਿਕਲ ਲੌਜਿਕ ਅਗਰ ਮੈਂ ਜਿਹੜਾ ਪਰਸਨਲੀ ਸੋਚਦਾ ਕਿ ਮੈਂ ਆਪਣੀ ਐਗਜ਼ਾਮਪਲ ਲੈ ਲੈਣਾ ਕਿ ਮੇਰਾ ਮੰਨ ਲਓ ਕਿ ਬਿੱਲ ਆ ਰਿਹਾ ਸੀ, ਮੈਂ 600 ਯੂਨਿਟ ਕੰਜ਼ਿਊਮ ਕਰ ਰਿਹਾ ਸੀ, ਤਾਂ ਮੇਰਾ ਬਿੱਲ ਆ ਰਿਹਾ ਸੀ। ਹੁਣ ਮੇਰਾ 600 ਯੂਨਿਟ ਤੇ 5000 ਜਿਹੜਾ ਬਿੱਲ ਬਣਦਾ ਸੀ ਉਹ ਨਹੀਂ ਆ ਰਿਹਾ। ਮੇਰੀ ਸੈਲਰੀ ਹੈਗੀ 20000, ਠੀਕ ਹੈ। ਅਲਟੀਮੇਟਲੀ ਸਰਕਾਰ ਨੇ ਮੈਨੂੰ 5000 ਦਾ ਬੋਨਸ ਦੇ ਦਿੱਤਾ, ਠੀਕ ਹੈ। ਤੇ ਮੈਂ ਇੱਕ ਪਾਸੇ ਸਾਰੇ ਇਹ ਕਹਿ ਰਹੇ ਆ, ਹੁਣ ਮੈਨੂੰ ਨਹੀਂ ਪਤਾ, ਮੇਰੀ ਸੋਚ ਕਹਿੰਦੀ ਹੈ, ਰਿਸਰਚ ਵੀ ਮੈਂ ਥੋੜੀ ਜਿਹੀ ਕੀਤੀ ਹੈ ਕਿ ਜੀ ਪ੍ਰੈਸ਼ਰ ਇਹਦੇ ਤੇ ਖਜ਼ਾਨੇ ਤੇ ਪਊਗਾ। ਪਰ ਅਗਰ ਆਪਾਂ ਦੂਜੇ ਪਾਸੇ ਦੇਖੀਏ ਕਿ ਲੋਕ ਕੰਜ਼ਿਊਮਰਸ ਕਨਵਰਟ ਵੀ ਹੋ ਰਹੇ ਆ ਉਹ ਸੋਲਰ એનર્ਜੀ ਵੱਲ, ਕੰਜ਼ੰਪਸ਼ਨ ਸਾਡੀ ਉਧਰ ਵੀ ਵੱਧ ਗਈ, ਤਾਂ ਆਟੋਮੈਟਿਕਲੀ ਸਰਕਾਰ ਕੋਲ ਸਰਪਲਸ ਹੋ ਗਈ। ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹ ਕਿਸ ਮੋਟਿਵ ਨਾਲ ਖੇਲ ਰਿਹਾ, ਕਿਉਂਕਿ ਉਹਨਾਂ ਨੂੰ ਪ੍ਰੈਸ਼ਰ ਥੋੜਾ ਚਿਰ ਝੱਲਣਾ ਪੈਣਾ। ਜ਼ਿਆਦਾਤਰ ਕੰਜ਼ਿਊਮਰ ਸਾਰੇ ਸੋਲਰ ਤੇ ਸ਼ਿਫਟ ਹੋ ਰਹੇ ਆ, ਹਾਊਸ ਹੋਲਡ ਬੇਸਿਕਲੀ ਜ਼ਿਆਦਾ, ਤੇ ਆਟੋਮੈਟਿਕਲੀ ਜਦ ਸਰਪਲਸ ਹੋ ਜੂਗੀ ਤਾਂ ਫਿਰ ਤਾਂ ਉਹ ਬਚਣੀ ਹੋਇਆ, ਉਹ ਫ੍ਰੀ ਦੇ ਕੇ ਬੈਨੀਫਿਟ ਵੀ ਹੋ ਜਾਂਦਾ ਹੈ। ਤੇ ਚਲੋ ਬਾਕੀ ਅਗਲੇ ਸਰਕਾਰ ਨੂੰ ਇਹਦੇ 'ਚ ਨਾ ਤੁਸੀਂ ਆਪਣੀ ਅੱਧੀ ਗੱਲ ਦਾ ਜਵਾਬ ਆਪ ਹੀ ਦੇ ਦਿੱਤਾ। ਹੁਣ ਇਹ 'ਚ 2 ਗੱਲਾਂ ਆ ਜਾਂਦੀਆਂ। ਮੈਨੂੰ ਯਾਦ ਹੈ ਕਿ ਜਦੋਂ ਕੈਪਟਨ ਦੀ ਪਹਿਲੀ ਸਰਕਾਰ ਸੀ ਉਦੋਂ ਪੰਜਾਬ 'ਚ 10-10 ਘੰਟੇ ਦੇ ਕੱਟ ਲੱਗਿਆ ਕਰਦੇ। ਸਾਡੇ ਬੋਰਡ ਦੇ ਪੇਪਰ ਹੁੰਦੇ ਸੀ ਉਹ 3-4, ਸਾਨੂੰ ਪਤਾ ਵੀ 11 ਘੰਟੇ 12 ਘੰਟੇ ਕੱਟ ਅਸੀਂ ਦੇਖਿਆ। ਫਿਰ ਅਕਾਲੀਆਂ ਦੀ 2 ਟਰਮ ਦੀ ਸਰਕਾਰ ਹੈ, ਜਦੋਂ ਦੂਜੀ ਟਰਮ ਦੀ ਸਰਕਾਰ ਜਾ ਰਹੀ ਸੀ ਜਦੋਂ, ਉਦੋਂ ਪੰਜਾਬ 'ਚ ਕੱਟ ਲੱਗਣੇ ਤਕਰੀਬਨ ਬੰਦ ਹੋ ਗਏ ਸੀ, ਠੀਕ ਹੈ। ਪੰਜਾਬ ਦੀ ਰਿਕੁਆਇਰਮੈਂਟ ਸੀ ਕੋਈ ਤਕਰੀਬਨ 10000 ਮੈਗਾਵਾਟ, ਔਰ ਪੰਜਾਬ ਦੀ ਪ੍ਰੋਡਕਸ਼ਨ ਕੈਪੈਸਿਟੀ ਸੀ 10 ਤੋਂ 12000 ਮੈਗਾਵਾਟ। ਅੱਜ ਦੀ ਤਰੀਕ 'ਚ ਪੰਜਾਬ ਦੀ ਰਿਕੁਆਇਰਮੈਂਟ ਹੈਗੀ ਹੈ 16000 ਮੈਗਾਵਾਟ। ਹੁਣ ਤੁਸੀਂ 2-3 ਥਰਮਲ ਬੰਦ ਕਰ ਲਏ, ਤੁਹਾਡੀ ਜਿਹੜੀ ਪ੍ਰੋਡਕਸ਼ਨ ਕੈਪੈਸਿਟੀ ਉਹ ਆ ਗਈ ਥੱਲੇ 8000 ਮੈਗਾਵਾਟ, ਠੀਕ ਹੈ। ਨਵਾਂ ਤਾਂ ਕੋਈ ਪਲਾਂਟ ਲੱਗਿਆ ਨਹੀਂ, ਨਵਾਂ ਕੋਈ ਯੂਨਿਟ ਐਡ ਨਹੀਂ ਹੋਇਆ, ਸਿਵਾਏ ਸੋਲਰ ਵਾਲੇ 2-3 ਇਹਨਾਂ ਦੇ ਐਗਰੀਮੈਂਟਸ ਹੋਏ ਆ, ਇੱਕ 500 ਮੈਗਾਵਾਟ ਦਾ, ਇੱਕ ਸ਼ਾਇਦ ਅੱਜ ਕੱਲ੍ਹ ਹੋਇਆ 1000 ਮੈਗਾਵਾਟ ਵਾਲਾ। ਉਹਦੇ ਵਿੱਚ ਕੀ ਹੈ ਕਿ ਵਰਲਡ ਬੈਂਕ ਦੀ ਇੱਕ ਪਾਲਿਸੀ ਆਈ ਕਿ ਤੁਸੀਂ ਜਿਹੜੇ ਰੀਨਿਊਏਬਲ એનર્ਜੀ ਦੇ ਜਿਹੜੇ ਸੋਰਸਿਸ ਨੇ એનર્ਜੀ ਪ੍ਰੋਡਕਸ਼ਨ ਦੇ, ਉਹਨਾਂ ਨੂੰ ਤੁਸੀਂ ਮੋਟੀਵੇਟ ਕਰਨਾ। ਜੇ ਤੁਸੀਂ ਉਸ ਚੀਜ਼ ਲਈ ਲੋਕਾਂ ਨੂੰ ਕਰੋਗੇ ਤਾਂ ਅਸੀਂ ਤੁਹਾਨੂੰ ਕੋਲੈਟਰਲ ਫ੍ਰੀ ਲੋਨ ਦੇਵਾਂਗੇ, ਇੰਟਰਸਟ ਫ੍ਰੀ ਹੈ, 0.51% ਇੰਟਰਸਟ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਲੋਨ ਦੇ, ਪਰ ਪੈਸੇ ਤਾਂ ਲੈਣੀ ਹੈ, ਜਿਵੇਂ ਦੇ ਰਹੇ ਵਰਲਡ ਬੈਂਕ ਅਸੀਂ ਉਵੇਂ ਲੈ ਲਈਏ। ਹੁਣ ਉਹ 'ਚ ਕੀ ਹੈ ਕਿ ਪਹਿਲਾਂ ਕਿਉਂਕਿ ਜਦੋਂ ਤੁਹਾਡੀ ਫ੍ਰੀ ਯੂਨਿਟ ਨਹੀਂ ਹੈਗੇ, ਬਿੱਲ ਆਉਂਦਾ ਤਾਂ ਬੰਦਾ ਬਿਜਲੀ ਬਚਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਕੋਸ਼ਿਸ਼ ਹੁੰਦੀ ਹੈ ਤਾਂ ਜਿੰਨੀ ਪ੍ਰੋਡਕਸ਼ਨ ਕੈਪੈਸਿਟੀ ਹੈ ਉਹਦੀ 100% ਯੂਟਿਲਿਟੀ ਤੇ ਨਹੀਂ ਹੁੰਦੀ। ਸਰਦੀਆਂ ਵਿੱਚ ਸਾਡੀ ਪੰਜਾਬ ਦੀ ਜਿਹੜੀ ਰਿਕੁਆਇਰਮੈਂਟ ਹੈ ਤਕਰੀਬਨ 5000 ਮੈਗਾਵਾਟ ਤੇ ਆ ਜਾਂਦੀ ਹੈ। ਮੈਂ ਪਾਵਰ ਐਕਸਪਰਟ ਨਹੀਂ ਹੈਗਾ, ਮੋਟਾ ਗੱਲ ਕਰ ਰਿਹਾ, ਮਤਲਬ ਜਿੰਨੀ ਬੇਸਿਕ ਮੈਨੂੰ ਆਈਡੀਆ।
ਉਹਦੇ ਹਿਸਾਬ ਨਾਲ। ਸੋ ਹੁਣ ਇਹ 'ਚ ਕੀ ਹੈ ਕਿ ਜਦੋਂ ਤੁਸੀਂ ਲੋਕਾਂ ਦੀ ਆਦਤ ਪਾਤੀ ਨਾ ਵੀ ਪੱਖਾ ਚੱਲਦਾ, ਫੋਨ ਫ੍ਰੀ ਹੈ, ਠੀਕ ਹੈ, ਚੱਲੀ ਜਾਣ ਦਿਓ, ਆਪਣਾ ਕਿਹੜਾ ਬਿੱਲ ਆਉਣਾ, ਠੀਕ ਹੈ। ਕੁੰਡੀਆਂ ਤਾਂ ਪਹਿਲਾਂ ਵੀ ਲੱਗਦੀਆਂ ਸੀਗੀਆਂ, ਹੁਣ ਤੁਸੀਂ ਆਫੀਸ਼ੀਅਲ ਕੁੰਡੀ ਲਾਤੀ ਵੀ ਭਾਈ ਬਿੱਲ ਤਾਂ ਆਉਣਾ ਨੂੰ। ਬਥੇਰੇ ਲੋਕ ਨੇ ਜਿਨ੍ਹਾਂ ਦੇ ਨਵੇਂ ਮੀਟਰ ਵੀ ਨਹੀਂ ਲੱਗ ਰਹੇ ਬਿਕੋਜ਼ ਸਰਕਾਰ ਕਹਿ ਰਹੀ ਹੈ ਤੁਹਾਨੂੰ ਫ੍ਰੀ ਦੇ ਰਹੇ ਹੈ ਐਂਡ ਆਲ ਦੈਟ, ਬਹੁਤ ਸਾਰੀਆਂ ਗੱਲਾਂ ਆ ਰਹੀਆਂ ਨੇ। ਹੁਣ ਉਹਦੇ ਵਿੱਚ ਕੀ ਹੈ ਕਿ ਤੁਸੀਂ ਕਾਰਪੋਰੇਟ ਨੂੰ ਇੱਕ ਤਰੀਕੇ ਨਾਲ ਐਡਜਸਟ ਕਰ ਲਓ, ਠੀਕ। ਤੁਸੀਂ ਵਰਲਡ ਬੈਂਕ ਦੇ ਪੈਸੇ ਨੂੰ ਵੀ ਇੱਕ ਪਾਸੇ ਘੁਮਾਉਣਾ, ਠੀਕ ਹੈ ਨਾ, ਉਹਨੂੰ ਤੁਸੀਂ ਐਡਜਸਟ ਕਰ ਲਓ। ਸੋ ਉੱਥੇ ਸਾਰੀਆਂ ਗੱਲਾਂ ਆ ਰਹੀਆਂ। ਹੁਣ ਜਦੋਂ ਨਵੇਂ ਪ੍ਰੋਡਕਸ਼ਨ ਪਲਾਂਟਸ ਲੱਗਣਗੇ ਤਾਂ ਰੀਨਿਊਏਬਲ એનર્ਜੀ ਦੇ ਹੋਣਗੇ। ਆਪਣਾ ਨਾ ਪੁਆਇੰਟ ਥੋੜਾ ਜਿਹਾ ਘੁੰਮ ਗਿਆ, ਆਪਾਂ ਫ੍ਰੀ ਪੀਸ ਦੀ ਗੱਲ ਕਰ ਰਹੇ ਹਾਂ, ਸੀਗੇ। ਹੁਣ ਉਹਦੇ ਵਿੱਚ ਇਹ ਹੈ ਕਿ ਦੇਖੋ ਪਹਿਲਾਂ ਕਿਸਾਨਾਂ ਨੂੰ ਗਰੀਬ ਕਿਸਾਨ ਨੂੰ, ਹੁਣ ਇਹਦਾ 96 ਦੇ ਇਲੈਕਸ਼ਨ 'ਚ ਚੱਲਦੇ, 97 ਦੇ ਇਲੈਕਸ਼ਨ 'ਚ ਪੰਜਾਬ ਜਿਹੜਾ ਹੋਣਾ ਸੀ, ਬੇਅੰਤ ਸਿੰਘ ਦੀ ਸਰਕਾਰ ਜਾਰੀ ਸੀ ਤਾਂ ਉਸ ਤੋਂ ਬਾਅਦ 2 ਮੁੱਖ ਮੰਤਰੀ ਆਉਂਦੇ। ਦੂਜੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸੀ। ਬੀਬੀ ਰਜਿੰਦਰ ਕੌਰ ਭੱਠਲ ਨੇ ਮੈਨੀਫੈਸਟੋ 'ਚ ਇਹ ਗੱਲ ਕਹਿਤੀ, ਸੀਤਾਰਾਮ ਕੇਸਰੀ ਉਦੋਂ ਕਾਂਗਰਸ ਪ੍ਰਧਾਨ ਸੀ, ਵੀ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਅਸੀਂ ਬਿਜਲੀ ਫ੍ਰੀ ਦਿਆਂਗੇ, ਵੀ ਜਿਹੜੇ 5 ਕਿੱਲੇ ਤੋਂ ਘੱਟ ਜਿਨ੍ਹਾਂ ਦਾ ਜ਼ਿਮੀਂਦਾਰ। ਬਾਦਲ ਸਾਹਿਬ ਨੇ ਜਦੋਂ ਗੱਲ ਦੇਖੀ ਵੀ ਯਾਰ ਇਕੱਲੇ ਛੋਟੇ ਕਿਸਾਨ ਕਿਉਂ, ਅਸੀਂ ਸਾਰਿਆਂ ਨੂੰ ਫ੍ਰੀ ਦੇਵਾਂਗੇ, ਠੀਕ ਹੈ। ਉਹ ਇੰਡੀਆ 'ਚ ਪਹਿਲੀ ਵਾਰ ਕਿਸੇ ਸਟੇਟ 'ਚ ਇਹ ਅਨਾਊਂਸਮੈਂਟ ਹੋਈ। ਸੈਂਟਰ ਨੇ ਵੀ ਕਿਹਾ ਯਾਰ ਚਲੋ ਅੱਤਵਾਦ ਖਤਮ ਹੋ ਕੇ ਹਟਿਆ, ਪੰਜਾਬ ਨਵੇਂ ਦੌਰ 'ਚ ਜਾ ਰਿਹਾ, ਇਹਨਾਂ ਨੂੰ ਡਿਸਕਰੇਜ ਨਾ ਕੀਤਾ ਜਾਵੇ। ਫਿਰ ਉਸ ਤੋਂ ਬਾਅਦ ਇਹ ਹੋ ਗਿਆ ਜੀ ਇਕੱਲੇ ਕਿਸਾਨਾਂ ਨੂੰ ਕਿਉਂ ਮਿਲੇ ਜੀ, ਗਰੀਬਾਂ ਨੂੰ ਵੀ ਮਿਲੇ। ਫਿਰ ਦਲਿਤਾਂ ਵਾਲਾ ਆ ਗਿਆ, ਪਹਿਲਾਂ 30 ਯੂਨਿਟ ਹੋਏ, ਫਿਰ 100 ਯੂਨਿਟ ਹੋਏ, ਫਿਰ 200 ਯੂਨਿਟ ਹੋਏ, ਫਿਰ 250 ਯੂਨਿਟ ਹੋ ਗਏ, ਠੀਕ ਹੈ। ਫਿਰ ਇਕੱਲੇ ਦਲਿਤ ਕਿਉਂ ਜੀ, ਫਿਰ OBC ਵੀ ਪਾ ਲਓ ਵਿੱਚ, OBC ਕਿਉਂ ਜੀ, ਫਿਰ BPL ਅਪਰ ਕਾਸਟ ਦੇ ਵੀ ਪਾ ਲਓ ਜੀ, ਜਨਰਲ ਕੈਟਾਗਰੀ ਦੇ ਵੀ ਪਾ ਲਓ ਜੀ। ਸੋ ਇੱਥੇ ਤੱਕ ਗੱਲ ਆ ਗਈ। ਹੁਣ ਉਹਦਾ ਇੱਕ ਪਾਵਰ ਸਬਸਿਡੀ ਦਾ ਬਜਟ ਹੁੰਦਾ ਨਾ, ਉਹ ਤੁਹਾਡਾ ਖਜ਼ਾਨੇ 'ਚੋਂ ਹੀ ਜਾਣੇ ਉਹ ਪੈਸੇ। ਤੁਸੀਂ ਉਹ ਅੱਜ ਦੀ ਡੇਟ 'ਚ ਪੰਜਾਬ 'ਚ ਨਾ ਤਾਂ ਬਿਜਲੀ ਯੂਜ਼ ਕਰਨ ਦਾ ਕੋਈ ਬੰਦਾ, ਮੈਂ ਚਲੋ ਤੁਸੀਂ 20,000 ਦੀ ਗੱਲ ਕੀਤੀ, ਮੈਂ ਕਹਿੰਦਾ ਪੰਜਾਬ 'ਚ 50,000 ਕਮਾਉਣ ਵਾਲੇ ਬੰਦੇ ਵੀ ਤਾਂ ਬਹੁਤ ਨੇ। ਜਿਹੜੀ ਬੀਬੀ 50,000 ਰੁਪਇਆ ਕਮਾ ਰਹੀ ਹੈ, ਚਲੋ ਪੰਜਾਬ 'ਚ 10,000 ਬੀਬੀਆਂ ਹੀ ਹੋਣ, ਮੈਂ ਕਹਿੰਦਾ ਜ਼ਿਆਦਾ ਨਾ ਹੋ, ਜਿਹੜਾ 10,000 ਰੁਪਇਆ ਕਮਾ ਰਹੀ ਹੈ, 50,000 ਰੁਪਇਆ ਕਮਾ ਰਹੀ ਹੈ ਮਹੀਨੇ ਦਾ, ਉਹ ਬੱਸ 'ਚ ਸਫ਼ਰ ਵੀ ਫ੍ਰੀ ਕਰੂ, ਠੀਕ। ਉਹ ਬਿਜਲੀ ਵੀ ਘਰੇ ਫ੍ਰੀ ਵਰਤੂ, ਉਹ AC ਵੀ ਫ੍ਰੀ 'ਚ ਚਲਾਓ, ਠੀਕ ਹੈ। ਉਹ ਤੁਸੀਂ ਬੰਦਾ ਲੈ ਲਓ, ਠੀਕ ਹੈ, ਉਹਨੇ ਜੇ ਉਹਦਾ ਕੋਈ ਸਰਕਾਰੀ ਪਾਸ ਬਣਿਆ ਤਾਂ ਉਹਨੂੰ ਟੋਲ ਵੀ ਨਹੀਂ ਪੈਣਾ, ਠੀਕ ਹੈ। ਉਹਨੂੰ ਸਰਕਾਰੀ ਖਰਚੇ 'ਚੋਂ ਉਹਦੇ ਮੋਬਾਈਲ ਦਾ ਬਿੱਲ ਵੀ ਮਿਲਣਾ, ਜੋ ਮੋਬਾਈਲ ਯੂਜ਼ ਕਰਦਾ, ਉਹਨੂੰ ਹੋਰ ਭੱਤੇ ਵੀ ਮਿਲਣੇ ਨੇ। ਤੇ ਬਾਈ ਜੀ ਇਹ ਤੁਸੀਂ ਹੁਣ ਅੱਛਾ ਇੱਕ ਚੀਜ਼ ਹੋਰ, ਜਦੋਂ ਇਹ ਸਰਕਾਰ ਆਈ ਸੀ ਇਹਨੇ ਕਿਹਾ ਸੀ ਕਿ ਜੀ ਅਸੀਂ ਨਾ ਮਲਟੀਪਲ ਪੈਨਸ਼ਨਸ ਜਿਹੜੀਆਂ ਨੇ ਉਹ ਲੈਂਦੇ ਆ। ਉਹ ਐਕਚੁਅਲੀ ਪੈਨਸ਼ਨ ਅਮਾਊਂਟ ਨਹੀਂ ਸੀ, ਉਹ ਇੰਕਰੀਮੈਂਟ ਹੁੰਦਾ। ਵੀ ਜੇ ਕੋਈ ਬੰਦਾ 10 ਵਾਰ MLA ਰਹਿ ਗਿਆ ਨਾ, ਉਹਨੂੰ ਪੈਨਸ਼ਨ ਇੱਕ ਮਿਲਣੀ ਹੈ, ਬਾਕੀ 9 ਪੈਨਸ਼ਨਾਂ ਦਾ ਉਹਨੂੰ ਇੰਕਰੀਮੈਂਟ ਮਿਲਦਾ, ਪੂਰੀ ਪੈਨਸ਼ਨ ਨਹੀਂ ਮਿਲਦੀ। ਬਟ ਇਹਨਾਂ ਨੇ ਪ੍ਰੋਪੋਗੈਂਡਾ ਉਸ ਤਰੀਕੇ ਨਾਲ ਕੀਤਾ, ਤਾਂ ਹੀ ਤਾਂ 21 ਕਰੋੜ ਨਿਪਟ ਗਏ ਯਾਰ। ਬਹੁਤ ਵੱਡੀ ਕਨਫਿਊਜ਼ਨ ਸਾਡੀ ਵੀ ਕਲੀਅਰ ਕਰਦੀ, ਸਾਨੂੰ ਵੀ ਲੱਗਦਾ ਸੀ ਸ਼ਾਇਦ ਨਵੀਂ ਪੈਨਸ਼ਨ ਦੇ ਦਿੰਦੇ। ਨਹੀਂ, ਪੂਰੀ ਪੈਨਸ਼ਨ ਨਹੀਂ ਮਿਲਦੀ, ਉਹ ਇੰਕਰੀਮੈਂਟਲ ਜਿਹੜਾ ਪੈਸਾ ਹੁੰਦਾ ਉਹ ਮਿਲਦਾ। ਇੱਕ ਪੈਨਸ਼ਨ ਪੂਰੀ, 9 ਇੰਕਰੀਮੈਂਟਸ, ਠੀਕ ਹੈ, ਉਹ ਮਿਲਦੇ। ਸੋ ਉਹ ਇੱਥੇ ਇੱਕ ਪ੍ਰੋਪੋਗੈਂਡਾ ਹੋਇਆ। ਫਿਰ ਉਸ ਵਾਰੀ ਸੁਖਬੀਰ ਬਾਦਲ ਨੇ ਉਹ ਕੀਤੇ ਬਿਜਲੀ ਸਮਝੌਤੇ ਜਿਹੜੇ ਕੀਤੇ, ਉਹ ਕਾਂਗਰਸੀ ਸਰਕਾਰ ਵੀ ਆ ਕੇ ਚਲੀ ਗਈ, ਆਮ ਆਦਮੀ ਪਾਰਟੀ ਵੀ ਸਰਕਾਰ ਵੀ ਆ ਗਈ, ਉਹ ਸਮਝੌਤੇ ਉਵੇਂ ਹੀ ਨੇ। ਉਹ ਜਿਹੜੇ ਪਾਵਰ ਸਟੇਸ਼ਨਸ ਲੱਗੇ ਆ ਉਹਨਾਂ ਨੂੰ ਉਵੇਂ ਹੀ ਨੇ। ਉਹਨਾਂ ਨੂੰ ਇਹ ਕਹਿਤਾ ਬਾਈ ਜੀ ਹੁਣ ਤੁਹਾਡੀ ਸਾਰਾ ਕੰਜ਼ੰਪਸ਼ਨ ਅਸੀਂ ਕਰ ਲਿਆ ਕਰਾਂਗੇ, ਤੁਹਾਡਾ ਅੰਡਰ ਪ੍ਰੋਡਕਸ਼ਨ ਹੀ ਤੁਸੀਂ ਰਹੋਗੇ। ਇਹ ਅਸੀਂ ਲੋਕਾਂ ਨੂੰ ਫ੍ਰੀ ਤਾਂ ਕਹਿ ਦਾਂ, ਜਦੋਂ ਫ੍ਰੀ ਕਹਿ ਤਾਂ ਓਬਵੀਅਸਲੀ ਪਾਵਰ ਕੰਜ਼ੰਪਸ਼ਨ ਵਧੇਗੀ ਨਾ। ਇਸ ਚੀਜ਼ ਨੂੰ ਤੁਸੀਂ ਉਸ ਪੁਆਇੰਟ ਆਫ ਵਿਊ ਨਾਲ ਦੇਖੋ। ਹੁਣ ਠੀਕ ਹੈ, ਫ੍ਰੀ ਖਾਣਾ ਦੇਣਾ ਚੰਗੀ ਗੱਲ, ਬੰਦਾ ਭੁੱਖਾ ਨਹੀਂ ਮਰਨਾ ਚਾਹੀਦਾ। ਜਿਹੜਾ ਗਰੀਬ ਬੰਦਾ ਉਹਨੂੰ ਇਲਾਜ ਚੰਗਾ ਮਿਲਣਾ ਚਾਹੀਦਾ। ਫ੍ਰੀ ਮੈਡੀਸਨ ਵਾਲੀ ਸਕੀਮ ਇਸ ਦੇਸ਼ ਦੇ ਬਹੁਤ ਸਾਰੇ ਸੂਬਿਆਂ 'ਚ ਹੈਗੀ ਹੈ। ਆਪਾਂ ਕੈਨੇਡਾ ਦੀ ਐਗਜ਼ਾਮਪਲ ਲੈ ਲਓ, ਚਲੋ ਫੇਵਰੇਟ ਆ ਲੋਕਾਂ ਦਾ। ਕੈਨੇਡਾ 'ਚ ਬਾਈ ਜੀ 40 ਤੋਂ 45% ਟੈਕਸ ਲੱਗਦਾ, ਕਿਉਂਕਿ ਉਹ ਬੰਦੇ ਨੇ ਸਟੇਟ ਨੂੰ ਵੀ ਟੈਕਸ ਦੇਣਾ, ਬੰਦੇ ਨੇ ਸੈਂਟਰ ਨੂੰ ਵੀ ਟੈਕਸ ਦੇਣਾ, ਠੀਕ ਹੈ। ਤੁਸੀਂ ਉੱਥੇ ਸਰਕਾਰੀ ਹਸਪਤਾਲ ਚਲੇ ਜਾਓ ਜੀ, ਮੈਂ 2 ਗੋਡੇ ਬਦਲਾਉਣੇ, ਮੰਨ ਲਓ ਕਿਸੇ ਬੀਬੀ ਦੇ ਗੋਡੇ ਖਰਾਬ ਹੋ ਗਏ, 6 ਮਹੀਨੇ ਤੋਂ ਪਹਿਲਾਂ ਤੁਹਾਡੇ ਗੋਡੇ ਨਹੀਂ ਬਦਲੇ ਜਾਂਦੇ, ਤੁਸੀਂ ਜਿੱਦਾਂ ਜ਼ੋਰ ਲਾਣਾ ਲਾ ਲਓ। ਜੇ ਤੁਸੀਂ ਪ੍ਰਾਈਵੇਟ 'ਚ ਜਾਓਗੇ 50 ਲੱਖ ਤੋਂ ਘੱਟ ਦਾ ਅਗਲੇ ਨੇ ਬਿੱਲ ਨਹੀਂ ਬਣਾਉਣਾ, ਠੀਕ ਹੈ। ਤੁਸੀਂ ਇੰਡੀਆ 'ਚ ਆ ਜਾਓ, ਇਸ ਮੁਲਕ ਨੂੰ ਸਭ ਤੋਂ ਵੱਧ ਭੰਡਦੇ ਹੋ। NRI ਟੂਰਿਜ਼ਮ ਦਾ, ਇੱਥੇ ਮੈਡੀਕਲ ਟੂਰਿਜ਼ਮ ਹੋ ਰਹੀ ਹੈ, ਸਾਰੇ ਦੁਨੀਆ ਦੇ ਲੋਕ ਸਸਤਾ ਇਲਾਜ ਕਰਾਉਣ ਲਈ ਇਸ ਮੁਲਕ 'ਚ ਆ ਰਹੇ। ਉਹ ਸਸਤਾ ਇਲਾਜ ਉਹਨਾਂ ਤੋਂ ਹੋ ਰਿਹਾ ਜਿਹਨੂੰ ਤੁਸੀਂ ਮਹਿੰਗਾ ਕਹਿੰਦੇ ਹੋ। ਉਹ ਇੰਸਟੀਟਿਊਸ਼ਨ ਸਸਤਾ ਇਲਾਜ ਕਰ ਰਹੇ ਦੁਨੀਆ 'ਚ, ਠੀਕ ਹੈ। ਤੁਸੀਂ ਆਪਣੇ ਬੰਦਿਆਂ ਨੂੰ ਚੰਗਾ ਇਲਾਜ ਦੇਣਾ, ਠੀਕ ਹੈ। ਗਰੀਬ ਬੰਦਾ ਨਹੀਂ ਅਫੋਰਡ ਕਰ ਸਕਦਾ, ਉਹਨੂੰ ਦੇਣਾ। ਹੁਣ ਤੁਸੀਂ ਬਿਜਲੀ ਦਾ, ਜਿਹੜਾ ਬੰਦਾ 50,000 ਮਹੀਨੇ ਦਾ ਕਮਾ ਰਿਹਾ ਤੁਸੀਂ ਬਿਜਲੀ ਫ੍ਰੀ ਦੇ ਰਹੇ ਹੋ, ਪਰ ਜਿਹੜਾ ਗਰੀਬ ਬੰਦਾ ਜਦੋਂ ਟੈਸਟ ਕਰਾਉਣ ਜਾਂਦਾ ਹਸਪਤਾਲ 'ਚ, ਉਹਦੇ ਕੋਲ ਉੱਥੇ ਐਕਸਰੇ ਦੀ ਫਿਲਮ ਹੈ ਨਹੀਂ, ਉਹਦੇ ਕੋਲ ਉੱਥੇ ਦਵਾਈਆਂ ਹੈ ਨਹੀਂ,
ਉਹਦੇ ਕੋਲ ਉੱਥੇ ਪੱਟੀਆਂ ਹੈ ਨਹੀਂ, ਫਿਰ ਤੁਸੀਂ ਤਾਂ ਮਤਲਬ ਇਹ ਹੁਣ ਤੁਸੀਂ ਇੱਕ ਚੀਜ਼ ਅਫੋਰਡ ਕਰ ਸਕਦੇ ਹੋ ਨਾ ਯਾਰ। ਤੁਸੀਂ ਲੋਕਾਂ ਤੋਂ ਪੈਸੇ ਲੈਣੇ ਬੰਦ ਕਰ ਦਿਓ, ਸਾਰੀਆਂ ਚੀਜ਼ਾਂ ਫ੍ਰੀ 'ਚ ਦੇ ਦਿਓ, ਤੇ ਜਿਹੜੀਆਂ ਚੀਜ਼ਾਂ ਫ੍ਰੀ 'ਚ ਦੇਣੀਆਂ ਬੰਦਾ ਡਿਜ਼ਰਵ ਕਰਦਾ ਉਹਦੇ ਲਈ ਤੁਹਾਡੇ ਕੋਲ ਪੈਸੇ ਹੋਣਗੇ ਨਹੀਂ ਨਾ। ਹੁਣ ਪੰਜਾਬ 'ਚ ਅੱਜ ਦੀ ਡੇਟ 'ਚ ਉਹੀ ਹੋ ਰਿਹਾ। ਸਕੂਲਾਂ ਦੀ ਹਾਲਤ ਦੇਖ ਲਓ ਕਿ ਤੁਹਾਡੇ ਕੋਲ ਜਿੰਨੀ ਦੇਰ ਤੱਕ ਤੁਸੀਂ ਸਰਵ ਸਿੱਖਿਆ ਅਭਿਆਨ ਪੜ੍ਹੋ, ਪੰਜਾਬ ਪੜ੍ਹਾਓ ਪੰਜਾਬ, ਇੱਕ ਆਇਆ ਸੀ ਅੱਜ ਤੋਂ 7-8 ਸਾਲ ਪਹਿਲਾਂ ਦਾ ਕਨਸੈਪਟ ਆ, ਉਹ ਕੈਂਪੇਨ ਸਟਾਰਟ ਹੋਈ, ਉੱਥੋਂ ਤੁਸੀਂ ਪਹਿਲਾਂ ਕੁਝ ਲਾਏ ਸਕੂਲਾਂ 'ਚ LEDs ਲਾਏ, ਸਮਾਰਟ ਸਕੂਲ ਵਾਲੀ ਕੀਤੀ, ਵਰਲਡ ਬੈਂਕ ਤੋਂ ਫਿਰ ਪੈਸਾ ਲੈ ਲਿਆ, ਠੀਕ ਹੈ। ਉਹਨਾਂ ਹੁਣ ਅੱਜ ਦੀ ਡੇਟ 'ਚ ਪੰਜਾਬ ਦੇ ਸਕੂਲ ਨੋ ਡਾਊਟ ਅਕਾਲੀ ਸਰਕਾਰ ਔਰ ਕਾਂਗਰਸ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ। ਮੈਂ ਕੋਈ ਮੇਰੇ ਉਹ ਸਗੇ ਨਹੀਂ ਹੈਗੇ, ਬਟ ਇਹ ਫੈਕਟ ਹੈ, ਠੀਕ ਹੈ। ਤੁਸੀਂ ਪਿਛਲੇ 10 ਸਾਲ ਦੀਆਂ ਰੈਂਕਿੰਗਸ ਕਢਾ ਕੇ ਦੇਖ ਲਓ, ਪੰਜਾਬ ਟੌਪ 5 'ਚ ਕੰਸਿਸਟੈਂਟਲੀ ਆ ਰਿਹਾ। 2-3 ਸਾਲ ਕਈ ਇੰਡੈਕਸ ਵਿੱਚ ਪੰਜਾਬ ਟੌਪ ਆਇਆ। ਦਿੱਲੀ 'ਚ ਹੁਣ ਦਿੱਲੀ 'ਚ ਆ ਜਾਓ, ਚਲੋ ਦਿੱਲੀ 'ਚ ਬਾਈ ਜੀ 900 ਸਕੂਲ ਨੇ, 1600 ਸਕੂਲ ਕੱਲ੍ਹ ਲੁਧਿਆਣੇ 'ਚ ਜ਼ਿਲ੍ਹੇ 'ਚ, ਸਾਰੀ ਦਿੱਲੀ 'ਚ 900 ਸਰਕਾਰੀ ਸਕੂਲ ਨੇ ਜਿਹੜੀ ਕਿ ਦਿੱਲੀ ਸਰਕਾਰ ਦੇ ਅੰਡਰ ਆਉਂਦੇ। ਹੁਣ ਦਿੱਲੀ 'ਚ MCD ਵੀ ਸਕੂਲ ਚਲਾਉਂਦੀ ਹੈ, ਸਾਰੇ ਮਿਲਾ ਲਓਗੇ, ਕੇਂਦਰੀ ਵਿਦਿਆਲਿਆ ਬਣਾ ਲਓ, ਸਾਰੇ ਮਿਲਾ ਲਓਗੇ 1900 ਸਰਕਾਰੀ ਸਕੂਲ ਪੈਂਦੇ ਨੇ, ਠੀਕ ਹੈ। ਸਾਡੇ ਦੇ 2 ਜ਼ਿਲ੍ਹੇ 'ਚ ਆ ਜਾਣੇ ਉਹਨੇ। ਉਹਨਾਂ ਵਿੱਚ 750 ਪੱਕੇ ਪ੍ਰਿੰਸੀਪਲ ਦੀਆਂ ਪੋਸਟ ਖਾਲੀ ਨੇ, ਦਿੱਲੀ ਸਰਕਾਰ 'ਚ ਭਰਤੀ ਨਹੀਂ ਹੋਈ। ਅੱਛਾ, ਇਹ ਫੈਕਟ ਹੈ। RTI ਪਾਓ, ਪੁੱਛ ਲਓ ਜਿਹੜੇ ਸਕੂਲ ਕੇ ਦਿੱਲੀ ਗਵਰਨਮੈਂਟ ਦੇ ਅੰਡਰ ਨੇ, ਉਹਦੇ 'ਚ 700 ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਨੇ, ਜਦੋਂ ਅਸੀਂ RTI ਪਾਈ ਸੀ ਸਾਨੂੰ RTI 'ਚ ਜਵਾਬ ਆਇਆ ਸੀ ਉਹ ਪੋਸਟਾਂ ਖਾਲੀ ਸੀਗੀਆਂ। ਹੁਣ ਉਹ 100-200 ਭਰਤੀਆਂ ਹੋਣਗੀਆਂ, ਨਹੀਂ ਕਹਿ ਸਕਦੇ, ਠੀਕ। ਤੁਸੀਂ ਉਸ ਸੂਬੇ ਨੂੰ ਦਿਖਾ ਰਹੇ ਹੋ। ਹੁਣ ਸਾਡੇ ਸੂਬੇ 'ਚ ਹੋਇਆ ਕੀ ਯਾਰ ਕਿ ਨੈਗੇਟਿਵਿਟੀ ਇੰਨੀ ਪਾ ਦਿੱਤੀ ਗਈ ਨਾ, ਉਹ 'ਚ ਪੋਲੀਟੀਸ਼ੀਅਨਸ ਵੀ ਆ ਗਏ, ਕਿਉਂਕਿ ਹੁਣ ਇਹ ਸੀ ਵੀ ਲੋਕਾਂ ਨੂੰ ਨੈਗੇਟਿਵ ਪਾਸੇ ਲਿਜਾਣਾ ਬਹੁਤ ਸੌਖਾ। ਥੋੜੀ ਜੀ ਗੱਲ ਤੁਹਾਡੀ ਬੁੱਕ ਵੱਲ ਆ ਗਈ, ਮੈਂ ਵੀ ਲੈ ਕੇ ਆਉਣ ਲੱਗਿਆ ਸੀ ਕਿਉਂਕਿ ਮੈਂ ਬੜਾ ਇੰਟਰਸਟਡ ਹਾਂ ਤੁਹਾਡੀ ਬੁੱਕ ਦੀ ਸਾਰੀ ਬੈਕ ਸਟੋਰੀ ਸੁਣਨ ਦੇ ਲਈ। ਥੋੜਾ ਜਿਹਾ ਕੁਐਸਚਨ ਪੁੱਛਣ ਲੱਗਿਆ ਜਿਹੜਾ ਮੈਂ ਥੋੜਾ ਜਿਹਾ ਕੰਟਰਾਡਿਕਟਰੀ ਹੈ, ਤੁਸੀਂ ਆਨਸਰ ਨਹੀਂ ਵੀ ਕਰਨਾ, ਤੁਸੀਂ ਮੈਨੂੰ ਮਨਾ ਕਰ ਦਿਓ। ਨਹੀਂ, ਇਹੋ ਜਿਹਾ ਕੋਈ ਨਹੀਂ, ਮੈਂ ਨਹੀਂ ਕਰੂੰ, ਹਰੇਕ ਦਾ ਠੀਕ ਹੈ। ਤੁਸੀਂ BJP ਬਾਰੇ ਕੀ ਸੋਚਦੇ ਹੋ? ਯਾਰ ਦੇਖੋ, ਮੈਂ ਨਾ ਹਿੰਦੂ ਹਾਂ, ਮੈਨੂੰ ਇਸ ਚੀਜ਼ ਦਾ ਕੋਈ ਝੂਰਾ ਨਹੀਂ, ਪਰ ਮੈਨੂੰ ਲੱਗਦਾ ਕਿ ਧਰਮ ਮੇਰਾ ਪਰਸਨਲ ਮੈਟਰ, ਉਹ ਪਬਲਿਕ ਮੈਟਰ ਨਹੀਂ ਹੈ। ਰਾਈਟ। ਮੈਂ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਕਿ ਉਹ ਮੇਰੇ ਧਰਮ ਤੇ ਕੋਈ ਵੀ ਕਮੈਂਟ ਕਰੇ, ਮੇਰੇ ਤੇ ਕਰੇ ਜਾਂ ਮੇਰੇ ਦੋਸਤ ਦੇ ਕਰੇ। ਮੇਰੇ ਜਿੰਨੇ ਦੋਸਤ ਨੇ ਉਹ 'ਚੋਂ 80% ਤਾਂ ਯਾਰ ਸਿੱਖ ਨੇ, ਠੀਕ ਹੈ, ਇੱਕ ਅੱਧਾ ਮੁਸਲਮਾਨ ਵੀ ਹੈਗਾ, ਕਿਉਂਕਿ ਅਸੀਂ ਬਾਹਰ ਵੀ ਰਹੇ, 2-3 ਜਣੇ ਹੋ। ਮੈਂ ਮਸਜਿਦ ਵੀ ਗਿਆ, ਮੈਂ ਮੰਦਿਰ ਵੀ ਜਾਂਦਾ, ਮੈਂ ਗੁਰਦੁਆਰੇ ਵੀ ਜਾਂਦਾ, ਔਰ ਤਿੰਨਾਂ 'ਚ ਇੱਕੋ ਸ਼ਬਦਾਂ ਨਾਲ ਜਾਂਦਾ, ਠੀਕ ਹੈ। ਹੁਣ ਧਰਮ ਦੇ ਨਾਂ ਤੇ ਜਿਹੜਾ ਵੰਡ ਜਾਂ ਜਿਹੜਾ ਪ੍ਰਚਾਰ ਜਾਂ ਜਿਹੜੀ ਨੈਗੇਟਿਵਿਟੀ ਇਸ ਮੁਲਕ 'ਚ ਇਸ ਧਿਰ ਨੇ ਲੈ ਕੇ ਆਂਦੀ, ਮੈਂ ਉਸ ਕਰਕੇ ਉਸ ਧਿਰ ਦੇ ਖਿਲਾਫ। ਚਲੋ ਮੈਂ ਨਾ ਇਹਦੇ ਥੋੜਾ ਜਿਹਾ ਮੇਰਾ ਪੁਆਇੰਟ ਆਫ ਵਿਊ ਡਿਫਰੈਂਟ ਹੈ ਕਿ ਮੈਂ ਮੰਨਦਾ ਇਸ ਗੱਲ ਨੂੰ ਕਿ ਇਹਨਾਂ ਤੇ ਜੋ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਜੋ ਨੈਗੇਟਿਵਿਟੀ ਧਰਮ ਦੇ ਆਧਾਰਿਤ ਲੈ ਕੇ ਆਂਦੀ ਉਹ ਬਹੁਤ ਜ਼ਿਆਦਾ ਲੈ ਕੇ ਆਂਦੀ। ਹਾਲਾਂਕਿ ਅਗਰ ਅਸੀਂ ਹੁਣ ਪਿੱਛੇ ਚਲੇ ਜਾਈਏ 500-900 ਸਾਲ ਪਿੱਛੇ ਚਲੇ ਜਾਓ, ਜਿੰਨੇ ਰੂਰਲ ਆਏ ਸਾਰਿਆਂ ਨੇ ਧਰਮ ਤੇ ਆਧਾਰਿਤ ਹੋ ਕੇ ਰਾਜ ਕੀਤਾ। ਮੁਗਲਸ ਆਏ, ਉਹਨਾਂ ਨੇ ਆਪਣੇ ਧਰਮ ਨੂੰ ਉੱਪਰ ਕਰਨ ਦੀ ਕੋਸ਼ਿਸ਼ ਕੀਤੀ, ਮੰਦਿਰ ਤੋੜੇ, ਮਸਜਿਦਾਂ ਬਣਾਈਆਂ, ਠੀਕ ਹੈ, ਤਾਂ ਮਿਨੋਰਿਟੀਜ਼ ਨੂੰ ਸਪਰੈਸ ਕੀਤਾ। ਉਸ ਤੋਂ ਬਾਅਦ ਹੋਰ ਰੂਰਲ ਆਏ, ਉਹਨਾਂ ਨੇ ਆਪਣੇ ਧਰਮ ਨੂੰ ਉੱਪਰ ਕੀਤਾ। ਅਗਰ ਹੁਣ ਜਿਹੜੇ ਕਿ ਇਸ ਮੂਲ ਦੇਸ਼ ਦੇ ਇੱਥੋਂ ਦੇ ਹੀ ਨੇ, ਉਹਨਾਂ ਦੇ ਹੱਥ 'ਚ ਰਾਜ ਆਇਆ ਤਾਂ ਅਸੀਂ ਉਹਨਾਂ ਦੀ ਵਾਰੀ ਆਈ ਹੈ ਕਿ ਜੋ ਉਹਦਾ ਰੀਬਿਲਡ ਕਰ ਰਹੇ ਨੇ। ਇੱਕ ਤਾਂ ਹੁੰਦਾ ਹੈ ਕਿ ਤੁਸੀਂ ਤੋੜਤਾ, ਆਪਣਾ ਬਣਾ ਲਿਆ, ਉਹ ਆਪਣੇ ਨੂੰ ਹੀ ਰੀਬਿਲਡ ਕਰ ਰਹੇ ਨੇ। ਜਿੱਥੇ ਮੰਦਿਰ 900 ਸਾਲ ਪਹਿਲਾਂ ਤੋੜੇ ਗਏ ਸੀ, 500 ਸਾਲ ਪਹਿਲਾਂ ਤੋੜੇ ਗਏ ਸੀ, ਅੱਜ ਉਹਨਾਂ ਨੂੰ ਉਹ ਰੀਬਿਲਡ ਕਰਨ ਦੀ ਇੱਛਾ ਚਾਹੁੰਦੇ ਨੇ। ਉਹ 'ਚ ਮਾੜੀ ਗੱਲ ਨਹੀਂ, ਕਿਉਂਕਿ ਉਹਨਾਂ ਦੀ ਉਹਦੇ 'ਚ ਭਾਵਨਾਵਾਂ ਜੁੜੀਆਂ ਨੇ। ਪਰ ਇੰਨੀ ਵਿਰੋਧਤਾ ਇਸ ਪਾਰਟੀ ਦੀ ਕਿਉਂ? ਆਪਾਂ 70 ਸਾਲ ਪਿੱਛੇ ਵੀ ਅਗਰ ਚਲੇ ਜਾਈਏ ਕਿ 70 ਸਾਲ ਪਹਿਲਾਂ ਵੀ ਜਿਨ੍ਹਾਂ ਪਾਰਟੀਆਂ ਨੇ ਰਾਜ ਕੀਤਾ ਉਹਨਾਂ ਨੇ ਵੀ ਧਰਮ ਦਾ ਕਾਰਡ ਖੇਡਿਆ, ਚਾਹੇ ਹਿੰਦੂ ਦਾ ਖੇਡਿਆ, ਚਾਹੇ ਮੁਸਲਿਮ ਦਾ ਖੇਡਿਆ। ਪਰ ਇਸ ਪਾਰਟੀ ਦੀ ਇੰਨੀ ਵਿਰੋਧਤਾ ਕਿਉਂ? ਸ਼ਾਇਦ ਕਿਤੇ ਇਸ ਕਰਕੇ ਤਾਂ ਨਹੀਂ ਕਿ ਇਹ ਹਿੰਦੂਆਂ ਨੂੰ ਇਕੱਠਾ ਕਰ ਰਹੇ ਨੇ। ਹੁਣ ਮੇਰਾ ਦੂਜਾ ਸਵਾਲ ਵੀ ਨਾਲ ਹੀ ਹੈ ਇਹਦੇ, ਪਹਿਲਾਂ ਇਹਦਾ ਜਵਾਬ ਕਰ ਲਈ, ਇਹਦਾ ਦੇ ਦਿਓ। ਇਹਦਾ ਇੰਟਰਸਟਿੰਗ ਹੈ ਕਿਉਂਕਿ ਇਸ ਮੁਲਕ 'ਚ ਪਹਿਲਾ ਮੰਦਿਰ ਕਿਹਨੇ ਤੋੜਿਆ? ਬਹੁਤ ਸਾਰੇ ਲੋਕਾਂ ਨੂੰ, 99% ਲੋਕਾਂ ਨੂੰ ਨਹੀਂ ਪਤਾ। ਉਹ ਸੀ ਨਰਸਿਮਹਾ ਦੇਵ ਵਰਮਨ I, ਜਿਹਨੇ 8ਵੀਂ ਸੈਂਚੁਰੀ 'ਚ ਮੰਦਿਰ ਤੋੜਿਆ, ਜਦੋਂ ਇਸਲਾਮ ਦਾ ਆਇਆ ਹੀ ਨਹੀਂ ਸੀ ਇਸ ਮੁਲਕ 'ਚ। ਇਸਲਾਮ ਤਾਂ ਪੈਦਾ ਹੀ ਬਾਈ ਜੀ 7ਵੀਂ-8ਵੀਂ ਸੈਂਚੁਰੀ 'ਚ ਹੋਇਆ। ਉਹ ਉਦੋਂ, ਅੱਛਾ ਉਹ ਕੌਣ ਸੀ? ਉਹ ਚੋਲ ਵੰਸ਼ ਦਾ ਰਾਜਾ ਸੀ ਜਿਹੜਾ ਮਦਰਾਸ 'ਚ ਸੀਗਾ। ਉਹ ਆਂਧਰਾ ਵਾਲੇ ਪਾਸੇ ਆਉਂਦਾ, ਉੱਥੇ ਆ ਕੇ ਉਹ ਮੰਦਿਰ ਤੋੜਦਾ, ਮੂਰਤੀਆਂ ਚੱਕ ਕੇ ਲੈ ਜਾਂਦਾ, ਫਿਰ ਮੂਰਤੀਆਂ ਨੂੰ ਸਵਾਹ ਵੀ ਕਰ ਦਿੰਦਾ। ਦੂਸਰੇ ਪਾਸੇ ਫਿਰ ਉਹ ਦੁਬਾਰਾ ਉਹ ਆ ਜਾਂਦੇ ਨੇ, ਪਾਂਡਿਆਜ਼ ਆ ਜਾਂਦੇ, ਉਹਨਾਂ 'ਚ ਲੜਾਈ ਹੁੰਦੀ ਹੈ, ਫਿਰ ਉਹ ਸਾਡੀਆਂ ਮੂਰਤੀਆਂ ਚੱਕ ਕੇ ਸ਼੍ਰੀਲੰਕਾ ਲੈ ਜਾਂਦੇ ਆ, ਫਿਰ ਇੱਕ ਮਲੇਸ਼ੀਆ ਵੀ ਲੈ ਜਾਂਦੇ ਆ, ਠੀਕ ਹੈ। ਇਹ ਅੱਜ ਤੋਂ 1200 ਸਾਲ ਪਹਿਲਾਂ ਦੀ ਗੱਲ ਆ। ਈਵਨ ਬਿਫੋਰ ਮੁਸਲਿਮਸ ਕੇਮ ਇਨ, ਉਦੋਂ ਵੀ ਇਸ ਮੁਲਕ 'ਚ ਮੰਦਿਰ ਟੁੱਟ ਰਹੇ ਸੀ। ਉਦੋਂ ਦੇਖੋ, ਮੰਦਿਰ ਨੂੰ ਪਹਿਲੀ ਗੱਲ ਤਾਂ ਹਿੰਦੂਇਜ਼ਮ ਦਾ ਕੋਈ ਇੱਕ ਸਿੰਗਲ ਕਨਸੈਪਟ ਨਹੀਂ ਹੈਗਾ।
ਤਮਿਲੀਅਨ ਹਿੰਦੂ ਹੋਰ ਤਰੀਕੇ ਨਾਲ ਸੋਚਦਾ, ਪੰਜਾਬੀ ਹਿੰਦੂ ਹੋਰ ਤਰੀਕੇ ਨਾਲ ਸੋਚਦਾ, ਨਾਰਥ ਈਸਟ ਜਿਹੜਾ ਹਿੰਦੂ ਬੈਠਾ ਹੈ, ਹੁਣ ਜਿਹੜਾ ਮੇਤੀ ਬੈਠੇ ਨੇ, ਮਣੀਪੁਰ ਜਿਹੜੀ ਲੜਾਈ ਹੋ ਰਹੀ ਹੈ, ਮੇਤੀ ਖੁਦ ਨੂੰ ਹਿੰਦੂ ਕਹਿੰਦੇ ਨੇ, ਉਹ ਬਟ ਉਹਨਾਂ ਦਾ ਹਿੰਦੂਤਵ ਵੀ ਉਹੀ ਜਿਹਾ ਨਹੀਂ ਹੈ ਕਿ ਜਿਹੜਾ ਸਾਡਾ, ਉਹ ਹੋਰ ਤਰੀਕੇ ਨਾਲ ਸੋਚ ਰਹੇ। ਸੋ ਉਹੀ ਗੱਲ ਆ ਜਾਂਦੀ ਹੈ ਕਿ ਹੁਣ ਜਿਹੜੇ 800 ਮੰਦਰ ਤੋੜੇ ਗਏ, ਜਿਹੜਾ ਇਹ ਨੈਰੇਟਿਵ ਆਇਆ, ਇਹ ਨੈਰੇਟਿਵ ਕਦੋਂ ਆਇਆ? ਇਹ ਨੈਰੇਟਿਵ ਆਇਆ ਜਦੋਂ ਅਡਵਾਨੀ ਜੀ ਨੇ ਰੱਥ ਯਾਤਰਾ ਸ਼ੁਰੂ ਕੀਤੀ। ਇਹ ਐਦਾਂ ਨਹੀਂ ਇਸ ਮੁਲਕ 'ਚ ਮੰਦਰ ਤੋੜਨ ਦਾ ਕਾਊਂਟ ਨਹੀਂ ਹੈਗਾ, ਕਾਊਂਟ ਹੈਗਾ। ਐਜ਼ ਪਰ ਹਿਸਟੋਰੀਕਲ ਐਵੀਡੈਂਸ 62 ਮੰਦਰ ਤੋੜੇ ਗਏ 800 ਸਾਲਾਂ, ਜਿਹੜੇ ਕਿ ਮੁਸਲਿਮ ਇਨਵੇਡਰਸ ਨੇ ਤੋੜੇ, ਠੀਕ ਹੈ। ਔਰ ਕਿੱਥੇ 62, ਕਿੱਥੇ 800, ਠੀਕ। ਫਿਰ 62 ਵਿੱਚ ਤੁਹਾਡਾ ਬਾਬਰੀ ਮਸਜਿਦ ਇਨਕਲੂਡਡ ਹੈ, 62 ਵਿੱਚ ਤੁਹਾਡਾ ਗਿਆਨ ਵਿਆਪੀ ਮਸਜਿਦ ਇਨਕਲੂਡਡ ਹੈ, ਅੱਛਾ, ਠੀਕ ਹੈ। ਇਹ ਇਨਕਲੂਡਡ ਨੇ, ਇਹ ਐਕਸਕਲੂਡਡ ਨਹੀਂ ਹੈਗੇ, ਠੀਕ ਹੈ। ਬਟ ਹੁਣ ਉਹ 'ਚ ਕੀ ਹੈ ਵੀ 32 ਇਹੋ ਜਿਹੇ ਨੇ ਵੀ ਜਿਹਦੇ ਤੇ ਹੋ ਗਿਆ, ਨਿਕਲ ਗਈ ਗੱਲ। 30-32 ਰਹਿੰਦੇ ਨੇ ਵੀ ਜਿਨ੍ਹਾਂ ਚੋਂ 5-7 ਜਿਹੜੇ ਨੇ ਥੋੜੇ ਕੰਟਰੋਵਰਸ਼ੀਅਲ ਨੇ, ਜਿਨ੍ਹਾਂ ਨੂੰ ਟਾਈਮ ਟੂ ਟਾਈਮ ਫਲੇਮ ਕੀਤਾ ਜਾਂਦਾ, ਠੀਕ ਹੈ। ਸੋ ਗੱਲ ਉਹੀ ਆ ਜਾਂਦੀ ਹੈ, ਠੀਕ ਹੈ। ਉਹ ਗੱਲ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਉਸ ਚੀਜ਼ ਨੂੰ ਪ੍ਰੈਜ਼ੈਂਟ ਕਿਵੇਂ ਕੀਤਾ ਜਾਂਦਾ। ਹੁਣ ਜੇ ਤੁਸੀਂ ਡਿਸਕਵਰੀ ਆਫ ਇੰਡੀਆ ਪੜ੍ਹੋ, ਮੈਂ ਜਵਾਹਰ ਲਾਲ ਨਹਿਰੂ ਦਾ ਕੋਈ ਬਹੁਤ ਕੱਟੜ ਫੈਨ ਨਹੀਂ ਹੈਗਾ, ਬਟ ਮੈਨੂੰ ਇਹ ਲੱਗਦਾ ਵੀ ਪੜ੍ਹਿਆ ਲਿਖਿਆ ਬੰਦਾ ਸੀ, ਜਿਹਨੇ ਕਿ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਸ ਮੁਲਕ ਨੂੰ ਸਮਝਿਆ ਕਿਤਾਬਾਂ ਰਾਹੀਂ, ਔਰ ਇੱਕ ਕਿਤਾਬ ਲਿਖੀ, ਠੀਕ ਹੈ। ਉਹ 'ਚ ਤੁਸੀਂ ਜੇ ਦੇਖੋਗੇ ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ 17ਵੀਂ 18ਵੀਂ ਸਦੀ ਤੱਕ, ਉਹ 19ਵੀਂ ਸਦੀ ਤੱਕ ਬੰਦਾ ਲੈ ਆਇਆ ਸੀ, ਠੀਕ ਹੈ, ਠੀਕ ਹੈ। ਸੋ ਹੁਣ ਆਪਾਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ, ਚਲੋ ਔਰੰਗਜ਼ੇਬ ਤੇ ਸ਼ਿਵਾਜੀ 'ਚ ਰੌਲਾ ਕੀ ਸੀ, ਠੀਕ। ਹੁਣ ਇਹ ਕੰਟਰੋਵਰਸ਼ੀਅਲ, ਹੁਣ ਬਾਈ ਜੀ ਸ਼ਿਵਾਜੀ ਦਾ ਔਰੰਗਜ਼ੇਬ ਨਾਲ ਜ਼ਿਮੀਂਦਾਰੇ ਦਾ ਰੌਲਾ ਸੀ, ਉਹ ਜਿੰਨੀ ਜ਼ਮੀਨ ਮੰਗਣ ਗਿਆ ਸੀ ਉਨੀ ਜ਼ਮੀਨ ਮਿਲੀ ਨਹੀਂ, ਉਹ ਕਹਿੰਦਾ ਮੈਂ ਤੇਰੇ ਖਿਲਾਫ ਹੋ ਜਾਊਂ, ਕਹਿੰਦਾ ਹਾਲ ਤਾਂ ਮੇਰੇ ਦਰਬਾਰ 'ਚ ਖੜਾ, ਬਾਹਰ ਜਾਏਗਾ ਤਾਂ ਖਿਲਾਫ ਹੋਏਗਾ, ਕਰੋ ਇਹਨੂੰ ਅੰਦਰ, ਠੀਕ। ਇਹ ਰੌਲਾ ਸੀ। ਹੁਣ ਇੱਕ ਔਰੰਗਜ਼ੇਬ ਨੂੰ ਵਿਲਨ ਬਣਾਉਣ ਨਾਲ ਇਸ ਮੁਲਕ 'ਚ ਕਈ ਹੀਰੋ ਪੈਦਾ ਹੋ ਗਏ, ਠੀਕ ਹੈ। ਨਾਰਥ ਇੰਡੀਆ ਦੇ ਅੱਡ ਹੋ ਗਏ, ਸੈਂਟਰਲ ਇੰਡੀਆ ਦੇ ਅੱਡ ਹੋ ਗਏ, ਸਾਊਥ ਇੰਡੀਆ ਦੇ ਅੱਡ ਹੋ ਗਏ। ਉਹਦੀ ਤੁਸੀਂ ਜੇ ਔਰੰਗਾਬਾਦ 'ਚ ਜਾ ਕੇ ਉਹਦੀ ਜੇ ਤੁਸੀਂ ਉਹ ਦੇਖੋਗੇ ਜਿੱਥੇ ਉਹ ਦਫਨ ਹੋਇਆ, ਉਹ ਕੱਚੀ ਸੀ, ਠੀਕ ਹੈ। 18ਵੀਂ ਸਦੀ ਤੱਕ, 19ਵੀਂ ਸਦੀ ਤੱਕ ਉਹ ਪੱਕੀ ਨਹੀਂ ਸੀ, ਕਿਉਂਕਿ ਲਿਖ ਕੇ ਮਰਿਆ ਸੀਗਾ ਭਾਈ ਮੇਰੇ ਤੇ ਕੋਈ ਤਾਜ ਮਹਿਲ ਨਹੀਂ ਬਣਾਉਣਾ, ਇਹ ਮੇਰੇ ਦਾਦੇ ਨੇ ਬੜਾ ਵੇਸਟ ਕੀਤਾ ਪੈਸਾ, ਔਰੰਗਜ਼ੇਬ ਨੇ, ਠੀਕ ਹੈ, ਕਿ ਇਹ ਕੀਤਾ ਜਾਵੇ। ਉਹ 50 ਸਾਲ ਦੀ 45 ਸਾਲ ਦੀ ਉਮਰ 'ਚ ਆ ਕੇ ਤਕਰੀਬਨ ਰਾਜਾ ਬਣਦਾ ਤੇ 90-95 ਸਾਲ ਦੀ ਉਮਰ ਤੱਕ ਰਹਿੰਦਾ, ਠੀਕ ਹੈ। ਬਹੁਤ ਉਮਰ ਦਰਾਜ਼ ਬੰਦਾ, ਦਾਦਾ ਬਣ ਗਿਆ ਸੀਗਾ ਜਦੋਂ ਜਾ ਕੇ ਰਾਜਾ ਵੀ ਬਣਿਆ ਸੀ, ਉਹ ਜਵਾਨ ਮੁੰਡਾ ਰਾਜਾ ਨਹੀਂ ਸੀ ਬਣਿਆ, ਠੀਕ ਹੈ। ਸੋ ਸਾਡੇ ਇੱਥੇ ਕੀ ਹੈ ਕਿ ਡਿਸਟੋਰਟਡ ਹਿਸਟਰੀ ਦੱਸਣ ਦਾ ਨਾ ਇੱਕ ਆਦਤ ਪੈ ਗਈ। ਹੁਣ ਉਹਦਾ ਕਾਊਂਟਰ ਵੀ ਡਿਸਟੋਰਟਡ ਹਿਸਟਰੀ ਨਾਲ ਹੋਣ ਲੱਗ ਗਿਆ, ਤੇ ਇਸੇ ਕਰਕੇ ਤੁਹਾਨੂੰ ਇੱਕ ਪਰਸਪੈਕਟਿਵ ਤਾਂ ਘੱਟੋ ਘੱਟ ਦੇਣਾ ਪੈਣਾ ਨਾ, ਠੀਕ ਹੈ। ਉਹ ਫਿਰ ਇਹ ਕਿਤਾਬ ਵੀ ਉੱਥੋਂ ਹੀ ਨਿਕਲਦੀ ਹੈ, ਕਿਉਂਕਿ ਬੀਇੰਗ ਅ ਲਿਬਰਲ ਨਾਰਥ ਇੰਡੀਅਨ ਹਿੰਦੂ ਆਈ ਰੈਡ ਆਲ ਥੀਸ ਥਿੰਗਸ, ਸੋ ਆਈ ਥੌਟ ਕਿ ਯਾਰ ਮੈਂ ਆਪਣਾ ਪਰਸਪੈਕਟਿਵ ਤੇ ਕਹਾਂ, ਕਿਸੇ ਨੂੰ ਪਸੰਦ ਆਵੇ ਠੀਕ ਹੈ, ਨਾ ਆਵੇ ਤਾਂ ਕੋਈ ਗੱਲ ਨਹੀਂ। ਮੈਂ ਤੁਹਾਨੂੰ ਜਿਹੜਾ ਸਵਾਲ ਨਹੀਂ ਸੀ ਪੁੱਛਿਆ ਕਿ ਬੀਜੇਪੀ ਬਾਰੇ ਤੁਸੀਂ ਕੀ ਸੋਚਦੇ ਹੋ, ਹੁਣ ਉਹ ਮੇਰਾ ਨਾ ਤੁਹਾਡੇ ਬੁੱਕ ਦੇ ਨਾਲ ਰਿਲੇਟ ਕਰ ਰਿਹਾ ਕੁਐਸਚਨ, ਕਿ ਤੁਸੀਂ ਆਪ ਹੀ ਜਿਵੇਂ ਕਿਹਾ ਕਿ ਜੀ ਇਹਨਾਂ ਨੇ ਹਿੰਦੂ ਕਾਰਡ ਪਲੇ ਕੀਤਾ ਤੇ ਹਿੰਦੂਤਵ ਦੇ ਨਾਂ ਤੇ ਇਹ ਸਿਆਸਤ ਕਰ ਰਹੇ। ਅਗਰ ਹਿੰਦੂਤਵ ਦੀ ਗੱਲ ਹੋ ਰਹੀ ਹੈ ਤਾਂ ਉਸ ਐਰਾ ਦੇ ਵਿੱਚ ਵੀ ਤੁਹਾਨੂੰ ਇਹ ਕਿਤਾਬ ਲਿਖਣ ਦੀ ਜ਼ਰੂਰਤ ਮਹਿਸੂਸ ਹੋਈ? ਤੁਹਾਨੂੰ ਇਹ ਕਿਉਂ ਲੱਗਿਆ ਕਿ ਸਪਰੈਸ ਕੀਤਾ ਜਾ ਰਿਹਾ ਪੰਜਾਬ ਦੇ ਹਿੰਦੂ ਨੂੰ? ਨਹੀਂ, ਉਹਦੇ ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ, 13 ਲੋਕ ਸਭਾ ਸੀਟਾਂ ਨੇ ਪੰਜਾਬ ਦੇ, ਹਾਂ। ਹਿੰਦੂ ਐਮਪੀ ਕਿੰਨੇ? ਕਾਂਗਰਸ 'ਚੋਂ 1, ਬੀਜੇਪੀ 'ਚੋਂ 1 ਜਨਰਲ, 1 SC, ਬਾਕੀ ਕੌਣ ਨੇ? 11। ਉਹ ਜਿਸ ਕਮਿਊਨਿਟੀ ਤੋਂ ਆਉਂਦੇ ਆ, ਉਸ ਕਮਿਊਨਿਟੀ ਟੋਟਲ ਪਾਪੂਲੇਸ਼ਨ ਕਿੰਨੀ ਹੈ? ਇਹਦੇ ਵਿੱਚ ਮੈਨੂੰ ਕੱਲਾ ਹਿੰਦੂ ਨਹੀਂ, ਮੈਨੂੰ ਬਾਕੀ ਵੀ ਕਹਿ ਦੇਣੇ ਚਾਹੀਦੇ ਸੀਗੇ। ਉਹ ਮੈਨੂੰ ਹੁਣ ਰਿਅਲਾਈਜ਼ ਹੋ ਰਿਹਾ, ਬਾਕੀ ਆ ਕੇ ਫੋਨ ਮਾਰਦਾ, ਬਾਈ ਤੂੰ ਕੱਲਾ ਆਪਦੀ ਗੱਲ ਕਰਨੀ, ਸਾਡਾ ਵੀ ਵਿੱਚ ਪਾ ਲੈਂਦਾ ਵੀ ਅਸੀਂ ਵੀ ਆਪਣੇ ਆਪ ਨੂੰ ਫੀਲ ਕਰ। ਦੇਖੋ ਸਪਰੈਸ ਦਾ ਮਤਲਬ ਇਹ ਨਹੀਂ ਹੁੰਦਾ ਕੋਈ ਤੁਹਾਡੇ ਨਾਲ ਧੱਕਾ ਕਰ ਰਿਹਾ ਜਾਂ ਤੁਹਾਡੇ ਨਾਲ ਜ਼ੁਲਮ ਕਰ ਰਿਹਾ ਜਾਂ ਤੁਹਾਡਾ ਕੁੱਟਮਾਰ ਕਰ ਰਿਹਾ। ਸਪਰੈਸ਼ਨ ਦਾ ਮਤਲਬ ਕਈ ਤਰੀਕੇ ਨਾਲ ਹੁੰਦਾ। ਸੋ ਤੁਸੀਂ ਬੇਸਿਕਲੀ ਇਹ ਹੋਇਆ ਕਿ ਤੁਸੀਂ ਆਪਣੇ ਆਪ ਨੂੰ ਜਦੋਂ ਮਾਰਜਨਲਾਈਜ਼ ਕੀਤਾ, ਇਵੈਂਚੁਅਲੀ ਪਿਛਲੇ 50 ਸਾਲ 'ਚ ਪੰਜਾਬ ਨੇ ਆਪਣੇ ਆਪ ਨੂੰ ਆਪ ਹੀ ਕੋਸ਼ਿਸ਼ ਪੰਜਾਬੀਆਂ ਨੇ ਕਰਕੇ ਆਪਣੇ ਨੂੰ ਕਮਜ਼ੋਰ ਕੀਤਾ, ਠੀਕ ਹੈ। ਬਿਲਕੁਲ ਸਹੀ ਗੱਲ, ਠੀਕ ਹੈ। ਤੁਸੀਂ ਦਿੱਲੀ ਤੁਹਾਡਾ ਹਿੱਸਾ ਹੁੰਦੀ ਸੀ, 1911 ਦਾ ਸੈਂਸਸ ਚੱਕ ਕੇ ਦੇਖੋ, ਰੋਹਤਕ ਤੱਕ ਦੇ ਜਿਹੜੇ ਇਲਾਕੇ ਨੇ ਇਹ ਦਿੱਲੀ ਡਿਵੀਜ਼ਨ ਦਾ ਹਿੱਸਾ ਹੁੰਦੇ ਸੀ, ਪਿੰਡ ਹੁੰਦੇ ਸੀ ਇਹਨਾਂ ਦੇ, ਠੀਕ। ਤੁਹਾਡਾ ਬਾਰਡਰ ਜਿਹੜਾ ਹੈ ਉਹ ਪਿਸ਼ਾਵਰ ਦੇ ਥੱਲਿਓਂ ਇੰਡਸ ਤੋਂ ਜੇ ਆਪਾਂ ਚਾਲੂ ਕਰ ਦਈਏ ਉੱਥੋਂ ਕਰਕੇ ਦਿੱਲੀ ਤੱਕ ਜਾਂਦਾ ਸੀ, ਇੱਧਰੋਂ ਮੁਲਤਾਨ ਡੇਰਾ ਗਾਜ਼ੀ ਖਾਨ ਤੋਂ ਲੈ ਕੇ ਧਰਮਸ਼ਾਲਾ ਤੋਂ ਉੱਪਰ ਤੱਕ ਜਾਂਦਾ ਸੀ, ਠੀਕ। ਦੈਟ ਵਾਜ਼ ਅ ਬਿਗ ਪੰਜਾਬ। ਜਿਹੜੀ ਪਾਕਿਸਤਾਨ ਵਾਲੀ ਡਿਵੀਜ਼ਨ ਹੋਈ, ਚਲੋ ਉਹ ਤੁਹਾਡੇ ਵੱਸੋਂ ਬਾਹਰ ਦੀ ਖੇਡ ਸੀ, ਤੁਸੀਂ ਨਹੀਂ ਸੀ ਕੰਟਰੋਲ ਕਰ ਸਕਦੇ। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਹੋਈਆਂ ਉਹ ਕੰਟਰੋਲ ਕੀਤੀਆਂ ਜਾ ਸਕਦੀਆਂ ਸੀ ਜੇ ਉਸ ਟਾਈਮ ਤੇ ਲੀਡਰਸ਼ਿਪ ਨੇ ਸਿਆਣੀ ਸਟੈਂਡ ਲਿਆ ਹੁੰਦਾ।
ਉਹ 'ਚ ਗਲਤੀ ਦੋਨਾਂ ਪਾਸਿਆਂ ਦੀ ਹੈ, ਕਿਸੇ ਇੱਕ ਦੀ ਨਹੀਂ ਹੈਗੀ। ਬਟ ਇਵੈਂਚੁਅਲੀ ਪੰਜਾਬ ਤਾਂ ਕਮਜ਼ੋਰ ਹੋਇਆ ਹੀ ਹੈ ਨਾ। ਸੋ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਦੇਖੋ ਇੱਕ ਤੇ ਜਿਹੜੀ ਕਿ ਹੁਣ ਯਾਰ ਹਰ ਬੰਦਾ ਸੇਮ ਨਹੀਂ ਹੁੰਦਾ, ਕੋਈ ਬੰਦਾ ਧੱਕੜ ਹੁੰਦਾ, ਧੜੱਲੇਦਾਰ ਹੁੰਦਾ, ਕੋਈ ਬੰਦਾ ਥੋੜਾ ਜਿਹਾ ਡੋਸਾਈਲ ਹੁੰਦਾ, ਕੋਈ ਬੰਦਾ ਮੀਡੀਓਕਰ ਜਿਹਾ ਹੁੰਦਾ, ਠੀਕ ਹੈ। ਸੋ ਹੁਣ ਜਿਹੜੀ ਧੜੱਲੇਦਾਰ ਧਿਰ ਸੀ ਉਹਨੇ ਕਿਹਾ ਬਾਈ ਹੁਣ ਲੜਦੇ ਕਰਦੇ ਤਾਂ ਅਸੀਂ ਹੋਈ ਆ, ਫਿਰ ਐਂ ਕਰੋ ਤੁਸੀਂ ਸਾਰੇ ਪਾਸੇ ਹੋ ਜਾਓ, ਸਾਨੂੰ ਸਾਰਾ ਕੁਝ ਹੀ ਦੇ ਦਿਓ। ਮੈਨੂੰ ਤੁਹਾਡੇ ਨਾਲ ਇਸੇ ਗੱਲ ਤੋਂ ਇੱਕ ਸਵਾਲ ਬੜਾ ਖੂਬਸੂਰਤ ਸਵਾਲ ਬਣਿਆ ਮੇਰੇ ਦਿਮਾਗ ਦੇ ਵਿੱਚ ਕਿ ਤੁਸੀਂ ਜਿਵੇਂ ਗੱਲ ਕੀਤੀ ਕਿ ਜੀ ਦਿੱਲੀ ਪੰਜਾਬ ਦੇ ਨਾਲ ਹੁੰਦਾ ਸੀ ਕਿ ਪੰਜਾਬ ਦੇ ਟੁਕੜੇ ਹੋ ਗਏ ਬੇਸਿਕਲੀ, ਪਰ ਉਸ ਦੌਰਾਨ ਜਿਹੜੇ ਮੋਰਚੇ ਲੱਗਦੇ ਰਹੇ, ਮੈਨੂੰ ਨਹੀਂ ਪਤਾ ਇਹ ਮਿੱਥ ਹੈ, ਅੱਜ ਤੁਸੀਂ ਇਹਨੂੰ ਕਲੀਅਰ ਕਰੋਗੇ ਕਿ ਕਹਿਣ ਸੁਣਨ ਦੀਆਂ ਗੱਲਾਂ ਇਹੀ ਚੱਲਦੀਆਂ ਨੇ ਕਿ ਹਿੰਦੂਜ਼ ਨੇ, ਪੰਜਾਬੀ ਹਿੰਦੂਜ਼ ਨੇ ਉਹਦੇ 'ਚ ਇਨਵੋਲਵਮੈਂਟ ਨਹੀਂ ਦਿੱਤੀ। ਹੁਣ ਤੱਕ ਵੀ ਕਹਿੰਦੇ ਇਦਾਂ ਹੀ ਚੱਲਦਾ ਆ ਰਿਹਾ ਕਿ ਜਿੱਥੇ ਵੀ ਕੋਈ ਪ੍ਰੋਟੈਸਟ ਹੁੰਦੇ ਨੇ ਲੋਕ ਇਕੱਠੇ ਹੋ ਕੇ ਸਰਕਾਰ ਦਾ ਵਿਰੋਧ ਕਰਦੇ ਨੇ ਪੰਜਾਬ ਦੇ ਭਲਾਈ ਦੇ ਲਈ। ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪਰਸਨਲ ਬੈਨੀਫਿਟ ਛੱਡ ਦਿੰਦੇ ਕਿ ਜਿੰਨੇ ਵੀ ਪ੍ਰੋਟੈਸਟ ਫॉर ਦਾ ਪੰਜਾਬ ਹੋਏ ਕਿ ਉੱਥੇ ਪੰਜਾਬੀ ਹਿੰਦੂਜ਼ ਦੀ ਇਨਵੋਲਵਮੈਂਟ ਨਹੀਂ ਰਹੀ। ਇਹ ਮੈਂ ਨਹੀਂ ਕਹਿੰਦਾ, ਮਤਲਬ ਇਦਾਂ ਦਾ ਸਿਨੈਰੀਓ ਚੱਲ ਰਿਹਾ ਸੋਸਾਇਟੀ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਅਗਰ ਆਪਾਂ ਨੂੰ ਇਹ ਲੱਗਦਾ ਕਿ ਸਪਰੈਸ ਹੋ ਰਹੀ ਹੈ ਕੈਟਾਗਰੀ, ਤਾਂ ਸਪਰੈਸ ਇਸੇ ਵਜ੍ਹਾ ਮੈਨੂੰ ਸੋਲ ਰੀਜ਼ਨ ਇਹ ਦਿਖਦਾ ਕਿ ਇਸ ਕਰਕੇ ਸ਼ਾਇਦ ਹੁਣ ਦੇਖੋ ਉਹਦੇ 'ਚ ਕੀ ਹੈ ਨਾ, ਇਹ ਹੁਣ ਨੈਰੇਟਿਵ ਦੀ ਗੇਮ ਬੇਸਿਕਲੀ। ਹੁਣ ਉਹ ਪਹਿਲੀ ਗੱਲ ਤਾਂ ਯਾਰ ਆਪਾਂ ਦੋ ਤਰੀਕਾ ਲੈ ਲੈਂਦੇ 47 ਤੇ 66, ਠੀਕ ਹੈ। ਇੱਕ ਨੂੰ ਤੁਸੀਂ ਜਾਂ ਨੂੰ ਦੋ ਡਿਵੀਜ਼ਨਸ ਮੰਨ ਲਓ ਜਾਂ ਇੱਕ ਨੂੰ ਡਿਵੀਜ਼ਨ, ਇੱਕ ਨੂੰ ਰੀਆਰਗੇਨਾਈਜੇਸ਼ਨ ਮੰਨ ਲਓ, ਜਿਹੜਾ ਕਿ ਬੈਟਰ ਵਰਡ ਦਿੱਤਾ ਜਾਂਦਾ ਰੀਆਰਗੇਨਾਈਜੇਸ਼ਨ ਆਫ ਪੰਜਾਬ। ਡਿਵੀਜ਼ਨ ਨਹੀਂ ਹੋਈ ਉਹ। ਹੁਣ ਜਦੋਂ ਚਲੋ SYL ਤੇ ਆ ਜਾਓ, ਠੀਕ, ਇੱਕ ਹੋਰ ਇਸ਼ੂ ਪੰਜਾਬ ਦਾ। ਸੋ ਕਪੂਰੀ ਵਾਲੇ ਮੋਰਚੇ ਤੇ ਆ ਜਾਓ, ਕੀ ਕਪੂਰੀ ਵਾਲੇ ਮੋਰਚੇ ਤੇ ਸਤਪਾਲ ਡਾਂਗ ਨਹੀਂ ਸੀ ਬੈਠਾ? ਕੀ ਸਤਪਾਲ ਡਾਂਗ ਸਿੱਖ ਸੀ? ਸਤਪਾਲ ਡਾਂਗ ਤੇ ਹਿੰਦੂ ਸੀ, ਪਰ ਸਤਪਾਲ ਡਾਂਗ ਕਾਮਰੇਡ ਵੀ ਸੀ। ਕਿ ਜਦੋਂ ਪੰਜਾਬੀ ਮੋਰਚਾ ਹੋ ਰਿਹਾ, ਜਿਸ ਤਰੀਕੇ ਨਾਲ ਪੰਜਾਬ ਵੰਡਿਆ ਜਾ ਰਿਹਾ, ਉਹਦੇ ਖਿਲਾਫ ਇਹਨਾਂ ਦਾ ਨਹਿਰੂ ਬੋਲ ਰਿਹਾ, ਇਹਨਾਂ ਦਾ ਡਿਪਟੀ CM ਹੁੰਦਾ ਸੀਗਾ ਪ੍ਰਤਾਪ ਸਿੰਘ ਕੈਰੋਂ ਦਾ, ਪੰਡਿਤ ਮੋਹਨ ਲਾਲ, ਕਿ ਉਹਨੇ ਪੰਜਾਬ ਦੇ ਹੱਕ 'ਚ ਸਟੈਂਡ ਨਹੀਂ ਲਿਆ। ਉਹਨੇ ਤਾਂ ਪੰਜਾਬ 'ਤੇ ਕਿਤਾਬ ਵੀ ਲਿਖਤੀ, ਠੀਕ ਹੈ, ਪੰਜਾਬ ਦੀ ਵੰਡ ਪੰਜਾਬੀ 'ਚ। ਉਹ ਅਸ਼ੋਕ ਕੁਮਾਰ ਨੇ ਟਰਾਂਸਲੇਟ ਕੀਤੀ, ਬਹੁਤ ਸਾਰੇ ਲੋਕਾਂ ਨੇ ਨਹੀਂ ਪੜ੍ਹੀ। ਅਜੀਤ ਸਿੰਘ ਸਰਹੱਦੀ ਦੀ ਕਿਤਾਬ ਹੈ ਪੰਜਾਬੀ ਸੂਬੇ ਦੀ ਗਾਥਾ, ਉਹਦੇ ਵਿੱਚ ਅਕਾਲੀ ਦਲ 'ਚ ਕੀ ਚੀਜ਼ਾਂ ਚੱਲ ਰਹੀਆਂ ਔਰ ਕਿਵੇਂ ਚੀਜ਼ਾਂ ਨੂੰ ਸਪੈਸ਼ਲ ਸ਼ੇਪ ਲੈ ਕੇ। ਹੁਣ ਯਾਰ ਪਿਛਲੇ 10 ਸਾਲਾਂ ਦੀ ਪੋਲੀਟਿਕਸ ਨਹੀਂ ਦੇਖ ਲਈ ਨਾ, ਵੀ ਕਿਹੜੀ ਗੱਲ ਕਿੱਥੋਂ ਸ਼ੁਰੂ ਹੋਈ ਸੀ। ਜਿਹੜੇ ਬੰਦੇ RTI ਤੋਂ ਫੇਮਸ ਹੋਏ, ਅੱਜ ਉਹੀ RTI ਦੇ ਖਿਲਾਫ ਹੋ ਗਏ ਔਰ ਲੋਕਾਂ ਲਈ ਉਹ ਚੀਜ਼ ਮੈਟਰ ਨਹੀਂ ਕਰ ਰਹੀ। ਬਟ ਪ੍ਰੋਪੋਗੈਂਡਾ ਜਾਂ ਕੈਂਪੇਨ ਇਸ ਤਰੀਕੇ ਨਾਲ ਚਲਾਏਗੀ ਕਿ ਲੋਕਾਂ 'ਚ ਉਹ ਰਿਕਾਰਡ ਉਸ ਤਰੀਕੇ ਨਾਲ ਹੋਈ ਕਿ ਲੋਕਾਂ ਨੂੰ ਲੱਗਣ ਲੱਗੇ ਯਾਰ ਇਹੀ ਬੰਦੇ ਸਹੀ ਨੇ। ਸੇਮ ਚੀਜ਼ ਪੰਜਾਬੀ ਮੋਰਚੇ 'ਚ ਵੀ ਹੋਈ। ਜਦੋਂ ਤੁਸੀਂ SYL ਤੇ ਮੋਰਚਾ ਲੱਗਿਆ, ਪਟਿਆਲੇ ਲੱਗਿਆ, ਕਪੂਰੀ ਲੱਗਿਆ, ਚੱਲ ਰਹੇ ਸਾਰੇ ਲੋਕ ਉੱਥੇ ਆ ਰਹੇ। ਇਵੈਂਚੁਅਲੀ ਕੀ ਹੁੰਦਾ ਕਿ ਹੁਣ ਤੁਸੀਂ ਕਹੋ ਕਿ ਸ਼ਹਿਰੀ ਹਿੰਦੂ ਵੀ ਉਨਾ ਹੀ ਖੁੱਲ੍ਹ ਕੇ ਪਾਰਟਿਸਿਪੇਟ ਕਰੇ ਇਹਨਾਂ ਚੀਜ਼ਾਂ, ਬਈ ਉਹ ਪੋਸੀਬਲ ਨਹੀਂ ਹੈਗਾ। ਹਰ ਕਮਿਊਨਿਟੀ ਉਨੀ ਧੜੱਲੇਦਾਰ ਨਹੀਂ ਹੁੰਦੀ। ਪਰ ਇਹਦਾ ਮਤਲਬ ਇਹ ਥੋੜੀ ਉਹ ਦੇਸ਼ ਧਰੋਹੀ ਨੇ ਜਾਂ ਪੰਜਾਬ ਨਾਲ ਧਰੋ ਕਮਾਇਆ। ਜਦੋਂ ਤੁਸੀਂ ਉਸ ਨੂੰ ਚੱਕ ਕੇ ਦਰਬਾਰ ਸਾਹਿਬ ਲੈ ਗਏ, ਠੀਕ, ਦਰਬਾਰ ਸਾਹਿਬ ਲੈ ਕੇ ਤਾਂ ਤੁਸੀਂ ਅਕਾਲੀ ਦਲ ਦੇ ਫੈਕਸ਼ਨਸ ਨੂੰ ਵੀ ਸਿਲੈਕਟਿਵਲੀ ਪ੍ਰਮੋਟ ਕੀਤਾ, ਸਿਲੈਕਟਿਵਲੀ ਬਾਹਰ ਕੀਤਾ। ਪਹਿਲਾਂ ਸੰਤ ਹਰਚੰਦ ਲੌਂਗੋਵਾਲ ਨੂੰ ਪਾਸੇ ਕੀਤਾ ਗਿਆ, ਫਿਰ ਨਾਲ ਦੀ ਲੀਡਰਸ਼ਿਪ ਨੂੰ ਪਾਸੇ ਕੀਤਾ ਗਿਆ। ਫਿਰ ਇੱਕ ਸਾਡੇ ਸਰਦਾਰ ਕਪੂਰ ਸਿੰਘ ਬੈਠੇ ਨੇ ਸਾਚੀ ਸਾਖੀ ਵਾਲੇ, ਫਿਰ ਉਹਨਾਂ ਉਹ ਬੰਦਾ ਨੇ ਇਲੈਕਸ਼ਨ ਵੀ ਲੜੀ ਸੀ। ਉਹ ਬੰਦੇ ਨੇ ਪਰਸਨਲ ਕੇਸਿਸ ਸੀਗੇ ਜਿਹਦੇ ਕਰਕੇ ਨੌਕਰੀ ਤੋਂ ਬਾਹਰ ਹੋਇਆ ਸੀ। ਉਹਨੇ ਇਸ ਚੀਜ਼ ਨੂੰ ਕੌਮ ਦਾ ਇਸ਼ੂ ਬਣਾਤਾ ਔਰ ਉਸ ਤਰੀਕੇ ਨਾਲ ਤੁਸੀਂ ਨੈਰੇਟਿਵ ਸੈੱਟ ਕਰਤਾ, ਠੀਕ ਹੈ। ਦੋ ਅਖਬਾਰਾਂ 'ਚ ਆਪਣੀ ਆਪਸੀ ਕੰਪੀਟੀਸ਼ਨ ਸੀ, ਸੈਂਸੇਸ਼ਨਲਿਜ਼ਮ ਅੱਜ ਥੋੜਾ ਹੋ ਰਹੀ, ਉਦੋਂ ਵੀ ਹੋ ਰਹੀ ਸੀ। ਸੋ ਇਹ ਨਹੀਂ ਵੀ ਪੰਜਾਬੀ ਹਿੰਦੂ ਨੇ ਪਾਰਟਿਸਿਪੇਟ ਜੀ, ਪੰਜਾਬੀ ਹਿੰਦੂ ਨੇ ਪਾਰਟਿਸਿਪੇਟ ਕੀਤਾ। ਤੁਸੀਂ 61 ਵਾਲਾ ਸੈਂਸਸ ਲੈ ਕੇ ਦੇਖੋ, ਪੰਜਾਬੀ ਹਿੰਦੂ ਸਪੀਕਿੰਗ ਜਿਹੜੀ ਪੰਜਾਬੀ ਸਪੀਕਿੰਗ ਬੰਦੇ ਨੇ ਨਾ, ਉਹਨਾਂ ਦੀ ਗਿਣਤੀ ਵਧੀ ਸੀ ਕੰਸਿਸਟੈਂਟਲੀ, ਘਟੀ ਨਹੀਂ ਸੀ। ਰਿਕਾਰਡ ਚੱਕ ਕੇ ਦੇਖਦੇ ਹਾਂ ਜੀ ਅਸੀਂ, ਕਰਨਾਲ 'ਚ ਵੀ ਪੰਜਾਬੀ ਸਪੀਕਰ ਹੈਗਾ। ਉਹਦੇ 'ਚ ਹੋਇਆ ਕਿ ਉਸ ਟਾਈਮ ਤੇ ਇਹ ਮੁਲਕ 'ਚ ਬਾਹਰੋਂ ਬਹੁਤ ਸਾਰੇ ਲੋਕ ਆ ਗਏ ਸੀਗੇ, ਇਹਨਾਂ ਵੇ ਕਿ ਜਿਹੜੇ ਰਿਫਿਊਜੀ ਜਿਹਨਾਂ ਨੂੰ ਅਸੀਂ ਕਹਿੰਦੇ ਸੀ, ਠੀਕ ਹੈ। ਇੱਥੋਂ ਜਿਹੜੇ ਮੁਸਲਮਾਨ ਗਿਆ ਉਹ ਕਮੀ ਸੀ, ਉਹ ਜ਼ਿਮੀਂਦਾਰ ਨਹੀਂ ਸੀ। ਵੈਸਟਰਨ UP ਵਾਲਾ ਮੁਸਲਮਾਨ ਜ਼ਿਮੀਂਦਾਰ ਸੀ ਜਿਹੜਾ ਗਿਆ ਸੀ। ਜ਼ਮੀਨਾਂ ਜਦੋਂ ਅਲਾਟ ਹੋਣੀਆਂ ਬਈ ਜਿੱਥੇ ਜ਼ਮੀਨ ਹੋ ਉੱਥੇ ਹੀ ਹੋ। ਪੰਜਾਬ 'ਚ ਛੋਟੇ ਪ੍ਰਪੋਰਸ਼ਨਲੀ ਜ਼ਮੀਨਾਂ ਅਲਾਟ ਹੋਈਆਂ, ਇਸ ਚੀਜ਼ ਦੀ ਰੌਲਾ ਵੀ ਪਿਆ। ਫਿਰ ਜਿੱਥੇ ਬਾਹਰ ਜ਼ਮੀਨ ਮਿਲਦੀ ਗਈ ਲੋਕ ਉੱਧਰ ਮੂਵ ਕਰਦੇ ਗਏ। ਜੇ ਗੰਗਾ ਨਗਰ ਪੰਜਾਬ ਦਾ ਹਿੱਸਾ ਹੁੰਦਾ, ਹਨੂੰਮਾਨਗੜ੍ਹ ਪੰਜਾਬ ਦਾ ਹਿੱਸਾ ਹੁੰਦਾ, ਕਿ ਆਹ ਰਾਜਸਥਾਨ ਵਾਲਾ ਫੀਡਰ ਵਾਲਾ ਰੌਲਾ ਇਹਨਾਂ ਪੈਣਾ ਸੀ? ਇਮਾਨਦਾਰੀ ਨੂੰ ਚਲੋ ਇਹ ਗੱਲ ਦੱਸਿਓ। ਜਦੋਂ ਪੰਜਾਬ ਦਾ ਹਿੱਸਾ ਹੋ ਗਿਆ ਤੇ ਜਦੋਂ ਇੰਡਸ ਵੈਲੀ ਦੀ ਟਰੀਟੀ ਹੋਈ ਸੀ 52 ਤੇ 55 'ਚ,
ਪੰਜਾਬ ਤੇ ਅਮਰੀਕਾ ਆ ਗਿਆ ਸੀ ਪਾਕਿਸਤਾਨ ਦੀ ਪਿੱਠ ਤੇ ਵੀ ਪਾਣੀ ਸਾਨੂੰ ਦਿਓ, ਇੱਧਰ ਤੁਸੀਂ ਇੱਧਰ ਇਹਨਾਂ ਨੂੰ 3 ਨਦੀਆਂ ਦਾ ਪਾਣੀ ਪੂਰਾ ਦਿਓ ਤੇ 2 ਦਾ ਵੀ ਉੱਪਰੋਂ ਕੱਟ ਕੇ ਦਿਓ। ਤੇ ਉਹ ਤਾਂ ਤੁਸੀਂ ਦਿਖਾਇਆ ਵੀ ਭਾਈ ਜੀ ਅਸੀਂ ਜਿਹੜੀਆਂ 2 ਨਦੀਆਂ ਨੇ ਅਸੀਂ ਆ ਇੰਨਾ ਖਿੱਤਾ ਜਿਹੜਾ ਹੈ ਇਹਨੂੰ ਪਾਣੀ ਦੇਣਾ। ਤੁਸੀਂ ਜਦੋਂ ਰਿਕਾਰਡ ਤੇ ਗੱਲ ਕਰਤੀ ਵੀ ਰਾਜਸਥਾਨ ਦੇ ਇਸ ਇਲਾਕੇ ਨੂੰ ਵੀ ਪਾਣੀ ਦੇਣਾ ਪੈਣਾ, ਵੀ ਸਾਡੀ ਇਹ ਟ੍ਰਿਬਿਊਟਰੀ ਸਟੇਟ ਸੀਗੀ, ਸਾਨੂੰ ਪਹਿਲਾਂ ਇੰਡੀਅਨ ਗਵਰਨਮੈਂਟ ਨੂੰ ਪੈਸੇ ਦਿੰਦਾ ਰਿਹਾ ਮਹਾਰਾਜਾ ਗੰਗਾ ਸਿੰਘ, ਤੇ ਤੁਸੀਂ ਹਰਿਆਣੇ ਦੇ ਇਸ ਹਿੱਸੇ ਨੂੰ ਵੀ ਪੈਸਾ ਦੇਣਾ, ਮਤਲਬ ਪਾਣੀ ਦੇਣਾ। ਤਾਂ ਤੁਸੀਂ ਜਦੋਂ ਲਾਅ 'ਚ ਉਹ ਚੀਜ਼ 370 ਤੇ ਆਪੋਜੀਸ਼ਨ ਪੰਜਾਬ 'ਚ ਇਸੇ ਕਰਕੇ ਹੋਈ ਨਾ, ਤੁਸੀਂ ਲਿਖ ਕੇ ਮੁੱਕਰ ਗਏ। ਤੇ ਇੰਡਸ ਵੈਲੀ ਦੇ ਵੀ ਤਾਂ ਚੀਜ਼ਾਂ ਲਿਖੀਆਂ ਹੋਈਆਂ ਨੇ ਨਾ ਉਹ ਸਮਝੌਤੇ ਦੇ, ਉਸ ਤੋਂ ਬਾਅਦ ਵੀ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਲਿਖੀਆਂ ਹੋਈਆਂ ਨੇ ਨਾ। ਇੱਕ ਪਾਸੇ ਲਿਖ ਕੇ ਮੁੱਕਰ ਜਾਓ ਤਾਂ ਗੱਲ ਮਾੜੀ, ਦੂਜੇ ਪਾਸੇ ਲਿਖ ਕੇ ਮੁੱਕਰ ਜਾਓ ਤਾਂ ਗੱਲ ਚੰਗੀ। ਯਾਰ ਇਹ ਤਾਂ ਫਿਰ ਹੁਣ ਗਲਤ ਗੱਲ ਹੋਈ, ਠੀਕ ਹੈ। ਸੋ ਮੈਂ ਵੀ ਇਹੀ ਗੱਲ ਕਰ ਰਿਹਾ, ਪੰਜਾਬੀ ਹਿੰਦੂ ਜੋ ਅਸੀਂ ਐਕਸਪੈਕਟ, ਜੇ ਫਰੀडम ਸਟਰਗਲ ਦੀ ਗੱਲ ਕਰੋਗੇ, ਮੈਂ 2-3 ਚੈਪਟਰ ਪਾਏ ਅੱਜ, ਐ ਤਾਂ ਨਹੀਂ ਪੰਜਾਬੀ ਹਿੰਦੂ ਮਰੇ ਨਹੀਂ, ਮਦਨ ਲਾਲ ਢੀਂਗਰਾ ਕੋਈ ਐ ਤਾਂ ਨਹੀਂ ਸੀ, ਭਗਤ ਸਿੰਘ ਦੇ ਨਾਲ ਸੁਖਦੇਵ ਥਾਪਰ ਸੀ, ਕੋਈ ਐ ਤਾਂ ਨਹੀਂ ਸੀ ਯਾਰ ਉਹ ਫਾਂਸੀ ਤੇ ਨਹੀਂ ਚੜ੍ਹੇ ਜਾਂ ਉਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ, ਠੀਕ ਹੈ। ਐ ਤਾਂ ਨਹੀਂ ਵੀ ਪੰਜਾਬੀ ਹਿੰਦੂ ਉੱਥੇ ਕਾਲਾ ਪਾਣੀ ਨਹੀਂ ਗਿਆ, ਉਹਨਾਂ ਨੂੰ ਸਜ਼ਾ ਨਹੀਂ ਹੋਈ। ਭਾਈ ਪਰਮਾਨੰਦ ਸੀ, ਕਰਮ ਸਿੰਘ ਸੀ, ਕਰਮ ਸਿੰਘ ਨਾਮ ਸਿੰਘ ਸੀ ਪਰ ਸੀਗਾ ਉਹ ਹਿੰਦੂ, ਠੀਕ ਹੈ। ਸੋ ਹੁਣ ਬਹੁਤ ਸਾਰੇ, ਹੁਣ ਮੈਂ ਤਾਂ ਯਾਰ ਮੈਂ ਉਸ ਮਾਹੌਲ 'ਚੋਂ ਆਇਆ ਵੀ ਜਦੋਂ ਸਾਡੇ ਪਿੰਡ 'ਚ, ਮੈਂ ਜਿਹੜੇ ਪਿੰਡ ਮਤਲਬ ਆਪਣੀਆਂ ਗਰਮੀਆਂ ਦੇ ਸਰਦੀਆਂ ਦੀ ਛੁੱਟੀਆਂ 'ਚ ਜਾਂਦਾ ਹੁੰਦਾ ਸੀ, ਸੈਂਟਰ ਗੁਰਦੁਆਰਾ ਸਾਡੇ ਘਰ ਤੋਂ ਬਿਲਕੁਲ ਨਾਲ ਹੈ, 4 ਘਰ ਛੱਡ ਕੇ। ਸਾਡਾ ਪਿੰਡ ਸ਼ਿਵਾਲਾ ਵੀ ਹੈ, ਠੀਕ ਹੈ, ਮੰਦਿਰ ਨਹੀਂ ਸੀ ਉੱਥੇ, ਸ਼ਿਵਾਲਾ ਕਹਿੰਦੇ ਸੀ, ਠੀਕ ਹੈ, ਉਹ ਵੀ ਹੈਗਾ ਨਾਲ। ਸ਼ਾਹ ਕਰੋੜੇ ਦੀ ਦਰਗਾਹ ਵੀ ਹੈਗੀ, ਨਾਲ ਮਸੀਤ ਵੀ ਹੈਗੀ ਹੈ। ਸਾਡੇ ਘਰ 'ਚ ਸੀਗੇ ਵੀ ਘਰ 'ਚ ਜੇ ਕਿਸੇ ਦਾ ਵਿਆਹ ਹੋਣਾ ਹੈ, ਜੇ ਕੋਈ ਮੁੰਡਾ ਹੋਇਆ ਜਾਂ ਕੁਛ ਹੋਰ ਹੈ, ਤਾਂ ਤੁਸੀਂ ਸਾਰੇ ਪਾਸੇ ਜਾਣਾ, ਠੀਕ ਹੈ। ਇਹ ਕੋਈ ਵੀ ਇੱਕ ਚੀਜ਼ ਛੱਡੋਗੇ ਉਹ ਰਸਮ ਪੂਰੀ ਨਹੀਂ ਮੰਨੀ ਜਾਣੀ। ਗੁਰੂ ਘਰ ਤਾਂ ਮੈਂ ਪਤਾ ਨਹੀਂ ਯਾਰ ਕਿੰਨੀ ਵਾਰੀ ਜਾਣਾ ਹੈ, ਜਾਂ ਮੈਂ ਹੁਣ ਵੀ ਜਾਊਂਗਾ, ਪਹਿਲਾਂ ਵੀ ਜਾਂਦਾ ਸੀ। ਆਪਣੀ ਹੋ ਨਾ ਆਸਥਾ ਹੈ, ਮੇਰਾ ਜੀ ਕਰਦਾ ਮੈਂ ਇਸ ਚੀਜ਼ ਨੂੰ ਫਲੌਂਟ ਕਰਾਂ ਨਾ ਕਰਾਂ, ਦੈਟ ਇਜ਼ ਮਾਈ ਥਿੰਗ। ਬਟ ਮੈਂ ਕੋਈ ਮੈਨੂੰ ਇਹ ਕਹਿ ਰਿਹਾ ਨਹੀਂ ਮੈਂ ਇਕੱਲਾ ਮੰਦਰ ਹੀ ਜਾਊਂਗਾ ਕਿਉਂਕਿ ਮੈਂ ਹਿੰਦੂ ਹਾਂ, ਫਿਰ ਯਾਰ ਉਹ ਚੀਜ਼ ਗਲਤ ਹੈ। ਇੱਕ ਨਾ ਹੁਣ ਤੁਹਾਡੇ ਰੀਸੈਂਟ ਤੁਸੀਂ ਆਰਟੀਕਲ ਪਬਲਿਸ਼ ਹੋਇਆ, ਸ਼ਾਇਦ ਅਜੀਤ ਅਖਬਾਰ ਦੇ ਵਿੱਚ ਹੋਇਆ, ਤੁਸੀਂ ਚੈਲੰਜਸ ਜਿਹੜੇ ਪੰਜਾਬ ਦੇ ਲਈ ਆ ਰਹੇ ਨੇ, ਕਿ ਉਹ ਪਹਿਲਾਂ ਤਾਂ ਤੁਸੀਂ ਉੱਥੇ ਲਿਖਿਆ ਕਿ ਸਮਝਣਾ ਪੈਣਾ ਕਿਹੜੇ ਚੈਲੰਜਸ ਨੇ, ਕਿ ਆਪਾਂ ਇਹਦੇ ਬਾਰੇ ਡਿਸਕਸ ਕਰਦੇ। ਤੁਹਾਨੂੰ ਲੱਗਦਾ ਹੈ ਜਿਹੜੇ ਚੈਲੰਜਸ ਪੰਜਾਬ ਦੇ ਲਈ ਆ ਰਹੇ ਨੇ ਕਿ ਉਹ ਹੱਲ ਹੋ ਸਕਦੇ ਨੇ? ਮੈਨੂੰ ਇੱਕ ਚੈਲੰਜ ਜਿਹੜਾ ਬਹੁਤ ਵੱਡਾ ਲੱਗਦਾ ਹੈ, ਬਹੁਤ ਸਾਰੇ ਲੋਕ ਉਹਦੇ ਤੇ ਕੰਮ ਵੀ ਕਰ ਰਹੇ ਨੇ, ਜਿਹੜਾ ਕਿ ਸਾਡਾ ਨੌਜਵਾਨ ਪੀੜ੍ਹੀ ਵਿਦੇਸ਼ਾਂ ਜਾ ਰਹੀ ਹੈ, ਰਿਵਰਸ ਮਾਈਗ੍ਰੇਸ਼ਨ ਦੀ ਮੂਵਮੈਂਟ ਚੱਲ ਰਹੀ ਹੈ। ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਉਹ ਕਿਉਂ ਵਾਪਸ ਆਊਗਾ, ਜਿਹਦੀਆਂ ਇੱਛਾਵਾਂ ਵਿਦੇਸ਼ ਜਾ ਕੇ ਪੂਰੀਆਂ ਹੋ ਰਹੀਆਂ ਨੌਜਵਾਨ ਦੀਆਂ, ਤੇ ਇੱਥੇ ਉਹ ਰੋਟੀ ਨਾਲ ਗੁਜ਼ਾਰਾ, ਆਪਣਾ ਰੋਟੀ 2 ਟੁੱਕ ਦਾ ਮਸਾ ਕਰਦਾ ਸੀ, ਤੇ ਵਿਦੇਸ਼ ਜਾ ਕੇ ਉਹ ਆਪਣੀ ਸਾਰੀ ਇੱਛਾਵਾਂ ਪੂਰੀਆਂ ਕਰ ਰਿਹਾ, ਉਹ ਕਿਉਂ ਵਾਪਸ ਆਊਗਾ? ਚਲੋ ਮੰਨ ਵੀ ਲੈਂਦੇ ਆ ਕਿ ਉਹ ਵਾਪਸ ਆ ਜਾਂਦਾ। ਅਸੀਂ ਇੱਕ ਮੂਵਮੈਂਟ ਚਲਾ ਲਈ, ਜਿਸ ਮੂਵਮੈਂਟ ਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਕਿ 1000 ਵਿਦੇਸ਼ ਗਏ ਨੌਜਵਾਨ ਅਸੀਂ ਵਾਪਸ ਲਿਆ, ਕਿ ਤੁਸੀਂ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਉਹਨਾਂ ਨਾਲ ਉਹ ਜਸਟੀਫਾਈ ਹੋਊਗੀ ਗੱਲ, ਕਿ ਉਹਨਾਂ ਨਾਲ ਧੋਖਾ ਨਹੀਂ ਕਰ ਰਹੇ ਅਸੀਂ ਪੰਜਾਬ ਲਿਆ ਕੇ ਉਹਨਾਂ ਨੂੰ, ਕਿ ਜਿੱਥੇ ਕਿ ਉਹ ਗੁਜ਼ਾਰਾ ਮਸਾ ਕਰ ਰਹੇ ਨੇ, ਤੇ ਇੱਕ ਪਾਸੇ ਜਾ ਕੇ ਉਹ ਆਪਣੀ ਇੱਛਾਵਾਂ ਨੂੰ ਚੰਗੇ ਤਰੀਕੇ ਨਾਲ ਪੂਰਾ ਕਰ ਰਹੇ ਨੇ। ਇੱਕ ਚੰਗਾ ਮਾਹੌਲ, ਕਿਉਂਕਿ ਇੱਥੇ ਤਾਂ ਮਾਹੌਲ ਦੀ ਬਹੁਤ ਵੱਡੀ ਕਮੀ ਹੈ। ਵਰਕ ਕਲਚਰ ਅਸੀਂ ਨੌਜਵਾਨਾਂ ਤੇ ਤਾਂ ਥੋਪ ਦਿੰਦੇ ਆ ਕਿ ਜੀ ਉਹ ਕੰਮ ਨਹੀਂ ਕਰ ਰਹੇ, ਉੱਥੇ ਜਾ ਕੇ ਵੀ ਤਾਂ ਤੁਸੀਂ ਰੈਸਟੋਰੈਂਟਾਂ ਤੇ ਕਰਦੇ ਹੋ, ਇੱਥੇ ਰੈਸਟੋਰੈਂਟ ਤੇ ਕਿਉਂ ਨਹੀਂ ਕਰਦੇ? ਤੁਸੀਂ ਵਿੱਚ ਇੱਕ ਗੱਲ ਕੀਤੀ ਸੀ ਪੀਅਰ ਪ੍ਰੈਸ਼ਰ ਦੀ, ਕਿ ਪੀਅਰ ਪ੍ਰੈਸ਼ਰ ਤਾਂ ਹੈ, ਉਹਦੇ 'ਚ ਨੌਜਵਾਨ ਦਾ ਕੋਈ ਕਸੂਰ ਨਹੀਂ ਹੈ। ਅੱਜ ਮੈਂ ਚਾਹਾਂ ਕਿ ਮੈਂ ਕੋਈ ਇੱਥੇ ਫੂਡ ਕਾਰਟ ਲਾ ਲਾਂ, ਮੇਰੇ ਮਾਪਿਓ ਐਗਰੀ ਕਰ ਜਾਣਗੇ, ਪਰ ਮੇਰੇ ਮਾਪਿਓ ਤੋਂ ਇਲਾਵਾ ਸੋਸਾਇਟੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਮੇਰੇ ਤੋਂ ਆਪਣੇ ਐਫਰਟਸ ਕੰਮ 'ਚ ਦੇ ਹੀ ਨਹੀਂ ਹੋਣੇ, ਕੰਸੈਂਟਰੇਸ਼ਨ ਹੀ ਨਹੀਂ ਕਰ ਹੁੰਦੀ, ਲੈਗ ਪੁਲਿੰਗ ਇੰਨੀ ਜ਼ਿਆਦਾ ਐਕਸਟ੍ਰੀਮ ਹੈ। ਤਾਂ ਫਿਰ ਤੁਸੀਂ ਇਹਨੂੰ ਕਿਵੇਂ ਜਸਟੀਫਾਈ ਕਰਦੇ ਹੋ ਕਿ ਹਾਂ ਉੱਥੇ ਗਿਆ ਨੌਜਵਾਨ ਪੰਜਾਬ ਆਇਆ ਤੇ ਜੀ ਉਹ ਇੱਥੇ ਤਰੱਕੀ ਕਰ ਸਕਦਾ, ਜਾਂ ਇੱਥੇ ਉਹ ਖੁਸ਼ਹਾਲ ਹੈ ਉਹਦੇ ਕੰਪੈਰੀਟਿਵਲੀ? ਨਹੀਂ ਦੇਖੋ, ਇਹਦੇ 'ਚ ਨਾ 2-3 ਗੱਲਾਂ ਆ ਜਾਂਦੀਆਂ, ਫਿਰ ਉਹੀ ਗੱਲ ਫਿਰ ਥੋੜੀ ਲੰਬੀ ਹੋ ਜਾਣੀ। ਹੁਣ ਉਹ 'ਚ ਇਹ ਦੇਖੋ, ਮੈਂ ਉਸ ਆਰਟੀਕਲ 'ਚ ਇਹ ਚੀਜ਼ ਕਹੀ ਜੋ ਮੇਰਾ ਮੰਨਣਾ ਵੀ ਹੈ, ਜੋ ਮੈਂ ਆਬਜ਼ਰਵ ਵੀ ਕੀਤਾ। ਪਹਿਲਾਂ ਆਪਾਂ ਤੁਹਾਡੇ ਆਰਟੀਕਲ ਦੀ ਸਾਰੇ ਕੀ ਪੰਜਾਬ ਦੇ ਲਈ ਥ੍ਰੈਟਸ ਨੇ, ਕੀ ਜਿਹੜੇ ਚੈਲੰਜਸ ਆ ਰਹੇ ਉਹ ਡਿਸਕਸ ਕਰਦੇ। ਪਹਿਲਾਂ ਤਾਂ ਮਾਈਂਡਸੈਟ ਦੀ ਪ੍ਰੋਬਲਮ ਇੱਕ, ਮੈਂ ਕਿਉਂਕਿ ਹੁਣ 14-15 ਸੂਬਿਆਂ 'ਚ ਰਹਿ ਗਿਆ ਕੰਮ ਦੇ ਦੌਰਾਨ, ਲੋਕਾਂ ਨੂੰ ਮਿਲ ਲਿਆ, ਪਤਾ ਲੱਗ ਗਿਆ। ਹੁਣ ਉਹਦੇ 'ਚ ਕੀ ਹੈ ਕਿ ਯਾਰ ਇੱਕ ਕੇਰਲਾ ਜਿੱਥੇ ਗਲਫ ਕੰਟਰੀ 'ਚ ਲੇਬਰ ਜਾਂਦੀ ਹੈ ਸਸਤੀ, ਤੇ ਦੂਜਾ ਪੰਜਾਬ। ਇੱਥੋਂ ਹੀ ਮਾਈਗ੍ਰੇਸ਼ਨ ਬਾਹਰ ਹੋ ਰਹੀ ਹੈ, ਹੋਰਨਾਂ ਸੂਬਿਆਂ 'ਚੋਂ ਨਹੀਂ ਹੋ ਰਹੀ। ਤਮਿਲਨਾਡੂ ਦਾ ਕੋਈ ਬੰਦਾ ਬਾਹਰ ਟੈਕਸੀ ਚਲਾਉਣ ਜਾਂ ਟਰੱਕ ਚਲਾਉਣ ਨਹੀਂ ਜਾਂਦਾ, ਉਹ ਉੱਥੇ ਜਾਂਦਾ ਜੇ ਉਹਨੂੰ ਨਾਸਾ 'ਚ ਮਿਲਦਾ ਹੋਵੇ, ਜਾਂ ਉਹਨੂੰ ਚੰਗੇ ਕਾਲਜ 'ਚ ਮਿਲਦਾ ਹੋਵੇ, ਜਾਂ ਉਹਨੂੰ ਚੰਗੇ ਕਿਸੇ ਹੋਰ ਮਤਲਬ ਉਹਨੂੰ ਕੋਈ ਅੱਛੀ ਬਲੂ ਕਾਲਰ ਜੌਬ ਮਿਲਦੀ ਹੋਵੇ, ਤਾਂ ਉਹ ਜਾਂਦਾ। ਜੇ ਉਹਨੇ ਲੇਬਰ ਹੀ ਕਰਨੀ ਹੈ, ਜੇ ਉਹਨੂੰ ਪਤਾ ਉੱਥੇ ਜਾ ਕੇ ਲੇਬਰ ਕਰਨੀ ਹੈ, ਤਾਂ ਉਹ ਤਮਿਲਨਾਡੂ 'ਚ ਵੀ ਉਹ ਕਰ ਰਿਹਾ। ਸੇਮ ਚੀਜ਼ ਬਾਕੀ ਇਲਾਕਿਆਂ 'ਚ ਵੀ ਹੈ, ਭਾਵੇਂ ਬੰਗਾਲੀ ਹੈ, ਜਾਂ ਭਾਵੇਂ ਤੇਲੂਗੂ ਸਪੀਕਿੰਗ, ਜਾਂ ਭਾਵੇਂ ਮਰਾਠੀ ਹੈ, ਜਾਂ ਭਾਵੇਂ ਗੁਜਰਾਤੀ ਹੈ। ਸਾਡੇ ਇੱਥੇ 2-3 ਗੱਲਾਂ ਨੇ। ਇੱਕ ਦਾ ਇੱਥੇ ਐਂਟਰਪ੍ਰੀਨਿਓਰਸ਼ਿਪ ਦਾ
ਹੈ ਹੀ ਨਹੀਂ, ਟ੍ਰੈਂਡ ਹੈ ਨਹੀਂ ਫੂਡ ਖਾਸ ਕਰਕੇ ਪੰਜਾਬ ਦੇ ਵਿੱਚ। ਖਾਸ ਮੈਂ ਸਪੈਸੀਫਿਕਲੀ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ 'ਚ ਐਂਟਰਪ੍ਰੇਨਿਓਰਸ਼ਿਪ ਦਾ ਕੋਈ ਟ੍ਰੈਂਡ ਨਹੀਂ ਹੈ। ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਜੋ ਲੋਕਾਂ ਨੇ ਆਪਣੇ ਬੱਚਿਆਂ ਦੇ ਦਿਮਾਗ 'ਚ ਭਰਦੇ ਆ, ਜਾਂ ਤਾਂ ਅਫਸਰ ਲੱਗ ਜਾਓ, ਸਰਕਾਰੀ ਨੌਕਰੀ ਲੈ ਲਓ, ਨਹੀਂ ਕਹਿ ਸਰਕਾਰੀ ਨੌਕਰੀ ਕਾਹਦੀ ਲੈ ਲਓ ਜਿਹੜੀ ਮਰਜ਼ੀ ਮਿਲਦੀ ਹੋਵੇ ਲੈ ਲਓ, ਠੀਕ ਹੈ। ਉਹਦੇ 'ਚ ਪ੍ਰੋਬਲਮ ਇਹ ਅਫਸਰ ਲੱਗਣਾ ਕਿ ਪਿਊਨ ਲੱਗਣਾ, ਉਹ ਲੈ ਲਓ, ਠੀਕ ਹੈ। ਪੁਲਿਸ ਵਾਲਾ ਬਣਨਾ ਜੋ ਵੀ ਹੈ, ਜਾਂ ਫਿਰ ਜੇ ਤੁਹਾਡੇ ਕੋਲ ਵੱਡਾ ਜ਼ਿਮੀਂਦਾਰਾ ਹੈਗਾ ਤਾਂ ਖੇਤੀ ਕਰ ਲਓ ਔਰ ਨਾਲ ਕੁਛ ਇੱਕ ਅੱਧਾ ਪੋਲਟਰੀ ਫਾਰਮ ਖੋਲ ਲਓ ਜਾਂ ਇੱਕ ਅੱਧਾ ਕੋਈ ਸਬਸਿਡਰੀ ਖੋਲ ਲਓ, ਦੈਟਸ ਇਟ। ਜੇ ਕੋਈ ਹਿੰਦੂਆਂ ਦਾ ਮੁੰਡਾ ਤਾਂ ਬਈ ਹੁਣ ਜੇ ਲੁਧਿਆਣਾ ਤਾਂ ਬੇਸਿਕਲੀ ਟੈਕਸਟਾਈਲ ਦਾ ਹੱਬ ਕਹਿੰਦੇ ਆ। ਟੈਕਸਟਾਈਲ ਦਾ ਹੱਬ ਯਾਰ ਪਾਣੀਪਤ ਜਾਂ ਅਹਿਮਦਾਬਾਦ ਦੇ ਮੂਹਰੇ ਲੁਧਿਆਣਾ ਕਿਤੇ ਨਹੀਂ ਟਿਕਦਾ। ਚਾਦਰਾਂ ਤੇ ਨਾ ਸਰਿਆਣਿਆਂ ਦੇ ਗਲਾਫ ਤੋਂ ਸਿਵਾਏ ਇੱਥੇ ਹੋਰ ਕੋਈ ਇਨੋਵੇਸ਼ਨ ਨਹੀਂ ਹੋ ਰਹੀ ਲੁਧਿਆਣੇ 'ਚ, ਠੀਕ ਹੈ। ਬੇਸਿਕਲੀ ਕੀ ਹੈ ਕਿ ਜਿੰਨੀ ਦੇਰ ਤੱਕ ਇੰਡਸਟਰੀ ਦੀ ਸਪੋਰਟ ਨਹੀਂ ਮਿਲਦੀ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ, ਹੁਣ ਪੰਜਾਬ 'ਚ ਅਸੀਂ ਇਸ ਥਾਂ 'ਤੇ ਇਸ ਕਰਕੇ ਪਹੁੰਚੇ ਬਿਕੋਜ਼ ਪਿਛਲੇ 50 ਸਾਲਾਂ 'ਚ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਆਪਣਾ ਨੂੰ ਅਪਗ੍ਰੇਡ ਨਹੀਂ ਕੀਤਾ। ਇੰਡਸਟਰੀ ਨੂੰ ਜਿਹੜੇ ਲੋਕ ਚਾਹੀਦੇ ਸੀ ਉਹ ਪੰਜਾਬ ਦੇ ਕਾਲਜਸ ਤੋਂ ਪੈਦਾ ਨਹੀਂ ਹੋਏ, ਜਿਹੜੇ ਪੰਜਾਬ ਦੇ ਕਾਲਜਸ ਤੋਂ ਨਿਕਲੇ ਉਹਨਾਂ ਦੀ ਕਿਸੇ ਨੂੰ ਲੋੜ ਨਹੀਂ ਸੀ। ਹੁਣ ਲੋਕਾਂ ਨੂੰ ਲੱਗੇ ਵੀ ਮੇਰਾ ਮੁੰਡਾ ਗ੍ਰੈਜੂਏਟ ਵੀ ਹੋ ਗਿਆ ਤਾਂ ਫਿਰ ਮੈਂ ਉਹਨੂੰ ਫੀਲਡ ਜੌਬ ਕਿਉਂ ਦੇਵਾਂ। ਮੈਂ ਨਾ ਤੁਹਾਨੂੰ ਇੱਥੇ ਹੁਣੇ ਕੱਟ ਰਿਹਾ ਕਿ ਤੁਹਾਨੂੰ ਤੁਸੀਂ ਗੱਲ ਕੀਤੀ ਕਿ ਜਿਹੜੇ ਲੋਕ ਗ੍ਰੈਜੂਏਟ ਪੜ੍ਹੇ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਸੀ, ਜਿਨ੍ਹਾਂ ਦੀ ਰਿਕੁਆਇਰਮੈਂਟ ਸੀ ਕਿ ਜਿੱਦਾਂ ਦੀ ਸਾਨੂੰ ਵਰਕਫੋਰਸ ਚਾਹੀਦੀ ਸੀ ਉੱਦਾਂ ਦੀ ਉਹਨਾਂ ਦੀ ਸਕਿੱਲਸ ਨਹੀਂ ਸੀ। ਇੱਥੇ ਕਸੂਰ ਕਿਹਦਾ? ਮਾਪਿਓ ਦਾ, ਉਹਨਾਂ ਬੱਚਿਆਂ ਦਾ, ਜਾਂ ਸਰਕਾਰ ਦਾ ਜਿਹੜੇ ਇਦਾਂ ਦਾ ਸਿਸਟਮ ਹੀ ਨਹੀਂ ਬਿਲਡ ਕਰ ਸਕੇ? ਯਾਰ ਪੀਪਲ ਗੈਟ ਦਾ ਗਵਰਨਮੈਂਟ ਦੇ ਡਿਜ਼ਰਵ, ਕਿ ਇਹ ਅੰਗਰੇਜ਼ੀ ਦਾ ਮੁਹਾਵਰਾ। ਲੋਕਾਂ ਨੇ ਤਾਂ ਸਰਕਾਰ ਆਪ ਹੀ ਚੁਣਨੀ ਹੈ। ਹੁਣ ਲੋਕਾਂ ਨੇ, ਹੁਣ ਤੁਸੀਂ ਦੇਖ ਲਓ ਉਹ ਸਰਕਾਰ ਚਾਹੀਦੀ ਜਿਹੜਾ ਤੁਹਾਨੂੰ 300 ਯੂਨਿਟ ਫ੍ਰੀ ਬਿਜਲੀ ਦੇਵੇ, ਜਾਂ ਤੁਹਾਨੂੰ ਉਹ ਸਰਕਾਰ ਚਾਹੀਦੀ ਹੈ ਜਿਹੜਾ ਅਗਲੇ 20 ਸਾਲ ਦਾ ਤੁਹਾਨੂੰ ਪੰਜਾਬ ਦਾ ਰੂਟ ਮੈਪ ਦੇਵੇ, ਜਿਹੜੇ ਤੁਹਾਨੂੰ ਕੌੜੀਆਂ ਗੱਲਾਂ ਵੀ ਦੱਸੇ ਔਰ ਦੱਸੇ ਵੀ ਭਾਈ ਇਹ ਕੌੜੀ ਇਹ ਚੀਜ਼ ਹੈ, ਪੀਣੀ ਜ਼ਰੂਰੀ ਹੈ ਤਾਂ ਠੀਕ ਹੋਏਗਾ। ਮੈਂ ਤੁਹਾਨੂੰ ਕਹਿੰਦਾ ਹਾਸੇ ਵਾਲੀ ਗੱਲ ਦੱਸਦਾ, ਸਾਡੇ ਪਿੰਡ ਇਹਨਾਂ ਇੱਕ ਹਕੀਮ ਸਾਹਿਬ ਹੁੰਦੇ ਸੀ, ਉਹਨਾਂ ਕੋਲ ਨਾ ਕੋਈ ਬੰਦਾ ਗਿਆ, ਉਹ ਕਹਿੰਦਾ ਇਹ ਹਕੀਮ ਸਾਹਿਬ ਮੈਨੂੰ ਦਵਾਈ ਦੇ ਦਿਓ ਪਰ ਦੇਖ ਲਓ ਦਵਾਈਆਂ ਨਾ ਕੌੜੀਆਂ ਨਾ ਹੋਣ। ਤੇ ਉਹਨੇ ਕੁਝ ਲਿਖਤਾ, ਉਹ ਉਰਦੂ 'ਚ ਲਿਖਿਆ ਉਹਨੇ, ਠੀਕ ਹੈ। ਹਕੀਮ ਹਿੰਦੂ ਸੀ ਬਟ ਉਹਨੇ ਲਿਖਿਆ ਅਰਬੀ ਲੈਂਗੁਏਜ, ਕਾਫੀ ਪੁਰਾਣੀ ਗੱਲ। ਉਹ ਬੰਦਾ ਉਹ ਪਰਚੀ ਲੈ ਕੇ ਚਲਾ ਗਿਆ, ਜਿਹੜਾ ਸਾਡੇ ਬਜ਼ੁਰਗ ਜਿਹੜੇ ਮਤਲਬ ਮੇਰੇ ਜਿਹੜੇ ਪੜਦਾਦਾ ਜੀ ਸੀਗੇ ਉਹ ਦਵਾਈਆਂ ਦਾ ਕੰਮ ਕਰਦੇ ਸੀ, ਦਿੰਦੇ ਸੀ, ਉਹਨਾਂ ਕੋਲ ਆ ਗਿਆ। ਉਹਨਾਂ ਨੇ ਪੜ੍ਹਿਆ, ਉਹ ਕਹਿੰਦੇ ਯਾਰ ਤੈਨੂੰ ਹਲਵਾਈ ਕੋਲੋਂ ਮਿਲੂ, ਭਿੰਦੇ ਕੋਲੇ। ਕਹਿੰਦਾ ਕਿਉਂ? ਕਹਿੰਦਾ ਇਹ ਤਾਂ ਸਾਰੀ ਮਿਠਾਈਆਂ ਲਿਖੀਆਂ। ਫਿਰ ਉਹ ਹਕੀਮ ਸਾਹਿਬ ਕੋਲ ਗਿਆ, ਹਕੀਮ ਕਹਿੰਦਾ ਯਾਰ ਦਵਾਈ ਲੈਂਗੇ ਤਾਂ ਕੌੜੀ ਹੋਊਗੀ, ਠੀਕ ਹੈ। ਜੇ ਤੁਹਾਨੂੰ ਪੰਜਾਬ ਦਾ ਵਿਜ਼ਨ ਪਲਾਨ ਚਾਹੀਦਾ ਤਾਂ ਕੁਛ ਤਾਂ ਤੁਹਾਨੂੰ ਸੈਕਰੀਫਾਈਸ ਕਰਨਾ ਪਏਗਾ ਨਾ, ਤੁਹਾਨੂੰ ਆਪਣੇ ਇਕਨੋਮਿਕ ਇੰਟਰਸਟ ਵੀ ਸੈਕਰੀਫਾਈਸ ਕਰਨੇ ਪੈਣਗੇ। ਤਾਂ ਹੀ ਅਸੀਂ ਇਹ ਕਹਿੰਦੇ ਅਸੀਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਹਾਂ। ਆਪਣੇ ਬੱਚਿਆਂ ਲਈ ਉਦੋਂ ਹੀ ਛੱਡ ਕੇ ਜਾਵਾਂਗੇ ਜੇ ਅਸੀਂ ਆਪਣੇ ਵਿੱਚੋਂ ਕੁਝ ਕਟਾਵਾਂਗੇ, ਤਾਂ ਜੇ ਸਾਰਾ ਕੁਝ ਅਸੀਂ ਵੀ ਖਾ ਜਾਵਾਂਗੇ ਉਹਨਾਂ ਲਈ ਤਾਂ ਕੁਝ ਨਹੀਂ ਬਚੇਗਾ ਨਾ। ਸੋ ਹੁਣ ਆਪਾਂ ਨੇ ਉਸ ਚੀਜ਼ 'ਤੇ ਜਦੋਂ ਕਾਲਜਿਸ ਵਿੱਚ ਨਹੀਂ ਸੀ ਚੀਜ਼ ਹੋ ਰਹੀ ਤਾਂ ਕੀ ਪਬਲਿਕ ਪ੍ਰੈਸ਼ਰ ਇਸ ਚੀਜ਼ 'ਤੇ ਆਇਆ? ਪਬਲਿਕ ਅਵੇਅਰ ਸੀ। NRIs ਪੰਜਾਬ 'ਚੋਂ 100 ਸਾਲ ਤੋਂ ਜਾ ਰਹੇ ਨੇ ਬਾਹਰ, ਅੱਜ ਤੱਕ ਨਹੀਂ ਜਾਣ ਲੱਗੇ, ਉਹਨਾਂ ਨੂੰ ਪਤਾ ਸੀ। ਬਟ ਉਦੋਂ ਜਦੋਂ NRIs ਗਏ ਉਹਨਾਂ ਨੇ ਕਿਹਾ ਕਿ ਪਿੰਡ 'ਚ ਨਾ ਖੇਡ ਮੇਲੇ ਕਰਾ ਲਈਏ, ਉਹ ਜ਼ਿਆਦਾ ਜ਼ਰੂਰੀ ਨੇ। ਅਸੀਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਇੰਪਰੂਵ ਕਰਕੇ ਪ੍ਰੈਸ਼ਰ ਕਰਕੇ ਇੰਪਰੂਵ ਕਰਨਾ ਜ਼ਰੂਰੀ ਨਹੀਂ ਹੈ। ਸਾਡੀ ਐਜ਼ ਅ ਸੋਸਾਇਟੀ ਵੀ ਜਿਹੜੀਆਂ ਪ੍ਰਾਇੋਰਟੀਜ਼ ਸੀਗੀਆਂ ਉਹ ਮਿਸਪਲੇਸਡ ਸੀਗੀਆਂ, ਸਰਕਾਰਾਂ ਦੀਆਂ ਵੀ ਮਿਸਪਲੇਸ ਸੀਗੀਆਂ, ਔਰ ਜਿਹੜੇ ਬਿਊਰੋਕਰੇਟਸ ਉਹਨਾਂ ਆਪਣੀ ਗੱਲ ਹੋ ਹੀ ਚੁੱਕੀ ਹੈ ਵੀ ਉਹਨਾਂ ਤੋਂ ਵੈਸੇ ਹੀ ਡਿਸਕਨੈਕਟਡ ਸੀ ਨਾ। ਸੋ ਦੈਟ ਇਜ਼ ਦ ਐਂਟਾਇਰ ਸਿਸਟਮ। ਹੁਣ ਠੀਕ ਹੈ, ਹੁਣ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਹੈ, ਉਹ 'ਚ ਕੀ ਕੀਤਾ ਵੀ ਸਾਰੀਆਂ ਚੀਜ਼ਾਂ ਸੈਂਟਰਲਾਈਜ਼ ਹੋ ਗਈਆਂ, ਜਿਹੜੀ ਮੋਦੀ ਸਰਕਾਰ 2 ਸਾਲ 1.5 ਸਾਲ ਪਹਿਲਾਂ ਲੈ ਕੇ ਆਈ, ਠੀਕ ਹੈ। ਉਹਦੇ 'ਚ ਰੀਜਨਲ ਲੈਂਗੁਏਜਿਸ ਨੂੰ ਤਾਂ ਮਿਲੀ ਹੈ ਬਟ ਅਸੀਂ ਦੇਖਾਂਗੇ ਉਹ ਇੰਡਸਟਰੀ ਓਰੀਐਂਟਡ ਉਹ ਹਾਲੇ ਵੀ ਨਹੀਂ ਹੈਗੀ। ਸੋ ਸਾਨੂੰ ਇਹ ਚੀਜ਼ ਠੀਕ ਕਰਨੀ ਪੈਣੀ, ਪਹਿਲੀ ਚੀਜ਼ ਜਦੋਂ ਅਸੀਂ ਠੀਕ ਕਰਨ ਦੀ ਗੱਲ ਕਰਦੇ। ਫਿਰ ਦੂਸਰਾ ਤੁਸੀਂ ਕਹਿੰਦੇ ਐਂਟਰਪ੍ਰੀਨਿਓਰਸ਼ਿਪ, ਮੁਹਾਲੀ 'ਚ ਬਹੁਤ ਸਾਰੇ ਲੋਕਾਂ ਨੇ, ਪੰਜਾਬੀ ਨੇ ਜਿਹੜੇ, ਉਹਨਾਂ ਨੇ ਫੂਡ ਕਾਰਟਸ ਲਗਾਉਣੀਆਂ ਸਟਾਰਟ ਕੀਤੀਆਂ। ਇੱਕ ਪੋਜ਼ਿਟਿਵ ਇਨੀਸ਼ੀਏਟਿਵ ਸੀ, ਉਹ ਦੇਖਣ ਨੂੰ ਮਿਲਿਆ। ਇਹ ਪੰਜਾਬ ਦੇ ਹੋਰਨਾਂ ਸ਼ਹਿਰਾਂ 'ਚ ਵੀ ਹੋ ਸਕਦਾ, ਠੀਕ ਹੈ। ਜਦੋਂ ਬੱਚੇ ਨੂੰ ਇਹ ਚੀਜ਼, ਮੈਂ ਬਹੁਤ ਸਾਰੇ ਮਤਲਬ ਆਪਣੇ ਜਿਹੜੇ ਦੋਸਤ ਨੇ ਉਹਨਾਂ ਦੇ ਪੇਰੈਂਟਸ ਨੇ ਕਹਿੰਦੇ ਸੁਣਿਆ ਵੀ ਤੂੰ ਯਾਰ ਕਰਕੇ ਗ੍ਰੈਜੂਏਸ਼ਨ ਕਿੱਥੇ ਧੱਕੇ ਖਾਂਦਾ ਫਿਰੇਗਾ, ਇਹ ਤੋਂ ਵੱਧ ਤਾਂ ਤੈਨੂੰ ਮੈਂ ਤਨਖਾਹ ਮਤਲਬ ਤੈਨੂੰ ਮੈਂ ਪਾਕਟ ਮਨੀ ਦੇ ਦਿੰਦਾ, ਤੂੰ ਕਿਉਂ 15,000 ਤੇ ਕੰਮ ਕਰਦਾ, ਤੂੰ ਕਿਉਂ 10,000 ਤੇ ਕੰਮ ਕਰਦਾ। ਉਹ ਗੱਲ 10-15,000 ਤੇ ਕੰਮ ਕਰਨ ਵਾਲੀ ਨਾ, ਗੱਲ ਹੁੰਦੀ ਐਕਸਪੀਰੀਅੰਸ ਦੀ। ਤੁਸੀਂ ਸਲੌਗ ਕਰੋਗੇ ਗਰਾਊਂਡ ਤੇ ਤਾਂ ਹੀ ਤਾਂ ਸਿੱਖੋਗੇ ਨਾ, ਤਦ ਹੀ ਸਿੱਖਾਂ। ਉਹ ਤੁਸੀਂ ਤਾਂ ਇਹ ਦੇਖੋ ਯਾਰ, ਜਿਹੜਾ ਤੁਹਾਨੂੰ ਸਟਾਰਟਿੰਗ ਤੁਸੀਂ 2-4 ਸਾਲ ਜਿਹੜੀ ਜੌਬ ਕਰਦੇ ਹੋ, ਬੇਸਿਕਲੀ ਤੁਹਾਡਾ ਟ੍ਰੇਨਿੰਗ ਪੀਰੀਅਡ ਹੁੰਦਾ। ਜਿਹੜੀ ਕੰਪਨੀ ਵੀ ਤੁਹਾਨੂੰ ਜੌਬ ਦੇ ਰਹੀ ਹੈ, IT ਸੈਕਟਰ 'ਚ ਦੇਵੇ, ਕਿਸੇ ਹੋਰ 'ਚ ਦੇਵੇ, ਉਹ ਤੁਹਾਨੂੰ ਕੰਮ ਸਿਖਾ ਵੀ ਰਿਹਾ ਬਿਕੋਜ਼ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਉਹਨਾਂ ਟ੍ਰੇਨਡ ਨਹੀਂ ਬਣਾਇਆ। ਜਿਹੜੀ ਲੋੜ ਤੁਸੀਂ ਚੀਜ਼ਾਂ ਸਿੱਖੋਗੇ
ਤਾਂ ਫਿਰ ਤੁਸੀਂ ਆਪਣਾ ਸਕਿੱਲ ਸੈੱਟ ਵਿੱਚ ਚੀਜ਼ਾਂ ਐਡ ਕਰਦੇ ਜਾਓਗੇ ਤਾਂ ਅੱਗੇ ਵਧੋਗੇ। ਇਹ ਦੁਨੀਆ ਦੇ ਹਰੇਕ ਕੋਨੇ 'ਚ ਹੋ ਰਿਹਾ ਨਾ। ਕੈਨੇਡਾ 'ਚ ਜਾ ਕੇ ਵੀ ਜਿਹੜੇ ਬੰਦੇ ਸੈਟਲ ਹੋ ਰਹੇ ਨੇ ਉਹਨਾਂ ਨੂੰ ਟਾਈਮ ਤੇ ਲੱਗਦਾ ਹੈ ਨਾ। ਹੁਣ ਉੱਥੇ ਜਾ ਕੇ ਕੀ ਹੈ ਕਿ ਉਹਨਾਂ ਨੂੰ ਲੱਗਦਾ ਯਾਰ ਚਲੋ ਮੈਂ ਆਪਣੇ ਪੀਅਰ ਪ੍ਰੈਸ਼ਰ ਤੋਂ ਦੂਰ ਆ ਗਿਆ। ਬੇਸਿਕਲੀ ਉਹ ਇਸ ਚੀਜ਼ ਦਾ ਰਿਲੀਫ ਹੈ। ਇਹ ਇੱਥੇ ਹੁਣ ਮੈਨੂੰ ਨਾ ਕੋਈ ਮੇਰਾ ਰਿਸ਼ਤੇਦਾਰ ਨਹੀਂ ਬੈਠਾ ਦੇਖਦਾ ਵੀ ਮੈਂ ਕੀ ਕੰਮ ਕਰ ਰਿਹਾ, ਵੀ ਉਹਨਾਂ ਨੂੰ ਤਾਂ ਇਹ ਹੈ ਵੀ ਮੈਂ ਹੁਣ ਕੈਨੇਡਾ ਆ ਗਿਆ ਤੇ ਮੈਂ ਪੈਸਾ ਬਹੁਤ ਕਮਾਉਣ ਲੱਗ ਗਿਆ। ਉਹਦੇ 'ਚ ਤੁਹਾਨੂੰ ਪੈਸੇ ਨਹੀਂ ਵੱਧ ਮਿਲਦੇ, ਤੁਹਾਨੂੰ ਕ੍ਰੈਡਿਟ ਵੱਧ ਮਿਲ ਰਿਹਾ। ਅਗੇਨ ਤੁਹਾਡੀ ਸਰਕਾਰ ਤੁਹਾਡੇ ਤੋਂ 45% ਟੈਕਸ ਲੈ ਰਹੀ ਹੈ, ਬਟ ਜੇ ਅਸੀਂ ਟੈਕਸ ਠੀਕ ਠਾਕ ਦੇ ਰਹੇ ਹੋ ਉਹ ਤੁਹਾਡੀ ਕ੍ਰੈਡਿਟ ਲਿਮਿਟ ਵਧਾ ਦਿੰਦੀ ਹੈ। ਤੁਸੀਂ 20 ਸਾਲ ਦੀ ਬਜਾਏ ਹੁਣ 50 ਸਾਲ 'ਚ ਆਪਣੇ ਘਰ ਦੀਆਂ ਕਿਸ਼ਤਾਂ ਮੋੜ ਸਕਦੇ ਹੋ। ਜਾਣੀ ਕਿ ਬੰਦਾ ਮਰ ਜਾਓ, ਕਿਸ਼ਤ ਨਹੀਂ ਟੁੱਟਣੀ ਚਾਹੀਦੀ। ਹੁਣ ਤੁਸੀਂ ਇੱਕ ਗੱਲ ਕੀਤੀ ਕਿ ਲੋਕ ਆਪਣੀ ਮਰਜ਼ੀ ਦੀ ਸਰਕਾਰ ਚੁਣਦੇ ਆ। ਜਿੰਨੇ ਲੋਕ ਵੀ ਸਰਕਾਰ ਦੀ ਵਿਰੋਧਤਾ ਕਰਦੇ ਆ ਸਾਰਿਆਂ ਦੇ ਕੋਲ ਇਹ ਗੱਲ ਤਾਂ ਹੈਗੀ ਹੈ ਕਿ ਜੀ ਸਰਕਾਰ ਤੁਸੀਂ ਆਪਣੀ ਮਰਜ਼ੀ ਦੀ ਚੁਣੀ ਹੈ, ਹੁਣ ਭੁਗਤੋ। ਜਾਂ ਉਹ ਚੁਣਨੀ ਸੀਗੀ ਫ੍ਰੀ ਪੀਸ ਵਾਲੀ ਕਿਉਂ ਚੁਣ ਲਈ ਜਿਹੜੀ ਪੰਜਾਬ ਨੂੰ ਰੂਟ ਮੈਪ। ਹਰੇਕ ਬੰਦਾ ਇਹ ਗੱਲ ਰੱਖਦਾ। ਅਗਰ ਮੈਂ ਵੀ ਸਰਕਾਰ ਦੀ ਵਿਰੋਧਤਾ ਕਰੂੰਗਾ ਤਾਂ ਮੈਂ ਇਹੀ ਕਹੂੰਗਾ ਕਿ ਯਾਰ ਤੁਸੀਂ ਫ੍ਰੀ ਪੀਸ ਵਾਲੀ ਚੁਣੀ ਸੀ, ਹੁਣੇ ਭੁਗਤ ਲਓ, ਜਾਂ ਤਾਂ ਉਦਾਂ ਦੀ ਚੁਣ ਲੈਂਦੇ ਜਿਹੜੀ ਪੰਜਾਬ ਦੇ ਭਲੇ ਦੀ ਗੱਲ ਕਰਦੀ। ਅਸੀਂ ਅਕਾਲੀ ਦਲ ਨੂੰ ਹੰਡਾ ਲਿਆ। ਪੰਜਾਬ ਦੀਆਂ ਆਪਾਂ ਮੁੱਖ 3 ਪਾਰਟੀਆਂ ਦੀ ਗੱਲ ਕਰ ਲੈਂਦੇ, ਅਕਾਲੀ ਦਲ ਨੂੰ ਹੰਡਾ ਲਿਆ, ਅਸੀਂ ਕਾਂਗਰਸ ਨੂੰ ਹੰਡਾ ਲਿਆ, ਹੁਣ ਅਸੀਂ ਆਮ ਆਦਮੀ ਪਾਰਟੀ ਦਾ ਰਾਜ ਹੰਡਾ ਲਿਆ। ਸਾਡੇ ਕੋਲ ਇਹ ਗੱਲ ਤਾਂ ਅਸੀਂ ਬਹੁਤ ਆਸਾਨ ਤਰੀਕੇ ਨਾਲ ਕਹਿ ਦਿੰਦੇ ਆ ਵੀ ਉਹਨਾਂ ਨੂੰ ਚੁਣ ਲੈਂਦੇ ਯਾਰ ਜਿਨ੍ਹਾਂ ਦਾ ਪੰਜਾਬ ਦੇ ਲਈ ਵਿਜ਼ਨ ਚੰਗਾ ਸੀ। ਹੁਣ ਅਸੀਂ ਤਿੰਨਾਂ ਨੂੰ ਤਾਂ ਹੰਡਾ ਬੈਠੇ। ਕਿੱਥੋਂ ਲੈ ਕੇ ਆਈਏ ਜਿਨ੍ਹਾਂ ਦਾ ਪੰਜਾਬ ਦੇ ਲਈ ਵਿਜ਼ਨ ਚੰਗਾ ਹੋਵੇ? ਕਿਵੇਂ ਆਇਡੈਂਟੀਫਾਈ ਕਰੀਏ? ਫਿਰ ਇਹ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਕਿ ਆਪਣਾ ਲੋਕਲ ਐਮਐਲਏ ਦੇਖ ਲਓ, ਆਪਣਾ ਲੋਕਲ ਕੈਂਡੀਡੇਟ ਦੇਖ ਲਓ ਜਿਹਦਾ ਵਿਜ਼ਨ ਹੋਵੇ। ਪਰ ਕਿਤੇ ਨਾ ਕਿਤੇ ਸਰਕਾਰ ਦਾ ਇੰਪੈਕਟ ਤਾਂ ਹੈ ਹੀ ਹੈ ਨਾ। ਬਿਲਕੁਲ। ਤੇ ਉਹ ਸਰਕਾਰ ਅਸੀਂ ਕਿੱਥੋਂ ਲੈ ਕੇ ਆਈਏ, ਕਿੱਥੋਂ ਇਦਾਂ ਦੇ ਲੋਕ ਲੈ ਕੇ ਆਈਏ? ਅਸੀਂ ਉਹਨਾਂ ਪਿਛਲੀਆਂ ਪਾਰਟੀਆਂ ਤੋਂ ਅੱਕ ਕੇ ਨਵਿਆਂ ਨੂੰ ਦਿੱਤਾ ਕਿ ਜਿਹੜੇ ਸਵਰਾਜ ਦੀ ਗੱਲ ਕਰਦੇ ਸੀ, ਜਿਹੜੇ ਚੰਗੀਆਂ ਸਾਡੇ ਭਲਾਈ ਦੀਆਂ ਗੱਲਾਂ ਕਰਦੇ ਸੀ। ਲੋਕਾਂ ਕੋਲ ਫ੍ਰੀ ਪੀਸ ਤੋਂ ਸੋਚਣ ਤੋਂ ਇਲਾਵਾ ਹੀ ਨਹੀਂ ਕੋਈ ਸਾਨੂੰ ਰੂਟ ਮੈਪ ਤਾਂ ਦਵੇ ਪੰਜਾਬ ਦਾ ਕਿ ਅਸੀਂ ਇਦਾਂ ਡਿਵੈਲਪ ਕਰਾਂਗੇ। ਉਹ ਕੋਈ ਗੱਲ ਹੀ ਨਹੀਂ ਕਰ ਰਿਹਾ। ਜੇ ਕੋਈ ਇਹ ਗੱਲ ਕਰ ਰਿਹਾ ਮੈਂ ਕਿਲੋ ਖੰਡ ਦਊਂਗਾ ਤੇ ਅਸੀਂ ਜਾਂ ਸਾਨੂੰ ਪਰੋਸਿਆ ਜੋ ਜਾ ਰਿਹਾ ਅਸੀਂ ਚੂਜ਼ ਹੀ ਉਹਦੇ ਚੋਂ ਕਰਨਾ ਨਾ। ਹੁਣ ਤੁਹਾਡੇ ਕੋਲ ਸੇਬ ਨੇ ਤਾਂ ਤੁਸੀਂ ਸੇਬਾਂ ਚੋਂ ਹੀ ਚੁਣੋਗੇ। ਹੁਣ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਉਸ ਰੇੜੀ ਤੇ ਜਾ ਕੇ ਨਾ ਭਾਈ ਮੈਨੂੰ ਤਾਂ ਕੇਲੇ ਬਣਾ ਕੇ ਦੇ ਇਹਨਾਂ ਦੇ। ਹੁਣ ਜੇ ਕਿਲੋ ਖੰਡ ਹੈ ਕੋਈ ਕਹਿ ਰਿਹਾ ਆਫਰ ਕਰ ਰਿਹਾ ਤੇ ਇੱਕ ਪਾਰਟੀ ਉੱਠਦੀ ਹੈ 3 ਕਿਲੋ ਕਹਿ ਦਿੰਦੀ ਹੈ, ਤਾਂ ਅਸੀਂ ਇੱਕ ਨਾਰਮਲ ਹਿਊਮਨ ਮਾਈਂਡਸੈਟ ਹੈ ਕਿ ਹਾਂ ਮੈਂ 3 ਕਿਲੋ ਵੱਲ ਜਾਊਂਗਾ ਜੋ ਮੈਨੂੰ ਬੈਟਰ ਮਿਲ ਰਿਹਾ। ਉਹ ਗੱਲ ਪਰੋਸੀ ਨਹੀਂ ਕੋਈ ਰਿਹਾ। ਅਸੀਂ ਕਿੱਥੋਂ ਉਦਾਂ ਦੇ ਲੋਕ ਲੈ ਕੇ ਆਈਏ? ਹੁਣ ਉਹਦੇ ਵਿੱਚ ਦੇਖੋ ਉਹੀ ਹੈ ਕਿ ਪੋਲਿਟਿਕਸ ਜਿਹੜਾ ਨਾ ਇਹ ਵਿਸ਼ੇਸ਼ ਸਰਕਲ ਹੈ। ਲੀਡਰ ਨੂੰ ਵੀ ਪਤਾ ਹੈ ਵੀ ਜੋ ਬਾੜੀ ਕੌੜੀ ਗੱਲ ਕਰੂਗਾ ਨਾ ਜੁੱਤੀਆਂ ਪੈਣਗੀਆਂ, ਉੱਧਰੋਂ ਵੋਟਾਂ ਨਹੀਂ ਮਿਲਣੀਆਂ। ਲੀਡਰਾਂ ਨੂੰ ਇਹ ਚੀਜ਼ਾਂ ਪਤਾ ਹੁੰਦੀਆਂ ਜੇ ਵੋਟਾਂ ਲੈਣੀ ਹੈ ਤਾਂ ਜਿਹੜੀ ਸਰਦੀ ਦੀ ਗੱਲ ਹੈ ਸਹਿੰਦੀ ਜੀ ਉਹ ਕਰ ਲਓ, ਨਾਲ ਇੱਕ ਟੋਟਕਾ ਜਿਹਾ ਛੱਡ ਦਿਓ, ਤੁਹਾਨੂੰ ਵੋਟਾਂ ਮਿਲ ਜਾਣਗੀਆਂ। ਇਸੇ ਕਰਕੇ ਡੈਮੋਕ੍ਰੇਸੀ ਸਾਡਾ ਇੱਥੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਨਹੀਂ ਹੈ ਸਾਡੇ ਕਨਸਟੀਟਿਊਸ਼ਨ 'ਚ। ਬੇਸਿਕਲੀ ਇਹ ਹੈ ਵੀ ਤੁਸੀਂ ਕੁਝ ਲੋਕ ਚੁਣੋ, ਜਿਹੜੇ ਲੋਕ ਵੱਧ ਹੋਣਗੇ ਉਹ ਆਪਣਾ ਮੁੱਖ ਮੰਤਰੀ ਚੁਣ ਲੈਣਗੇ। ਮਤਲਬ ਜੇ ਤੁਸੀਂ ਚੰਗਾ ਐਮਐਲਏ ਚੁਣੋਗੇ, ਜੇ ਮੈਜੋਰਿਟੀ ਆਫ ਐਮਐਲਏਸ ਕਟਪੁਤਲੀਆਂ ਨਹੀਂ ਹੋਣਗੇ, ਪੀਪਲ ਵਿਦ ਅ ਸਪਾਈਨ ਹੋਣਗੇ, ਤਾਂ ਇੱਕ ਚੰਗਾ ਮੁੱਖ ਮੰਤਰੀ ਚੁਣਨਗੇ। ਸਟਾਰਟਿੰਗ ਦੀਆਂ ਪਹਿਲੀਆਂ ਸਰਕਾਰਾਂ ਦੇਖੋ ਇਸ ਮੁਲਕ ਦੀ ਜਿੰਨਾ ਕੰਮ ਉਹ ਕਰ ਗਈਆਂ ਪਹਿਲੇ 20-25 ਸਾਲਾਂ 'ਚ, 30 ਸਾਲਾਂ 'ਚ। ਪਿਛਲੇ 30 ਸਾਲਾਂ ਦਾ ਕੰਪੈਰੀਜ਼ਨ ਸਟਾਰਟਿੰਗ ਦੇ 30 ਸਾਲਾਂ ਨਾਲ ਕਰ ਲਓ, ਚੱਲ ਰਹੇ ਚਲੋ 20 ਸਾਲ ਛੱਡ ਦਿੰਦੇ ਆਪਾਂ, ਠੀਕ ਹੈ। ਯੂ ਵਿਲ ਸੀ ਅ ਲੋਟ ਆਫ ਡਿਫਰੈਂਸ। ਪ੍ਰਤਾਪ ਸਿੰਘ ਕੈਰੋਂ ਦੇ ਜਿੰਨੇ ਕੰਮ ਯਾਰ ਆਪਾਂ ਜਿੱਥੇ ਬੈਠੇ ਹਾਂ, ਯੂਨੀਵਰਸਿਟੀ ਭਾਖੜੇ ਦਾ ਉਦਘਾਟਨ, ਚੰਡੀਗੜ੍ਹ ਸ਼ਹਿਰ, ਪੰਜਾਬੀ ਯੂਨੀਵਰਸਿਟੀ, ਫਗਵਾੜੇ ਦੀ ਡਿਵੈਲਪਮੈਂਟ, ਬਟਾਲੇ ਦੀ ਡਿਵੈਲਪਮੈਂਟ, ਫਰੀਦਾਬਾਦ ਦੀ ਡਿਵੈਲਪਮੈਂਟ, ਠੀਕ ਹੈ। ਉਸ ਵਾਰ ਲਛਮਣ ਸਿੰਘ ਗਿੱਲ ਦੇ 8 ਮਹੀਨੇ ਆ ਜਾਂਦੇ ਆ। ਉਹ ਬੰਦੇ ਨੇ ਮਤਲਬ ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ, ਉਹ ਕਹਿੰਦਾ ਉਹਨੂੰ ਉਹ PWD ਇੰਜੀਨੀਅਰ ਰਿਟਾਇਰ ਹੋਇਆ ਸੀ, ਉਹਨੇ ਪੰਜਾਬ 'ਚ ਸਾਰੇ ਪਿੰਡ ਦੀਆਂ ਸੜਕਾਂ ਪੱਕੀਆਂ ਕਰਨੀਆਂ। ਕਹਿੰਦੇ ਨੇ ਰੋਡ ਰੋਲਰ ਹੈ ਨਹੀਂ, ਉਹਨੇ ਚੀਫ ਸੈਕਟਰੀ ਨੇ ਭੇਜਿਆ ਵੀ ਮਦਰਾਸ ਰੋਡ ਰੋਲਰ ਬਣਦੇ ਆ, ਉੱਥੋਂ ਜਾ ਕੇ ਜਿੰਨੇ ਮਿਲਦੇ ਸਾਰੇ ਚੱਕ ਲਿਆਓ, ਠੀਕ ਹੈ। ਸੋ ਉਹ ਬੰਦੇ ਸੀ ਜਿਹੜੇ ਕੁਝ ਕਰਨਾ ਚਾਹ ਰਹੇ ਸੀ। ਉਦੋਂ ਲੋਕੀ ਵੀ ਇਸ ਤਰੀਕੇ ਨਾਲ ਵੋਟ ਕਰ ਰਹੇ ਸੀ। ਸੈਕਟੇਰੀਅਨ ਡਿਵੀਜ਼ਨ ਜਿਹੜੀ ਹੈ ਇੰਨੀ ਹੋਈ ਨਹੀਂ ਸੀ। ਅੱਜ ਦੀ ਡੇਟ ਸੈਕਟੇਰੀਅਨ ਡਿਵੀਜ਼ਨ ਵੀ ਜ਼ਿਆਦਾ, ਲੋਕਾਂ ਦੇ ਆਪਣੇ ਇੰਟਰਸਟ ਜਿਹੜੇ ਨੇ ਉਹ, ਮੈਂ ਤੁਹਾਨੂੰ ਨਾ ਬੜੀ ਲਾਈਵ ਐਗਜ਼ਾਮਪਲ ਦਿੰਦਾ। ਇੱਕ ਬੰਦਾ ਬੜਾ ਟਵੀਟ ਕਰਦਾ, ਮਤਲਬ ਲੀਡਰ ਆ, ਠੀਕ ਹੈ, ਉਹ ਪਿਛਲਾ ਇਲੈਕਸ਼ਨ ਹਾਰ ਗਿਆ ਸੀਗਾ, ਠੀਕ ਹੈ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਸਰ ਵੀ ਆਪਾਂ ਇੱਦਾਂ ਨਹੀਂ ਕਰਦੇ। ਉਹ ਕਹਿੰਦਾ ਦੇਖ ਯਾਰ ਇਸ ਮੁਲਕ ਨੂੰ ਨਾ ਆਫਟਰ ਆਲ ਲੋਕਾਂ ਨੇ ਵੋਟ ਪਾਣੀ, ਜੇ ਕਿਸੇ ਦੀ ਸੋਚ ਛੋਟੀ ਆ ਉਹਨੇ ਇਹਦੇ ਵਿੱਚ ਇਹ ਸੋਚ ਕੇ ਲੀਡਰ ਚੁਣਨਾ, ਜੇ ਕਿਸੇ ਦੀ ਸੋਚ ਐਡੀ ਆ ਉਹਨੇ ਇਹਦੇ ਵਿੱਚ ਹੀ ਚੁਣਨਾ, ਜੇ ਕਿਸੇ ਦੀ ਸੋਚ ਕਮਰੇ ਜਿੱਡੀ ਉਹਨੇ ਉਸ ਹਿਸਾਬ ਨਾਲ ਸੋਚਣਾ। ਸੋ ਜੇ ਅਸੀਂ ਆਪਣਾ ਸਕੇਲ ਵੱਡਾ ਕਰਾਂਗੇ, ਇਹ ਸੋਚਾਂਗੇ ਯਾਰ ਵੀ ਮੈਨੂੰ ਅੱਜ ਦੀ ਡੇਟ ਵਿੱਚ ਹੁਣ ਇਹ ਹੋ ਰਿਹਾ
ਮੇਰੇ ਸਮਾਜ ਨੂੰ ਕੀ ਮਿਲਦਾ ਮੈਨੂੰ ਪਰਵਾਹ ਨਹੀਂ, ਮੇਰੇ ਪਰਿਵਾਰ ਨੂੰ ਕੀ ਮਿਲਦਾ ਮੈਨੂੰ ਪਰਵਾਹ ਨਹੀਂ, ਮੈਨੂੰ ਕੀ ਮਿਲਦਾ ਪਹਿਲਾਂ ਮੈਨੂੰ ਉਹਦੀ ਪਰਵਾਹ ਨਹੀਂ। ਜਦੋਂ ਮੈਂ ਪਹਿਲਾਂ ਆ ਗਈ, ਤੁਹਾਡਾ ਪਰਿਵਾਰ ਤੁਹਾਡਾ ਸਮਾਜ ਪਿੱਛੇ ਚਲਾ ਗਿਆ, ਤਾਂ ਓਬਵੀਅਸਲੀ ਯੂ ਵਿਲ ਹੈਵ ਟੂ ਪੇ ਫॉर ਇਟ। नो ਸੋ ਉਹ ਪਾਲਿਸੀ ਫੇਲੀਅਰ 'ਚ ਹੀ ਆਏਗੀ ਉਹ ਚੀਜ਼। ਬੇਸਿਕਲੀ ਅਸੀਂ ਪੋਡਕਾਸਟ ਸਟਾਰਟ ਕੀਤਾ ਸੀਗਾ ਕਿ ਅਸੀਂ ਕੁਝ ਆਪਣੇ ਯੂਥ ਦੇ ਲਈ, ਕਿ ਮੈਂ ਆਪਣੇ ਆਪ ਨੂੰ ਇਨਕਲੂਡ ਕਰਕੇ ਕਿ ਇੱਕ ਨੌਜਵਾਨਾਂ ਦੇ ਲਈ ਇੱਕ ਸੁਨੇਹਾ ਇਸ ਪੋਡਕਾਸਟ ਦੇ ਜ਼ਰੀਏ ਦਿਆ ਕਰੀਏ। ਹਰ ਐਪੀਸੋਡ ਇੱਕ ਯੂਥ ਨੂੰ ਇੱਕ ਨਵਾਂ ਸੁਨੇਹਾ ਦੇਵੇ। ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਪੰਜਾਬ ਦੀ ਸਿਆਸਤ ਦੇ ਨਾਲ ਵੀ, ਕਿ ਕਿਵੇਂ ਅਸੀਂ ਇੰਨਾ ਜ਼ਿਆਦਾ ਅਸੀਂ ਵਾਧਾ ਦੇਖ ਰਹੇ ਹਾਂ ਕਿ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ। ਇੱਕ ਪੁਆਇੰਟ ਅਸੀਂ ਮਿਸ ਵੀ ਕੀਤਾ, ਉਹਨੂੰ ਫੇਰ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗੇ, ਕਨਵਰਜਨ ਦਾ। ਉਹ ਇਕੱਲਾ ਪੰਜਾਬ ਦੇ ਲਈ ਚੈਲੰਜ ਨਹੀਂ ਹੈਗਾ, ਉਹ ਸਾਰੇ ਦੇਸ਼ ਦੇ ਲਈ ਚੈਲੰਜ ਹੈ। ਯੂਪੀ 'ਚ ਵੀ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ, ਕੇਰਲਾ 'ਚ ਵੀ ਹੋ ਰਹੀ ਹੈ, ਪੰਜਾਬ ਹਰਿਆਣਾ 'ਚ ਬਹੁਤ ਵੱਡੇ ਪੱਧਰ ਤੇ ਕਨਵਰਜਨ ਹੋ ਰਹੀ ਹੈ। ਪਰ ਅੱਜ ਅਸੀਂ ਇਹਨੂੰ ਕਨਕਲੂਡ ਕਰਦੇ ਹਾਂ ਕਿਉਂਕਿ ਸਮਾਂ ਅਸੀਂ ਆਲਰੇਡੀ ਬਹੁਤ ਜ਼ਿਆਦਾ ਲਾ ਲਿਆ। ਤੇ ਇੱਕ ਨਾ ਤੁਸੀਂ ਅੱਜ ਦੇ ਯੂਥ ਨੂੰ ਕੀ ਮੈਸੇਜ ਇਹੋ ਜਿਹਾ ਦੇਣਾ ਚਾਹੋਗੇ ਕਿ ਉਹ ਰਿਵਰਸ ਮਾਈਗ੍ਰੇਸ਼ਨ ਜਿਹੜੇ ਲੋਕ ਕਰ ਮੂਵਮੈਂਟ ਚਲਾ ਰਹੇ ਨੇ, ਕਿ ਉਹਨੂੰ ਹੁਲਾਰਾ ਮਿਲੇ, ਕਿ ਲੋਕ ਇਹ ਬਾਹਰੋਂ ਵਾਪਸ ਲਿਆਉਣ ਦੀ ਬਜਾਏ ਜਿਹੜੇ ਹੁਣ ਇੱਥੇ ਰਹਿ ਗਏ, ਕਿਉਂਕਿ ਜਿਹੜੇ ਚਲੇ ਗਏ ਉਹਨਾਂ ਦਾ ਪਹਿਲਾਂ ਹੀ ਮਾਈਂਡ ਸੈਟ ਸੀ ਕਿ ਉਹ ਇੱਥੇ ਜੇ ਅਸੀਂ ਜ਼ਬਰਦਸਤੀ ਕਿਸੇ ਕੰਮ ਤੇ ਲਾ ਦਿੰਦੇ, ਆਬਵੀਅਸ ਜੀ ਗੱਲ ਸੀ ਕਿ ਉਹ ਪੋਟੈਂਸ਼ੀਅਲ ਨਹੀਂ ਸੀ ਆਉਣਾ। ਜਿੱਥੇ ਉਹਨਾਂ ਦੀ ਇੱਛਾ ਸੀ ਉਹਨਾਂ ਨੇ ਉੱਥੇ ਜਾ ਕੇ ਕੰਮ ਕੀਤਾ। ਹੁਣ ਜਿਹੜੇ ਇੱਥੇ ਹੈਗੇ ਨੇ, ਮੌਕਾ ਇਹ ਹੈ ਕਿ ਉਹਨਾਂ ਨੂੰ ਸਾਂਭ ਲਿਆ ਜਾਵੇ। ਉਹਨਾਂ ਲਈ ਇਹੋ ਜਿਹਾ ਕੀ ਸੁਨੇਹਾ ਤੁਹਾਡਾ ਸਮਾਜ ਦੇ ਲਈ, ਨੌਜਵਾਨਾਂ ਦੇ ਲਈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ, ਉਹਨਾਂ ਮਾਂ-ਬਾਪ ਦੇ ਲਈ ਕੀ ਸੁਨੇਹਾ ਤਾਂ? ਦੇਖੋ ਇਗਨੋਰ ਮੈਨੂੰ ਤਾਂ, ਮੈਂ ਤਾਂ ਪੰਜਾਬ 'ਚ ਰਹਿੰਦਾ, ਠੀਕ ਹੈ, ਬਾਹਰ ਘੁੰਮਦਾ ਫਿਰਦਾ, ਬਟ ਆਈ ਲਵ ਦਿਸ ਸਟੇਟ। ਮੈਨੂੰ ਇਹ ਧਰਤੀ ਬਹੁਤ ਸੋਹਣੀ ਲੱਗਦੀ ਹੈ, ਟੂ ਬੀ ਵੈਰੀ ਓਨੈਸਟ। ਔਰ ਮੈਨੂੰ ਲੱਗਦਾ ਵੀ ਇਹਦੀ ਬਹੁਤ ਪੋਟੈਂਸ਼ੀਅਲ ਹੈ ਇੱਥੇ। ਇਸ ਚੀਜ਼ ਨੂੰ ਸਾਨੂੰ ਢੰਗ ਨਾਲ ਐਕਸਪਲੋਇਟ ਕਰਨ ਦੀ ਲੋੜ ਹੈ। ਹੋ ਸਕਦਾ ਸਾਡੇ 'ਚ ਕਿਤੇ ਕੋਈ ਕਮੀ ਹੋਵੇ, ਬਟ ਮੈਨੂੰ ਨਹੀਂ ਲੱਗਦਾ ਇੱਥੇ ਮੌਕਿਆਂ ਦੀ ਕਮੀ ਹੈਗੀ ਹੈ, ਹਾਲੇ ਵੀ ਨਹੀਂ ਲੱਗਦਾ। ਚੰਡੀਗੜ੍ਹ 'ਚ ਵੀ ਬਹੁਤ ਪੋਟੈਂਸ਼ੀਅਲ ਹੈਗੀ ਹੈ ਗਰੋ ਕਰਨ ਦੀ, ਪੰਜਾਬ ਦੇ ਬਹੁਤ ਸਾਰੇ ਖਿੱਤਿਆਂ 'ਚ ਵੀ ਹੈਗੀ ਹੈ। ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਓਰੀਐਂਟੇਸ਼ਨ ਕੀ ਦਿੰਦੇ ਹਾਂ, ਸਾਡੀ ਡਾਇਰੈਕਸ਼ਨ ਕੀ ਲੈਂਦੇ ਹਾਂ, ਕਿ ਮਤਲਬ ਸਾਨੂੰ ਸਿਰਫ ਪੈਸਾ ਚਾਹੀਦਾ ਜ਼ਿੰਦਗੀ ਤੋਂ, ਜਾਂ ਸਾਨੂੰ ਹੋਰ ਬਹੁਤ ਸਾਰੀਆਂ ਵੈਲਿਊ ਸਿਸਟਮ ਨੇ ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ, ਔਰ ਕਲੈਕਟਿਵਲੀ ਐਫਰਟ ਲਗਾ ਕੇ ਇਸ ਚੀਜ਼ ਨੂੰ ਵੀ ਬਾਹਰ ਕੱਢਣਾ ਜਿੱਥੇ ਅਸੀਂ ਖੜੇ ਹਾਂ, ਔਰ ਆਪਣਾ ਭਵਿੱਖ ਵੀ ਬਣਾਉਣਾ। ਮਤਲਬ ਜਿਹੜੀ ਸਾਡੀ ਦਾਦਿਆਂ ਦੀ ਜਨਰੇਸ਼ਨ ਸੀ ਨਾ, ਜਿਹੜੀ ਜੇ ਅਸੀਂ ਉਹਨਾਂ ਨਾਲ ਕਨੈਕਟ ਕਰ ਸਕੀਏ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕਿਉਂਕਿ ਮੈਂ ਜਦੋਂ ਵੀ ਫਾਲ ਕਰਦਾ ਨਾ, ਮੈਂ ਇਹ ਸੋਚਦਾ, ਕਿਉਂਕਿ ਮੈਂ ਆਪਣੇ ਪੜਦਾਦਾ ਜੀ ਨੂੰ ਵੀ ਦੇਖਿਆ, ਮੈਂ ਦਾਦਾ ਜੀ ਨੂੰ ਵੀ ਦੇਖਿਆ, ਕਿ ਯਾਰ ਜੇ ਇਹ ਸਿਚੁਏਸ਼ਨ ਤੇ ਉਹ ਖੜੇ ਹੁੰਦੇ ਤਾਂ ਉਹ ਕਿੱਦਾਂ ਰਿਐਕਟ ਕਰਦੇ, ਠੀਕ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਜਿਹੜੇ ਚੰਗੇ ਲੋਕ ਨੇ, ਸਾਨੂੰ ਚੰਗੀਆਂ ਚੀਜ਼ਾਂ ਪੜ੍ਹਨੀਆਂ ਚਾਹੀਦੀਆਂ, ਚੰਗੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ, ਚੰਗੇ ਲੋਕਾਂ ਦੀ ਸਹਬਤ 'ਚ ਰਹਿਣਾ ਚਾਹੀਦਾ, ਫੁਕਰਪੁਣੀ ਵਾਲੀ ਚੀਜ਼ਾਂ ਤੋਂ ਬਚਣਾ ਚਾਹੀਦਾ। ਪੰਜਾਬ 'ਚ ਬਹੁਤ ਕੈਪੈਸਿਟੀ ਹੈ, ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਵੀ ਨੈਗੇਟਿਵਿਟੀ ਜਾਂ ਬਹੁਤ ਪੈਸਿਮਿਸਟਿਕ ਕਈ ਲੋਕ ਇਮੇਜ ਬਣਾ ਦਿੰਦੇ ਆ ਵੀ ਇਹਦਾ ਜੀ ਲੁੱਟੇ ਗਏ, ਬਰਬਾਦ ਹੋ ਗਏ। ਮੈਨੂੰ ਲੱਗਦਾ ਵੀ ਠੀਕ ਹੈ, ਥੋੜੇ ਜਿਹੇ ਹੋਏ ਆ, ਬਟ ਹਲੇ ਕਾਫੀ ਗੁੰਜਾਇਸ਼ ਹੈ। ਵੀ ਸਟਿਲ ਕੈਨ ਮੇਕ ਅ ਕਮ ਬੈਕ provided we all put in a collective effort. ਥੈਂਕ ਯੂ ਵੈਰੀ ਮਚ ਸਰ, ਤੁਹਾਡਾ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।